इस किताब नूं लैके लगातार ही सिखां दे विच हलचल है भी किताब विच लिखिया की है, किताब क्यों आई, किस इरादे नाल आई है किताब। सौखे तरीके नाल सौखे शब्दां विच खुद आर.एस. बैंस ही समझा सकते ने, जिन्हां ने भूमिका भी पिछे लिखी है भी किताब च लिखिया की है, किताब दे विच जो लिखिया उस नूं लैके सिखां दे विच हलचल क्यों है, ये सिख कॉकस है की। क्योंकि तुसी ये भूमिका लिखी है तो तुसी दस भी सकते हो किताब बारे, किताब दा लियाउण दा कारण की है। जे किले दी इत्थे घेराबंदी हो गई सी तां किन्हां ने समर्पण कर दिता वाशिंगटन विच। पर ये किताब का जो डाउटफुल जो क्रिएट करता कि जो सिख कॉकस है, सिक्स के नाम से बनया ग्रुप ऑफ MPs, वो MPs यूजली इन कोआर्डिनेशन विद इंडिया कॉकस काम करते, वो सिखां दे मनुखी अधिकारां दी घट गल करते हैं, वो सिखां दे विच जो कान होया 84 विच ओहदी घट गल करते हैं। ਜਿਹੜੇ ਪੰਜਾਬ ਵਿੱਚ ਸਿੱਖ ਰਹਿੰਦੇ ਨੇ ਕਿ ਅਮਰੀਕਾ ਦਾ ਕੋਕਸ ਜੋ ਸੀ ਕੋਕਸ ਬਣਿਆ ਪੰਜਾਬ ਦੇ ਵਿੱਚ ਹੈਲਪ ਕਰ ਸਕਦਾ ਕਿ ਸਿੱਖਾਂ ਦੀ ਆਵਾਜ਼ ਚੁੱਕ ਸਕਦਾ। तो ये बुक का कहने का ये मकसद सी कि सिख कॉकस नूं सिखां दे कोर मुद्दे नूं छड्ड के कॉस्मैटिक मुद्दਿਆਂ ਦੀ ਥਾਂ ਤੇ ਜਿਹੜੇ ਕਿ ਅਲਟੀਮੇਟਲੀ ਇੰਡੀਆ ਦੀ ਜਿਹੜੀਆਂ ਫੋਰਨ ਪਾਲਿਸੀਆਂ ਉਹਨੂੰ ਹੈਲਪ ਕਰਦੇ ਨੇ। ਸੋ ਮੈਨੂੰ ਕੋਈ ਉੱਦਾਂ ਦੀ ਹੋਪ ਨਹੀਂ ਹੈ ਕਿ ਸਿੱਖ ਕੌਕਸ ਦੀ ਐਕਟੀਵਿਟੀ ਨਾਲ ਕੋਈ US ਗਵਰਨਮੈਂਟ ਕੋਈ ਵੱਡੀ ਸਪੋਰਟ ਕਰ ਪਾਏਗਾ ਸੰਯੁਕਤ ਕਿਸਾਨ ਮੋਰਚਾ ਨੂੰ। ਜੇ ਪੰਜਾਬ ਦੀ ਆਪਾਂ ਗੱਲ ਕਰੀਏ, ਜਿਵੇਂ ਜ਼ਿਕਰ ਵੀ ਆਉਂਦਾ ਕਿ ਤੁਸੀਂ ਕਹਿੰਦੇ ਕਿ ਲੋਕਲ ਮੁੱਦੇ ਚੱਕ ਸਕਦੇ ਨੇ, ਤਾਂ ਫਿਰ ਸਿੱਖ ਕੌਕਸ ਕੀ ਵਾਕਈ ਪੰਜਾਬ ਵਾਸਤੇ ਵੀ ਪੰਜਾਬ ਦੇ ਮੁੱਦੇ ਉੱਥੇ ਚੱਕ ਸਕਦੇ ਨੇ? ਮਗਰ ਜੇ ਉਹ ਸਿੱਖ ਕੌਕਸ ਇਹੋ ਜਿਹਾ ਕੰਮ ਕਰੇ ਜਿਹੜਾ ਕਿ ਇੰਡੀਅਨ ਗਵਰਨਮੈਂਟ ਦਾ ਹੀ ਏਜੰਡਾ ਪੂਰਾ ਹੁੰਦਾ ਹੈ, ਤਾਂ ਫਿਰ ਤਾਂ ਉਹਨੂੰ ਸਿੱਖ ਕੌਕਸ ਨਹੀਂ ਕਹਿਣਾ ਚਾਹੀਦਾ ਤੇ ਉਹਨਾਂ ਨੂੰ ਇਮਾਨਦਾਰੀ ਨਾਲ ਦਾ ਨਾਮ ਬਦਲਣਾ ਚਾਹੀਦਾ। ਕਿ ਕਿਸਾਨੀ ਮੋਰਚੇ ਦੇ ਵਿੱਚ ਕੋਈ ਆਗੂ ਸਿੱਖ ਕੌਕਸ ਦਾ ਹੈਗਾ? ਜਦੋਂ ਅਸੀਂ ਸੰਯੁਕਤ ਕਿਸਾਨ ਮੋਰਚਾ ਦੇ ਲੀਡਰਸ਼ਿਪ ਨੂੰ ਪੁੱਛਿਆ ਕਿ ਤੁਹਾਡਾ ਕੋਈ ਲੈਟਰ ਪੈਡ ਹੈ, ਉਹ ਕਹਿੰਦੇ ਕਿ ਸਾਡਾ ਤਾਂ ਕੋਈ ਲੈਟਰ ਪੈਡ ਨਹੀਂ ਹੈ। ਅਸੀਂ ਤਾਂ ਜਦੋਂ ਪ੍ਰਾਈਮ ਮਿਨਿਸਟਰ ਨੂੰ ਵੀ ਚਿੱਠੀ ਲਿਖਦੇ ਹਾਂ ਤਾਂ ਉਹ ਬਿਲਕੁਲ ਸਿੰਪਲ ਸੰਯੁਕਤ ਕਿਸਾਨ ਮੋਰਚਾ ਸ਼ਬਦ ਹੀ ਲਿਖਦੇ ਹਾਂ। ਜੋ ਸਿੱਖ ਕੌਕਸ ਦੇ ਮੈਂਬਰ ਸਨ ਉਹਨਾਂ ਨੇ ਹਰ ਜਗ੍ਹਾ ਦੇ ਉੱਤੇ ਜਾ ਕੇ ਇਸ ਚਿੱਠੀ ਨੂੰ ਦਿਖਾਈ ਹੈ, ਉਹ ਦਿਖਾ ਕੇ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕ ਵਿੱਚ ਆ। ਪਰ ਸਪੈਲਿੰਗ ਜੋ ਤੁਸੀਂ ਦੇਖਦੇ ਹੋ ਸੰਯੁਕਤ ਦੇ, ਜੋ ਕਿਸਾਨ ਮੋਰਚਾ ਦਿੱਲੀ ਬੈਠਾ ਹੈ ਉਹਨਾਂ ਸਪੈਲਿੰਗ 'ਚ ਬੜਾ ਫਰਕ ਹੈ। ਉਹ ਸਭ ਤੋਂ ਵੱਡੀ ਗੱਲ ਹੈ ਕਿ ਜਿਵੇਂ ਬੈਂਸ ਸਾਹਿਬ ਕਹਿੰਦੇ ਨੇ ਕਿ ਉਹਨਾਂ ਦਾ ਲੈਟਰ ਹੈਡ ਹੀ ਨਹੀਂ ਹੈਗਾ। ਫਿਰ ਕਿਸ ਲੈਟਰ ਹੈਡ ਉੱਤੇ ਔਰ ਕਿੰਨੇ ਇਸ਼ੂ ਕਰ ਦਿੱਤੀ ਹੈ ਚਿੱਠੀ? ਥੱਲੇ ਸਾਈਨ ਤਾਂ ਬਲਦੇਵ ਸਿੰਘ ਸਿਸਟਰ ਨੇ, ਪਰ ਕਿਸ ਦੇ ਕਹਿਣ ਉੱਤੇ ਬਲਦੇਵ ਸਿੰਘ ਸਿਸਟਰ ਨੇ ਇਹ ਚਿੱਠੀ ਦੇ ਉੱਪਰ ਸਾਈਨ ਕੀਤੇ ਨੇ ਕਿ ਵਾਕਈ ਇਹ ਚਿੱਠੀ ਪ੍ਰਿੰਟ ਹੋ ਕੇ ਬਾਹਰੋਂ ਆਈ ਸੀ, ਕਿਸੇ ਨੇ ਅਮਰੀਕਾ ਤੋਂ ਭੇਜੀ ਚਿੱਠੀ ਔਰ ਅੱਖਾਂ ਮੀਚ ਕੇ ਬਲਦੇਵ ਸਿੰਘ ਸਿਸਟਾ ਨੇ ਸਾਈਨ ਕਰ ਦਿੱਤੇ ਨੇ। ਇਹ ਕਿਸਾਨ ਸੀ ਤੇ ਮੋਰਚਾ ਨੇ ਜੋ ਨਰਿੰਦਰ ਮੋਦੀ ਜੀ ਨੂੰ ਕੁਝ ਦਿਨ ਪਹਿਲਾਂ ਲੈਟਰ ਲਿਖਿਆ, ਸਪੈਲਿੰਗ ਤੁਸੀਂ ਦੇਖ ਸਕਦੇ ਹੋ, ਕਿਤੇ ਵੀ ਕਿਉਂ ਨਹੀਂ ਲਿਖਿਆ ਹੋਇਆ। ਔਰ ਸਾਰਿਆਂ ਨਾਲੋਂ ਵੱਡੀ ਗੱਲ ਕਿ ਲੈਟਰ ਹੈਡ ਹੀ ਨਹੀਂ ਹੈਗਾ ਇਹਨਾਂ ਦਾ, ਤਾਂ ਕਿਉਂ ਨਹੀਂ ਲਿਖਿਆ ਹੋਇਆ? ਇਹ ਸਪੈਲਿੰਗ ਤੇ ਸਪੈਲਿੰਗ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਲੈਟਰ ਹੈਡ ਕੀ ਲੱਗਦਾ ਹੈ ਇੱਥੋਂ ਬਣਿਆ ਹੋ ਸਕਦਾ ਹੈ? ਕਿਉਂਕਿ ਤੁਸੀਂ ਕਿਉਂ ਦੀ ਵੀ ਗੱਲ ਕਰ ਰਹੇ ਸੀ ਵੀ ਕੇ ਨੂੰ ਕਿਉਂ ਵੀ ਲਿਖਿਆ ਜਾਂਦਾ ਹੈ। ਦੇਖੋ, ਜਦੋਂ ਕੋਈ ਫਰਜ਼ੀ ਲੈਟਰ ਬਣਾਏ ਜਾਂਦੇ ਨੇ ਇਹ ਗਲਤੀਆਂ ਅਕਸਰ ਹੋ ਜਾਂਦੀਆਂ। ਬਲਦੇਵ ਸਿੰਘ ਸਿਸਟਾ ਨੇ ਸਾਈਨ ਕੀਤੇ ਨੇ, ਤੁਸੀਂ ਪੰਜਾਬੀ ਵਿੱਚ ਦਰਸ਼ਕਾਂ ਨੂੰ ਸਮਝਾ ਦਿਓ ਵੀ ਸੌਖੇ ਤਰੀਕੇ ਨਾਲ ਵੀ ਚਿੱਠੀ ਵਿੱਚ ਲਿਖਿਆ ਕੀ ਹੋਇਆ। ਤਾਂ ਇਸ ਕਰਕੇ ਹੈ ਹੀ ਬੜੀ ਆਬਜੈਕਸ਼ਨੇਬਲ ਚਿੱਠੀ, ਕਿਉਂਕਿ ਇਹ ਚਿੱਠੀ ਉਹਨਾਂ ਬੰਦਿਆਂ ਨੂੰ ਥੈਂਕਸ ਕਰ ਰਹੀ ਹੈ ਜਿਨ੍ਹਾਂ ਦਾ ਕੋਈ ਹਿੱਸਾ ਨਹੀਂ ਪਾਇਆ ਉਹਨਾਂ ਨੇ ਕਿਸਾਨ ਮੋਰਚੇ ਦੇ ਵਿੱਚ, ਕਿਸੇ ਵੀ ਤਰੀਕੇ ਨਾਲ ਹਿੱਸਾ ਨਹੀਂ ਪਾਇਆ। ਇਹ ਤਾਂ ਬਿਲਕੁਲ ਹੀ ਕਿਸੇ ਦਾ ਕ੍ਰੈਡਿਟ ਕਿਸੇ ਦੇ ਨੂੰ ਦੇਣ ਲਈ ਤੁਸੀਂ ਇਹੋ ਜਿਹੀ ਚਿੱਠੀਆਂ ਦਾ ਇਸਤੇਮਾਲ ਕਰੋ ਔਰ ਇਹ ਸੋਚੋ ਕਿ ਅਮਰੀਕਨ ਪਬਲਿਕ ਨੂੰ ਜਾਂ ਅਮਰੀਕਨ ਸਿੱਖਸ ਨੂੰ ਪਤਾ ਨਹੀਂ ਹੋਣਾ। ਆਈ ਥਿੰਕ ਇਸੇ ਕਰਕੇ ਚਿੱਠੀ ਚੱਲ ਗਈ। ਉਹਨਾਂ ਸੋਚਿਆ ਕਿ ਅਮਰੀਕਾ 'ਤੇ ਬੈਠੇ ਸਿੱਖਾਂ ਨੂੰ ਕੀ ਪਤਾ, ਤੇ ਇੱਦਾਂ ਹੀ ਚਿੱਠੀ ਚਲਾ ਦਿਓ। ਬਟ ਇਹ ਚਿੱਠੀ ਆਪਾਂ ਜੇ ਕਹੀ ਨਾ ਕਿ ਬਿਲਕੁਲ ਝੂਠੀ ਔਰ ਫਰਜ਼ੀ ਹੈ, ਇਹ ਠੀਕ ਸ਼ਬਦ ਹੋਏਗਾ ਇਸ ਚਿੱਠੀ। ਕੀ ਲੱਗਦਾ ਵੀ ਸ਼ੰਭੂ ਮੋਰਚਾ ਵੀ ਕਿਤੇ ਨਾ ਕਿਤੇ ਸਿੱਖ ਕੌਕਸ ਦੇ ਨਾਲ ਜੁੜਿਆ ਹੋਇਆ ਸੀ? ਹਾਲਾਂਕਿ ਚੀਜ਼ਾਂ ਬੜੀਆਂ ਅਲੱਗ ਲੱਗਦੀਆਂ, ਕਿੱਥੇ ਸ਼ੰਭੂ ਮੋਰਚਾ ਤੇ ਕਿੱਥੇ ਸਿੱਖ ਕੌਕਸ ਤੇ ਕਿੱਥੇ ਪੀਟਰ ਫੈਡਰਿਕ ਦੀ ਕਿਤਾਬ ਤੇ ਕਿੱਥੇ ਤੁਹਾਡਾ ਸਵਾਲ। ਸ਼ੰਭੂ ਦੇ ਸਟੇਜ ਦੇ ਉੱਤੇ ਜਿਹੜੇ ਸਾਰੇ ਪਿੱਛੇ ਬੈਕਗਰਾਉਂਡ ਸੀ ਉੱਥੇ ਸੰਯੁਕਤ ਕਿਸਾਨ ਮੋਰਚਾ ਨਹੀਂ ਸੀ ਲਿਖਿਆ ਹੋਇਆ, ਉੱਥੇ ਲਿਖਿਆ ਸੀ ਵਾਰਿਸ ਪੰਜਾਬ ਦੇ। ਵਾਰਿਸ ਪੰਜਾਬ ਦਾ ਤੁਸੀਂ ਵੈਬਸਾਈਟ ਖੋਲੋ ਤਾਂ ਜਿਹੜਾ ਉਸ ਕਹਿੰਦੇ ਕਿ ਰਜਿਸਟਰ ਹੋ, ਅਸੀਂ ਲੋਕ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਕਰਨੀ, ਤੁਸੀਂ ਸਾਡੇ ਨਾਲ ਰਜਿਸਟਰ ਹੋ। ਜਿਹੜਾ ਟੈਲੀਫੋਨ ਦਿੱਤਾ ਹੈ ਉਹਨਾਂ ਨੇ ਉਹ ਟੈਲੀਫੋਨ ਹੈਗਾ ਕਿਤੇ ਬਾਹਰ ਦਾ, ਅਮਰੀਕਾ ਦਾ। ਤੇ ਹੁਣ ਜਦੋਂ ਅਸੀਂ ਦੇਖਿਆ ਇਹਦਾ ਜਿਹੜਾ ਵੈਬਸਾਈਟ ਹੈ ਵਾਰਿਸ ਪੰਜਾਬ ਦੀ ORG, ਇਹ ਵੀ ਰਜਿਸਟਰ ਬਾਹਰੋਂ ਹੋਇਆ, ਹਿੰਦੁਸਤਾਨ ਤੋਂ ਬਾਹਰੋਂ ਹੋਇਆ ਵੈਬਸਾਈਟ ਵੀ। ਤੇ ਜਿਹੜਾ ਵੈਬਸਾਈਟ ਵੀ ਬਾਹਰੋਂ ਬਣੇ, ਜੇ ਇਹਦਾ ਰਜਿਸਟ੍ਰੇਸ਼ਨ ਵੀ ਬਾਹਰ ਹੋਵੇ, ਜਿਹਦਾ ਸੈਕਟਰੀਏਟ ਵੀ ਬਾਹਰ ਹੋਵੇ, ਤਾਂ ਇਹਦਾ ਮਤਲਬ ਬਾਹਰਲੇ ਪੈਸਾ ਲੱਗ ਰਿਹਾ, ਹਿੰਦੁਸਤਾਨ ਤੋਂ ਤਾਂ ਪੈਸਾ ਜਾ ਨਹੀਂ ਰਿਹਾ। ਔਰ ਹਿੰਦੁਸਤਾਨ ਕੰਟਰੋਲ ਨਹੀਂ ਕਰ ਰਿਹਾ, ਪੰਜਾਬ ਦੀ ਲੀਡਰਸ਼ਿਪ ਕੰਟਰੋਲ ਨਹੀਂ ਕਰ ਰਹੀ ਇਸ ਵੈਬਸਾਈਟ ਨੂੰ। ਫਿਰ ਸਾਡਾ ਮੱਥਾ ਠਣਕਿਆ ਕਿ ਇੱਕ ਪਾਸੇ ਉਹੀ ਜਸਦੇਵ ਸਿੰਘ ਜੀ ਨੇ ਫਰੀਮਾਉਂਟ ਦੇ ਜਿਹੜੇ ਕਿ ਇਹ ਵੈਬਸਾਈਟ ਵਰਚੁਅਲੀ ਚਲਾ ਰਹੇ ਨੇ ਵਾਰਿਸ ਪੰਜਾਬ ਦੇ, ਉਹੀ ਵੈਬਸਾਈਟ ਹੈ ਜਿਹੜਾ ਪਲੇਟਫਾਰਮ ਬਣਿਆ ਸੀ ਦੀਪ ਸਿੱਧੂ ਦਾ ਆਪਣੇ ਆਪ ਨੂੰ ਲਾਂਚ ਕਰਨ ਦਾ। ਉਹੀ ਉਸ ਜਸਦੇਵ ਸਿੰਘ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਹੋਏ ਨੇ ਸਿੱਖ ਕੌਕਸ ਨਾਲ,
ਉਹ ਸਿਰਫ ਰੌਲਾ ਪਾਉਣ ਵਾਲੇ ਹੁੰਦੇ ਆ ਕਿ ਕਮਿਊਨਿਟੀ ਦੇ ਬੱਚੇ, ਕਮਿਊਨਿਟੀ ਦੇ ਲੋਕ, ਕਮਿਊਨਿਟੀ ਆਪਣੇ ਰਿਸੋਰਸਿਸ ਉਹਨਾਂ ਨੂੰ ਬਣਾ ਦੇ ਆਪਣੇ ਚੌਧਰੀ, ਆਪਣੇ ਲੀਡਰ ਬਣਾ ਲੈਣ। ਔਰ ਲੀਡਰ ਕੰਟਰੋਲ ਕਿਹਦੇ, ਉਹਨਾਂ ਦਾ ਕੰਟਰੋਲ ਹੋਏਗਾ ਉਹੀ ਬੰਦੇ ਕੋ ਜਿਨ੍ਹਾਂ ਦੇ ਖਿਲਾਫ ਉਹਨਾਂ ਨੇ ਕੁਝ ਕਰਨਾ। ਕੀ ਲਿਖਿਆ ਦੀਪ ਸਿੱਧੂ ਇਸ ਪੋਸਟਰ ਦੇ ਉੱਤੇ? ਆਓ ਪੰਜਾਬ ਦੇ ਵਾਰਸੋ, ਵਾਰਿਸ ਪੰਜਾਬ ਦੇ ਮੁਹਿੰਮ ਲਈ ਰਜਿਸਟਰ ਕਰੋ। ਮੈਂ ਹਾਂ ਵਾਰਿਸ ਪੰਜਾਬ ਦਾ। ਪੰਜਾਬ ਦੇ ਵਾਰਸੋ, ਆਓ ਵਾਰਿਸ ਪੰਜਾਬ ਦੇ ਮੁਹਿੰਮ ਵਿੱਚ ਆਪਣੀ ਸ਼ਮੂਲੀਅਤ ਕਰਕੇ ਪੰਜਾਬ ਦਾ ਆਪਣਾ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਉਸਾਰਨ ਲਈ ਸੰਵਾਦ ਆਰੰਭੀਏ। ਇਹ ਮੁਹਿੰਮ ਦਾ ਹਿੱਸਾ ਬਣਨ ਲਈ ਰਜਿਸਟਰ ਕਰੋ www.warispunjab.org। ਜਿਹੜੇ ਕਿ ਚਲਾ ਰਹੇ ਨੇ ਜਸਦੇਵ ਸਿੰਘ ਆਫ ਫਰੀਮਾਉਂਟ USA ਵਿੱਚ। ਹੁਣ ਦੀਪ ਸਿੱਧੂ ਨੂੰ ਕੀ ਮੰਨਿਆ ਜਾਵੇ ਕਿ ਉਹ ਵੀ ਸਿੱਖ ਕੋਕਸ ਦਾ ਹੀ ਇੱਕ ਹਿੱਸਾ ਹੈਗਾ। ਜੇ ਵਾਰਿਸ ਪੰਜਾਬ ਦੇ ਆਪਾਂ ਦੇਖਿਆ ਸੀ ਕਿ ਸ਼ੰਭੂ ਮੋਰਚੇ ਤੇ ਬੈਨਰ ਲੱਗੇ ਸੀ, ਉਹਨਾਂ ਦੀ ਹਰ ਇੱਕ ਵੀਡੀਓ ਦੇ ਅੱਗੇ ਵਾਰਿਸ ਪੰਜਾਬ ਦੇ ਚੱਲਦੇ ਸੀ ਵੀ ਸਾਡੇ ਨਾਲ ਜੁੜੋ। ਵੈਬਸਾਈਟ ਤੁਸੀਂ ਕਹਿ ਦਿਓ ਕਿ ਬਾਹਰੋਂ ਬਣੀ ਹੈ, ਪਰ ਭਾਰਤ ਵਿੱਚ ਇਹਦਾ ਕੋਈ ਕੰਮ ਨਹੀਂ ਹੈਗਾ। ਫਿਰ ਚਲਾ ਕੌਣ ਰਿਹਾ, ਪਿੱਛੋਂ ਕੌਣ ਚਲਾ ਰਿਹਾ ਇਹਨਾਂ ਨੂੰ? ਉਹੀ ਤਾਂ ਅਜੀਬ ਹੈ ਕਿ ਇੱਕ ਪਾਸੇ ਸਿੱਖ ਕਾਕਸ ਕਹਿੰਦਾ ਕਿ ਸਾਡਾ ਅੰਦਰ ਬਾਹਰਲੇ ਜਿਹੜੇ USA ਤੋਂ ਬਾਹਰਲੇ ਸਿੱਖ ਮਾਮਲੇ ਤੇ ਸਾਡਾ ਕੋਈ ਲੈਣਾ ਦੇਣਾ। ਉਹਨਾਂ ਦਾ ਇੱਕ ਵੱਡਾ ਬਹਾਨਾ ਹੈ ਕਿ ਤੁਸੀਂ 84 ਦੀ ਗੱਲਾਂ ਨਾ ਕਰੋ, ਤੁਸੀਂ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਪੰਜਾਬ ਵਿੱਚ ਗੱਲਾਂ ਨਾ ਕਰੋ, ਤੁਸੀਂ ਪੁਲਿਸ ਅਫਸਰ ਨੂੰ ਸਜ਼ਾ ਦੇਣ ਦੀ ਗੱਲਾਂ ਨਾ ਕਰੋ, ਤੁਸੀਂ ਲੀਗਲ ਏਡ ਦੀ ਗੱਲ ਨਾ ਕਰੋ, ਤੁਸੀਂ ਜ਼ਿਆਦਾ ਪਾਵਰ ਟੂ ਪੰਜਾਬ ਜਾਂ ਸਟੇਟ ਪਾਵਰ ਦੀ ਗੱਲ ਨਾ ਕਰੋ। ਇਸ ਕਰਕੇ ਜੇ ਸਰਕਾਰ ਨੇ ਵਾਕਿਆ ਕੋਈ ਇਹੋ ਜਿਹਾ ਨਵਾਂ ਪਾਵਰ ਬੰਦੇ ਨੂੰ ਉਭਾਰਨਾ ਹੈ ਜਿਹੜਾ ਕਿ ਉਹਨਾਂ ਚੋਰੀ ਤੋਂ ਉਹਨਾਂ ਦੇ ਨਾਲ ਹੋਵੇ, ਵੈਸੇ ਲੱਗੇ ਕਿ ਲੀਡਰ ਵੀ ਬਣ ਜਾਏ ਲੋਕਾਂ ਦਾ, ਤਾਂ ਬਿਲਕੁਲ ਇਹੋ ਜਿਹਾ ਬੰਦਾ ਹੋ ਸਕਦਾ ਜਿਹਨੂੰ ਕਿ ਲੋਕ ਆਇਡੈਂਟੀਫਾਈ ਕਰਨ ਕਿਸਾਨਾਂ ਦੇ ਸੰਘਰਸ਼ ਨਾਲ, ਤੇ ਉਹਨੂੰ ਫਿਰ ਇੱਕ ਵਾਰੀ ਤੀਜੀ ਹੋਰ ਧੋਖਾ ਖਾ ਜਾਣ। ਉਹ ਗ੍ਰਾਸ ਰੂਟ ਤੋਂ ਉਹਨਾਂ ਨੂੰ ਇੰਨੇ ਸਾਲ ਹੋ ਗਏ ਜਥੇਬੰਦੀਆਂ ਬਣਾਉਂਦੇ ਕਿਸਾਨਾਂ ਨੂੰ ਆਰਗੇਨਾਈਜ਼ ਕੀਤਾ, ਤੇ ਹੁਣ ਸਡਨਲੀ ਤੁਸੀਂ ਦੇਖੋ ਕਿ ਕੋਈ ਬੰਦਾ ਕਿੱਥੋਂ ਉਤਰਿਆ, ਕਿੱਥੋਂ ਐਕਟਰ ਤੋਂ ਲੈ ਕੇ ਇੱਥੋਂ ਡਾਇਰੈਕਟਰ ਬਣ ਕੇ ਤਾਂ ਕਿੱਥੇ ਸਨੀ ਦਿਓਲ, ਤਾਂ ਕਿੱਥੇ ਅਮਿਤ ਸ਼ਾਹ, ਤਾਂ ਕਿੱਥੇ ਪ੍ਰਾਈਮ ਮਿਨਿਸਟਰ, ਤਾਂ ਸਡਨਲੀ ਹੁਣ ਬਣ ਗਿਆ ਪੰਜਾਬ ਦਾ ਕਹਿ ਲਓ ਵਾਰਿਸ। ਸਾਨੂੰ ਤਾਂ ਹੁਣ ਬਹੁਤ ਸ਼ੱਕ ਪੈਂਦਾ ਕਿਉਂਕਿ ਅਸੀਂ ਬਹੁਤ ਵਾਰ ਦੇਖ ਚੁੱਕੇ ਕਿ ਇਹੋ ਜਿਹੀਆਂ ਫਰੰਟ ਆਰਗੇਨਾਈਜੇਸ਼ਨ ਆ ਜਾਂਦੀਆਂ, ਨਵਾਂ ਲੀਡਰ ਨੂੰ ਉਭਾਰ ਦਿੰਦੀਆਂ, ਔਰ ਫਿਰ ਲੋਕਾਂ ਨੂੰ ਥੋੜ੍ਹੀ ਦੇਰ ਲਈ ਤਾਂ ਲੋਕ ਬੇਵਕੂਫ ਬਣ ਜਾਂਦੇ ਨਾ। ਇਸ ਕਰਕੇ ਪਹਿਲਾਂ ਹੀ ਹੁਣ ਵਾਰਨਿੰਗ ਦੇ ਰਹੇ ਹਾਂ ਕਿ ਪਹਿਲਾਂ ਹੀ ਸਮਝ ਹੋ ਜਾਓ। ਦਿੱਲੀ ਵਿੱਚ ਕਿਲ੍ਹੇਬੰਦੀ, ਵਾਸ਼ਿੰਗਟਨ ਵਿੱਚ ਸਮਰਪਣ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਮੇਰੇ ਹੱਥ ਵਿੱਚ ਕਿਤਾਬ ਹੈ ਸਿੱਖ ਕਾਕਸ ਦੀ, ਜੋ ਤੁਸੀਂ ਦੇਖ ਰਹੇ ਹੋ। ਇਸ ਕਿਤਾਬ ਨੂੰ ਲੈ ਕੇ ਲਗਾਤਾਰ ਹੀ ਸਿੱਖਾਂ ਦੇ ਵਿੱਚ ਹਲਚਲ ਹੈ ਵੀ ਕਿਤਾਬ ਵਿੱਚ ਲਿਖਿਆ ਕੀ ਹੈ, ਕਿਤਾਬ ਕਿਉਂ ਆਈ, ਕਿਸ ਇਰਾਦੇ ਨਾਲ ਆਈ ਹੈ ਕਿਤਾਬ। ਵੀਡੀਓ ਵੀ ਵਾਇਰਲ ਹੁੰਦੀਆਂ ਨੇ ਤੇ ਚਰਚਾ ਕਿਤਾਬ ਉੱਤੇ ਕਰਾਂਗੇ। ਔਰ ਕਿਤਾਬ ਦੀ ਕਹਿ ਲਈ ਕਿ ਭੂਮਿਕਾ ਇਹ ਲਿਖੀ ਹੈ ਰਾਜਵਿੰਦਰ ਸਿੰਘ ਬੈਂਸ ਜੀ ਨੇ। ਤੁਸੀਂ ਜਿਵੇਂ ਮੇਰੀ ਸਕਰੀਨ ਦੇ ਉੱਤੇ ਦੇਖ ਰਹੇ ਹੋ, ਰਾਜਵਿੰਦਰ ਸਿੰਘ ਬੈਂਸ ਜੀ ਨੇ ਲਿਖੀ ਹੈ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਨੀਅਰ ਵਕੀਲ ਨੇ। ਔਰ ਇਸ ਕਿਤਾਬ ਬਾਰੇ ਸੌਖੇ ਤਰੀਕੇ ਨਾਲ, ਸੌਖੇ ਸ਼ਬਦਾਂ ਵਿੱਚ ਖੁਦ RS ਬੈਂਸ ਹੀ ਸਮਝਾ ਸਕਦੇ ਨੇ, ਜਿਨ੍ਹਾਂ ਨੇ ਭੂਮਿਕਾ ਵੀ ਪਿੱਛੇ ਲਿਖੀ ਹੈ ਵੀ ਕਿਤਾਬ 'ਚ ਲਿਖਿਆ ਕੀ ਹੈ, ਕਿਤਾਬ ਦੇ ਵਿੱਚ ਜੋ ਲਿਖਿਆ ਉਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਹਲਚਲ ਕਿਉਂ ਹੈ, ਇਹ ਸਿੱਖ ਕਾਕਸ ਹੈ ਕੀ। ਕਿਉਂਕਿ ਖੁਦ ਇਹਨਾਂ ਨੇ ਜੇ ਲਿਖਿਆ ਤਾਂ ਖੁਦ ਸਮਝਾ ਵੀ ਬੜੇ ਸੌਖੇ ਤਰੀਕੇ ਜਾਂ ਸੌਖੇ ਸ਼ਬਦਾਂ ਨਾਲ ਦੇਣਗੇ। ਤਾਂ ਦੂਸਰੇ ਪਾਸੇ ਚਰਚਾ ਕਰਾਂਗੇ ਸ਼ੰਭੂ ਦੀ ਵੀ, ਸ਼ੰਭੂ ਮੋਰਚੇ ਦੀ ਵੀ ਗੱਲ ਕਰਾਂਗੇ ਕਿ ਸ਼ੰਭੂ ਮੋਰਚੇ ਤੇ ਸਿੱਖ ਕਾਕਸ ਦਾ ਕੋਈ ਲੈਣ ਦੇਣ ਹੈਗਾ ਕਿ ਸ਼ੰਭੂ ਮੋਰਚਾ ਜਦੋਂ ਲੱਗਿਆ ਸੀ ਕਿ ਸਿੱਖ ਕਾਕਸ ਉਸ ਵਿੱਚ ਇੰਟਰਫੇਅਰ ਕਰਦੀ ਸੀ ਜਾਂ ਸਿੱਖ ਕਾਕਸ ਦਾ ਕੋਈ ਹੱਥ ਹੈਗਾ ਸੀ। ਗੱਲ ਤੱਥਾਂ ਦੇ ਉੱਤੇ ਕਰਾਂਗੇ, ਰਾਜਵਿੰਦਰ ਸਿੰਘ ਬੈਂਸ ਜੀ ਨਾਲ ਕਰਾਂਗੇ। ਔਰ ਜੋ ਮੋਰਚਾ ਲੱਗਿਆ ਕਿਸਾਨੀ ਦਾ ਮੋਰਚਾ, ਉਸ ਵਿੱਚ ਅਲੱਗ-ਅਲੱਗ ਤਰੀਕੇ ਨਾਲ ਗੱਲਾਂ ਵੀ ਉੱਠ ਕੇ ਆਉਂਦੀਆਂ ਨੇ ਕਿ ਵਾਕਈ ਹੀ ਕੋਈ 32 ਜਥੇਬੰਦੀਆਂ ਦੇ ਵਿੱਚ ਕੋਈ ਆਗੂ ਕੋਕਸੀ ਵੀ ਹੈ, ਕੋਈ ਸਿੱਖ ਕਾਕਸ ਨਾਲ ਵੀ ਸੰਬੰਧ ਰੱਖਦਾ ਹੈ। ਆਪਾਂ ਜਾਣਕਾਰੀ ਲਵਾਂਗੇ RS ਬੈਂਸ ਜੀ ਕੋਲ। ਬੈਂਸ ਸਾਹਿਬ, ਵਾਹਿ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਤੁਸੀਂ ਕਿਤਾਬ ਲਿਖੀ ਸੀ ਕਾਕਸ, ਪੀਟਰ ਫੈਡਰਿਕ ਨੇ ਲਿਖੀ ਹੈ, ਤੁਹਾਡੀ ਭੂਮਿਕਾ ਇਹਦੇ ਵਿੱਚ ਕਿਤਾਬ ਦੇ ਵਿੱਚ। ਹਾਂਜੀ, ਤੁਹਾਡੀ ਭੂਮਿਕਾ ਹੈ, ਕਿਉਂਕਿ ਤੁਸੀਂ ਇਹ ਭੂਮਿਕਾ ਲਿਖੀ ਹੈ ਤਾਂ ਤੁਸੀਂ ਦੱਸ ਵੀ ਸਕਦੇ ਹੋ ਕਿਤਾਬ ਬਾਰੇ, ਕਿਤਾਬ ਦਾ ਲਿਆਉਣ ਦਾ ਕਾਰਨ ਕੀ ਹੈ। ਜੇ ਕਿਲ੍ਹੇ ਦੀ ਇੱਥੇ ਘੇਰਾਬੰਦੀ ਹੋ ਗਈ ਸੀ ਤਾਂ ਕਿਹਨਾਂ ਨੇ ਸਮਰਪਣ ਕਰ ਦਿੱਤਾ ਵਾਸ਼ਿੰਗਟਨ ਵਿੱਚ? ਕਿਤਾਬ ਤਾਂ USA ਦਾ ਸਿਟੀਜ਼ਨ ਹੈ ਪੀਟਰ ਫੈਡਰਿਕ। ਉਹਨੇ ਕਈ ਮਹੀਨੇ ਪਹਿਲਾਂ ਮੈਨੂੰ ਇਹਦਾ ਡਰਾਫਟ ਭੇਜਿਆ ਸੀ ਅਤੇ ਕਿਹਾ ਸੀ ਕਿ ਤੁਸੀਂ ਇਸਦਾ ਕੋਈ ਕਮੈਂਟ ਕਰੋ। ਤਾਂ ਉਹ ਮੈਂ ਕਮੈਂਟ ਭੇਜੇ ਸੀ ਤਾਂ ਭੁੱਲ ਭੱਲ ਗਿਆ ਸੀ, ਤਾਂ ਹੁਣ ਕਿਤਾਬ ਛਪ ਗਈ ਹੈ ਅਤੇ ਇਸ ਕਰਕੇ ਉਹ
ਥੋੜ੍ਹਾ ਜਿਹਾ ਰੌਲਾ ਪੈ ਗਿਆ। ਕਿਤਾਬ ਇਹ ਹੈਗੀ ਹੈ ਕਿ ਉੱਥੇ ਕੌਕਸ ਸਿਸਟਮ ਹੈ, US ਦੇ ਜਿਹੜੇ ਸੈਨੇਟਰਸ ਹੈ, ਜਿੱਦਾਂ ਸਾਡੇ ਐਮਪੀਜ਼ ਹੁੰਦੇ ਆ ਪਾਰਲੀਮੈਂਟ ਦੇ, ਤਾਂ USA ਦੇ ਵਿੱਚ ਉੱਥੇ ਲੌਬਿੰਗ ਬੜੀ ਇੰਪੋਰਟੈਂਟ ਪਾਰਟ ਹੈ। ਵੱਡੇ ਵੱਡੇ ਦੇਸ਼ US ਨੂੰ ਇਨਫਲੂਐਂਸ ਕਰਨ ਲਈ, ਉਹਨਾਂ ਦੀ ਪਾਲਿਸੀ ਨੂੰ ਇਨਫਲੂਐਂਸ ਕਰਨ ਲਈ, ਯੂਨਾਈਟਿਡ ਸਟੇਟਸ ਪ੍ਰੈਜ਼ੀਡੈਂਟ ਦੇ ਕੋਲ ਆਪਣੀ ਇਫੈਕਟਿਵ ਵੌਇਸ ਪਹੁੰਚਾਉਣ ਲਈ ਉਹਨਾਂ ਨੇ ਗਰੁੱਪਸ ਆਫ ਐਮਪੀਜ਼ ਨੂੰ ਸਪੋਰਟ ਕਰਦੇ ਨੇ, ਉਹਨਾਂ ਦੀ ਸਪੋਰਟ ਲੈਂਦੇ ਨੇ, ਉਹਨਾਂ ਨੂੰ ਕਨਵਿੰਸ ਕਰਦੇ ਨੇ, ਤਾਂ ਕੁਛ ਨਾ ਕੁਛ ਗਰੁੱਪ ਬਣਾ ਲੈਂਦੇ ਨੇ। ਉਹਨਾਂ ਨੂੰ ਆਪਾਂ ਕੌਕਸ ਕਹਿੰਦੇ ਹਾਂ। ਕਾਫੀ ਦੇਰ ਤੋਂ 30-35 ਸਾਲ ਤੋਂ ਉੱਥੇ ਇੱਕ ਇੰਡੀਆ ਕੌਕਸ ਆਪਰੇਟ ਕਰ ਰਿਹਾ। ਕੁਛ ਐਮਪੀਜ਼ ਹੈ ਜਿਹੜੇ ਕਿ ਇੰਡੀਆ ਦੇ ਬਿਹਾਫ 'ਤੇ ਜਾਂ ਇੰਡੀਆ ਦਾ ਜਿਹੜਾ ਵਿਊ ਪੁਆਇੰਟ ਹੈ, ਤਾਂ ਇੰਡੀਆ ਜਿਹੜਾ ਪੱਖ ਹੈ ਉਹ ਰੱਖਦੇ ਆ ਆਪਣੇ ਪਾਰਲੀਮੈਂਟ ਦੇ ਵਿੱਚ। ਬੜੀ ਵਾਰੀ ਰੈਜ਼ੋਲੂਸ਼ਨ ਹੀ ਪਾਸ ਹੁੰਦੇ ਨੇ। ਪਾਕਿਸਤਾਨ ਦਾ ਆਪਣਾ ਕੌਕਸ ਹੋਏਗਾ, ਉਹਦਾ ਮੈਨੂੰ ਪਤਾ ਨਹੀਂ, ਬਟ ਇਹ ਕਿਤਾਬ ਹੈਗੀ ਹੈ ਸਿੱਖ ਕੌਕਸ, ਜਿਹੜਾ ਕਿ ਅਬਾਊਟ 10-12 ਸਾਲ ਪਹਿਲਾਂ ਉੱਥੇ ਬਣਿਆ। ਉਹਨਾਂ ਨੇ ਵੀ ਕੁਛ ਐਮਪੀਜ਼ ਬੜਾ ਰੌਲਾ ਪਾਇਆ, ਬਟ ਇਹ ਕਿਤਾਬ ਦਾ ਜਿਹੜਾ ਡਾਊਟਫੁਲ ਜਿਹੜਾ ਕ੍ਰੀਏਟ ਕਰਦਾ ਕਿ ਜਿਹੜਾ ਸਿੱਖ ਕੌਕਸ ਹੈ, ਸਿੱਖਸ ਦੇ ਨਾਮ 'ਤੇ ਬਣਿਆ ਗਰੁੱਪ ਆਫ ਐਮਪੀਜ਼, ਉਹ ਐਮਪੀਜ਼ ਯੂਜਲੀ ਇਨ ਕੋਆਰਡੀਨੇਸ਼ਨ ਵਿਦ ਇੰਡੀਆ ਕੌਕਸ ਕੰਮ ਕਰਦੇ ਨੇ। ਉਹ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਘੱਟ ਗੱਲ ਕਰਦੇ ਨੇ, ਉਹ ਸਿੱਖਾਂ ਦੇ ਵਿੱਚ ਜੋ ਕਾਂਡ ਹੋਇਆ 84 ਵਿੱਚ ਉਹਦੀ ਘੱਟ ਗੱਲ ਕਰਦੇ ਨੇ। ਰਾਦਰ ਉਹਨਾਂ ਨੇ ਇੱਕ ਬਣਾਇਆ ਹੋਇਆ ਕਿ ਅਸੀਂ ਨਾ ਲੋਕਲ ਸਿੱਖਾਂ ਦੇ ਹੱਕਾਂ ਦੀ ਉਹ ਗੱਲ ਕਰਨੀ ਹੈ, ਦੈਟ ਮੀਨਸ USA ਦੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਨੀ ਹੈ। ਅਤੇ ਉਹਦੇ ਨਾਲ ਇੱਕ ਪ੍ਰੋਬਲਮ ਆ ਜਾਂਦੀ ਹੈ, ਕਿਉਂਕਿ ਜਿਹੜੇ ਸਿੱਖ ਹੈ ਉਹ ਤਾਂ ਇੱਕ ਵਰਲਡ ਕਮਿਊਨਿਟੀ ਹੈ। ਸਭ ਤੋਂ ਜ਼ਿਆਦਾ ਸਿੱਖ ਪੰਜਾਬ ਵਿੱਚ ਰਹਿੰਦੇ ਨੇ। ਸੋ ਇਸ ਕਰਕੇ ਜੇ ਤੁਸੀਂ ਕਹੋ ਓਵਰਵੈਲਮਿੰਗ ਮੈਜੋਰਿਟੀ ਸਿੱਖਾਂ ਦੇ ਜਿਹੜੇ ਹੱਕ ਹੈ ਉਹ ਇੰਡੀਆ ਦੇ ਵਿੱਚ ਹੈ, ਔਰ ਪੰਜਾਬ ਸਟੇਟ ਆਫ ਇੰਡੀਆ ਦੇ ਵਿੱਚ ਹੈ। ਅਤੇ ਜੇ ਤੁਸੀਂ ਉਹਨਾਂ ਦੀ ਗੱਲ ਨਹੀਂ ਕਰਦੇ ਹੋ, USA ਦੀ ਜਿਹੜੀ ਪਾਲਿਸੀ ਹੈ ਉਹ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰਦੀ ਹੈ। USA ਦਾ ਜਿਹੜਾ ਪ੍ਰੈਸ਼ਰ ਹੈ, ਇਨਫਲੂਐਂਸ ਹੈ, ਉਹ ਵਾਕਿਆ ਹੀ ਵਰਲਡ ਵਾਈਡ ਹੈ, ਔਰ ਇੰਡੀਅਨ ਗਵਰਨਮੈਂਟ 'ਤੇ ਵੀ ਉਹਦਾ ਕਾਫੀ ਵੱਡਾ ਪ੍ਰਭਾਵ ਹੈ। ਤਾਂ ਇਹ ਬੁੱਕ ਦਾ ਕਹਿਣ ਦਾ ਇਹ ਮਕਸਦ ਸੀ ਕਿ ਸਿੱਖ ਕੌਕਸ ਨੂੰ ਸਿੱਖਾਂ ਦੇ ਕੋਰ ਮੁੱਦਿਆਂ ਨੂੰ ਛੱਡ ਕੇ ਕਾਸਮੈਟਿਕ ਮੁੱਦਿਆਂ ਦੀ ਥਾਂ 'ਤੇ, ਜਿਹੜੇ ਕਿ ਅਲਟੀਮੇਟਲੀ ਇੰਡੀਆ ਦੀ ਜਿਹੜੀਆਂ ਫੋਰਨ ਪਾਲਿਸੀਆਂ ਉਹਨੂੰ ਹੈਲਪ ਕਰਦੇ ਨੇ, ਇੰਡੀਆ ਕੌਕਸ ਦੇ ਜਿਹੜੇ ਏਜੰਡੇ ਨੂੰ ਪ੍ਰਮੋਟ ਕਰਦੇ ਨੇ, ਔਰ ਸਿੱਖ ਕਮਿਊਨਿਟੀ ਦੇ ਵਿੱਚ ਪੈਸੇ ਲੱਗਦੇ ਨੇ, ਸਿੱਖ ਕਮਿਊਨਿਟੀ ਦੇ ਐਸਟ ਲੱਗਦੇ ਨੇ, ਸਿੱਖ ਕਮਿਊਨਿਟੀ ਨੂੰ ਸਿੱਖ ਕੌਕਸ ਇਨਫਲੂਐਂਸ ਕਰਦਾ ਹੈ, ਮਗਰ ਉਹ ਸਿੱਖਾਂ ਦੇ ਜਿਹੜੇ ਕੋਰ ਮੁੱਦੇ ਆ ਉਹਨਾਂ ਨੂੰ ਬਿਲਕੁਲ ਟੱਚ ਨਹੀਂ ਕਰਦਾ, ਸਿੱਖਾਂ ਦੇ ਉੱਤੇ ਜ਼ੁਲਮ ਦੇ ਬਾਰੇ ਕੋਈ ਗੱਲ ਨਹੀਂ ਕਰਦਾ। ਬਟ ਇਸ ਕਹਿ ਕੇ ਕਿ ਜੀ ਅਸੀਂ ਤਾਂ ਸਿਰਫ ਲੋਕਲ ਇਸ਼ੂਜ਼ 'ਤੇ ਗੱਲ ਕਰਨੀ ਹੈਗੀ। ਲੋਕਲ ਇਸ਼ੂ ਅਮਰੀਕਾ ਵਿੱਚ ਸਿੱਖਾਂ ਦਾ ਕੁਛ ਵੀ ਨਹੀਂ ਹੈ ਕਿ ਪਗੜੀ ਬੰਨ੍ਹ ਲਈ ਨਹੀਂ ਬੰਨ੍ਹ ਲਈ, ਕਿਤੇ ਕਿਸੇ ਆਰਗੇਨਾਈਜੇਸ਼ਨ 'ਚ ਪਗੜੀ ਵਾਲੇ ਨੂੰ ਕੁਛ ਇਨਸਲਟ ਕਰਤਾ ਤਾਂ ਉਹਦੀ ਗੱਲ ਕਰਤੀ। ਛੋਟੇ ਇਸ਼ੂ ਹੈ, ਇਹ ਕੋਈ ਵੱਡਾ ਸਿੱਖਾਂ ਦਾ ਉੱਦਾਂ ਦਾ ਇਸ਼ੂ ਨਹੀਂ ਹੈ ਜਿੱਦਾਂ ਕਿ ਸਿੱਖ ਇੰਨੀ ਦੇਰ ਤੋਂ ਘੱਟੋ ਘੱਟ 84 ਤੋਂ ਬਾਅਦ ਸਿੱਖ ਕੰਟੀਨਿਊਸਲੀ ਕੋਸ਼ਿਸ਼ ਕਰ ਰਿਹਾ ਕਿ ਘੱਟੋ ਘੱਟ 84 ਦੇ ਜਿਨ੍ਹਾਂ ਨੇ ਪਰਪੈਟਰੇਟਰਸ ਹੈ ਵਾਇਲੈਂਸ ਦੇ, ਉਹਨਾਂ ਨੂੰ ਸਜ਼ਾ ਮਿਲੇ। ਇਹ ਮੁੱਦਾ ਨਹੀਂ ਆਉਂਦਾ। ਫਿਰ ਸੈਲਫ ਡਿਟਰਮੀਨੇਸ਼ਨ ਕਹਿ ਲਓ, ਮੋਰ ਪਾਵਰ ਕਹਿ ਲਓ ਪੰਜਾਬ ਦੀਆਂ, ਤਾਂ ਕਿ ਪੰਜਾਬ ਦੇ ਵਿੱਚ ਲੋਕ ਹੀ ਆਪਣਾ ਫਿਊਚਰ ਆਪਣੇ ਹਿਸਾਬ ਨਾਲ ਡਿਟਰਮਿਨ ਕਰ ਸਕੇ, ਉਹ ਗੱਲਾਂ ਨਹੀਂ ਹੁੰਦੀਆਂ। ਤਾਂ ਉਸ ਕਰਕੇ ਇਹਨਾਂ ਨੇ ਇਹ ਕਿਤਾਬ ਦੇ ਵਿੱਚ ਉਹਨਾਂ ਨੇ ਕਾਫੀ ਤੱਥ ਇਕੱਠੇ ਕਰਕੇ ਉਹਨਾਂ ਬੰਦਿਆਂ ਦੀ ਬੈਕਗਰਾਊਂਡ ਦੱਸਣ ਦੀ ਕੋਸ਼ਿਸ਼ ਕਰ ਰਹੇ ਜਿਹੜੇ ਕਿ ਸਿੱਖ ਕੌਕਸ ਕਮੇਟੀ ਨੂੰ ਸਪੋਰਟ ਕਰ ਰਹੇ ਨੇ। ਉਹਨਾਂ ਨੇ ਆਰਗੇਨਾਈਜ਼ ਕੀਤਾ ਸਿੱਖ ਕੌਕਸ, ਅਤੇ ਉਹ ਬੜਾ ਜ਼ਿਆਦਾ ਆਪਣੀ ਅਚੀਵਮੈਂਟ ਮੰਨਦੇ ਨੇ। ਬਟ ਜੇ ਤੁਸੀਂ ਉਹਨਾਂ ਦੀ ਐਕਚੁਅਲ ਅਚੀਵਮੈਂਟ ਦੇਖੋ ਤਾਂ ਉਹ ਅਚੀਵਮੈਂਟ ਫਾਇਦਾ ਉਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਜ਼ਿਆਦਾ ਫਾਇਦਾ ਉਸ ਸਿੱਖ ਕੌਕਸ ਦਾ, ਤਾਂ ਸਿੱਖਾਂ ਨੂੰ ਉਸ ਦਾ ਘੱਟ ਫਾਇਦਾ। ਅੱਛਾ ਸਰ, ਸਿੱਖ ਕੌਕਸ ਜਿਵੇਂ ਕਿਤਾਬ ਹੈ, ਇਸ ਨੂੰ ਲੈ ਕੇ ਬੜੀ ਚਰਚਾ ਬਣੀ ਹੋਈ ਹੈ, ਸਿੱਖਾਂ ਦੇ ਵਿੱਚ ਚਰਚਾ ਬਣੀ ਹੋਈ ਹੈ। ਲਿਖਿਆ ਕਿ ਜਿਵੇਂ ਤੁਸੀਂ ਜਾਣਕਾਰੀ ਦੇ ਰਹੇ ਹੋ ਕਿ ਜੋ ਸਿੱਖ ਕੌਕਸ ਉੱਥੇ ਬਣਿਆ ਅਮਰੀਕਾ ਦੇ ਵਿੱਚ, ਜਿਹੜੇ ਪੰਜਾਬ ਵਿੱਚ ਸਿੱਖ ਰਹਿੰਦੇ ਨੇ, ਕਿ ਅਮਰੀਕਾ ਦਾ ਕੌਕਸ ਜੋ ਸਿੱਖ ਕੌਕਸ ਬਣਿਆ ਪੰਜਾਬ ਦੇ ਵਿੱਚ ਹੈਲਪ ਕਰ ਸਕਦਾ ਹੈ, ਕਿ ਸਿੱਖਾਂ ਦੀ ਆਵਾਜ਼ ਚੁੱਕ ਸਕਦਾ ਹੈ, ਕਿ ਹੁਣ ਕਿਸਾਨੀ ਮੋਰਚਾ ਲੱਗਿਆ ਕਿ ਉਹਨਾਂ ਨੇ ਆਵਾਜ਼ ਚੱਕੀ ਹੈ? ਦੇਖੋ, ਸਿੱਖ ਕੌਕਸ ਦਾ ਕਿਉਂਕਿ ਇਨਫਲੂਐਂਸ ਸਰਕਾਰ US ਗਵਰਨਮੈਂਟ 'ਤੇ ਹੁੰਦਾ, ਸਿੱਖ ਕੌਕਸ ਉਹਨਾਂ ਐਮਪੀਜ਼ ਨੂੰ ਲੌਬੀ ਕਰਦੇ ਆ, ਐਡਵੋਕੇਟ ਕਰਦੇ ਆ, ਸਮਝਾਉਂਦੇ ਆ, ਡਾਕੂਮੈਂਟੇਸ਼ਨ ਦਿੰਦੇ ਆ, ਅਤੇ ਕਿਸੇ ਤਰੀਕੇ ਨਾਲ ਉਹਨਾਂ ਦੇ ਇਲੈਕਸ਼ਨ ਫੰਡਿੰਗ ਕਰਦੇ ਆ ਤਾਂ ਕਿ ਉਹ ਇਨਫਲੂਐਂਸ ਹੋ ਕੇ ਉਹਨਾਂ ਦੇ ਗੱਲ US ਕਾਂਗਰਸ ਵਿੱਚ ਰੱਖਣ, ਅਤੇ ਉਸ ਦਾ ਫਿਰ ਪ੍ਰੈਜ਼ੀਡੈਂਟ ਆ USA ਉਹੋ ਜਿਹੀਆਂ ਪਾਲਿਸੀਆਂ ਬਣਾਉਣ। ਅਤੇ ਸਰਟਨਲੀ US ਗਵਰਨਮੈਂਟ ਜੇ ਪ੍ਰੈਸ਼ਰਾਈਜ਼ ਦੀ ਐਬਿਲਿਟੀ ਉਹਨਾਂ ਕੋਲ ਹੈਗੀ ਹੈ ਪ੍ਰੈਸ਼ਰਾਈਜ਼ ਕਰਨ ਦੀ ਗਵਰਨਮੈਂਟ ਆਫ ਇੰਡੀਆ ਨੂੰ, ਕਿ ਇੰਨੀ ਦੇਰ 'ਤੇ ਐਡੀ ਵੱਡੀ ਦੁਨੀਆ ਦੀ ਵਿਆਪਕ ਪ੍ਰੋਟੈਸਟ ਹੈਗੀ ਹੈ, ਇਹਨੂੰ ਮੰਨ ਲਓ ਕਿਸਾਨਾਂ ਦੀ ਡਿਮਾਂਡਸ, ਇਹਦੇ 'ਚ ਕੀ ਵੱਡੀ ਗੱਲ ਹੈ? ਤਾਂ ਕਿਉਂਕਿ ਈਵਨ ਫੋਰਨ ਇਨਫਲੂਐਂਸ ਫਰਕ ਤਾਂ ਪੈਂਦਾ ਹੀ ਹੈ। ਜਿੰਨਾ ਮੁਲਕ ਅਸੀਂ ਇਸ ਵੇਲੇ ਬਿਲਕੁਲ US ਫੋਰਨ ਪਾਲਿਸੀ ਦੇ ਹਿਸਾਬ ਨਾਲ ਕੰਮ ਕਰ ਰਹੇ ਨੇ। ਇੰਡੀਆ, ਇਜ਼ਰਾਈਲ, USA ਹੁਣ ਇੱਕ ਤਰ੍ਹਾਂ ਦੇ ਹਿਸਾਬ ਨਾਲ ਜੀਓ ਪੋਲੀਟਿਕਸ ਦੇ ਹਿਸਾਬ ਨਾਲ ਅਲਾਈਨਡ ਹੈ।
तो उस हिसाब नाल यूएसए कोल बहुत ज़्यादा परसुएसिव पावर भी है, वो कोर्सिव पावर ਨਾਲ ਤੁਹਾਨੂੰ ਡਰਾ ਵੀ ਸਕਦਾ ਹੈ ਤੇ ਵਾਕਿਆ ਹੀ ਕਿਸਾਨਾਂ ਦੀ ਮਦਦ ਵੀ ਕਰ ਸਕਦਾ ਹੈ ਜੇ ਉਹ ਚਾਹਣ। ਮਗਰ ਬਟ ਅਲਟੀਮੇਟਲੀ ਜਿਹੜਾ ਕਿਸਾਨਾਂ ਦਾ ਜਿਹੜਾ ਸਾਰੀ ਮੂਵਮੈਂਟ ਹੈ, ਜਿਹੜੀ ਕਿਸਾਨਾਂ ਦੀ ਅਪਰਾਈਜ਼ਿੰਗ ਹੈ, ਇਹ ਤਾਂ ਕਿਉਂਕਿ ਵਰਲਡ ਵਾਈਡ ਜਿਹੜੀਆਂ ਜਿਓ ਪੋਲੀਟੀਕਲ ਐਗਰੀਕਲਚਰ ਬਿਜ਼ਨਸ ਦੀਆਂ ਕੰਪਨੀਆਂ ਉਹਨਾਂ ਦੇ ਖਿਲਾਫ ਹੈ। ਉਹ ਕੰਪਨੀਆਂ ਐਕਚੁਅਲੀ ਯੂਐਸ ਗਵਰਨਮੈਂਟ ਨੂੰ ਵੀ ਇਨਫਲੂਐਂਸ ਕਰਦੀਆਂ, ਕੰਟਰੋਲ ਕਰਦੀਆਂ। ਸੋ ਮੈਨੂੰ ਕੋਈ ਉੱਦਾਂ ਦੀ ਹੋਪ ਨਹੀਂ ਹੈ ਕਿ ਸਿੱਖ ਕਾਕਸ ਦੀ ਐਕਟੀਵਿਟੀ ਨਾਲ ਕੋਈ ਯੂਐਸ ਗਵਰਨਮੈਂਟ ਕੋਈ ਵੱਡੀ ਸਪੋਰਟ ਕਰ ਪਾਏਗਾ ਸੰਯੁਕਤ ਕਿਸਾਨ ਮੋਰਚਾ ਨੂੰ ਜਾਂ ਕਿਸਾਨਾਂ ਦੇ ਅਪਰਾਈਜ਼ਿੰਗ ਨੂੰ, ਕਿਉਂਕਿ ਯੂਐਸਏ ਨੂੰ ਉਲਟਾ ਸਮਝਦਾ। ਯੂਐਸਏ ਦੀਆਂ ਕੰਪਨੀਆਂ ਨੇ ਯੂਐਸ ਗਵਰਨਮੈਂਟ ਨੂੰ ਕੰਟਰੋਲ ਕਰਦੀਆਂ, ਉਹ ਕਿਸਾਨਾਂ ਦੇ ਮੁੱਦੇ ਤੇ ਕਿਸਾਨਾਂ ਦੇ ਜਿਹੜਾ ਅਪਰਾਈਜ਼ਿੰਗ ਨੂੰ ਉਹ ਨਹੀਂ ਸਮਝਦੀਆਂ ਕਿ ਉਹਨਾਂ ਦੇ ਹੱਕ ਵਿੱਚ ਹੈ। ਉਹ ਤਾਂ ਇਹਨੂੰ ਖਤਮ ਕਰਾਉਣਾ ਚਾਹੁੰਦੀਆਂ। ਸਰਕਾਰ ਦੇ ਜਿਹੜੇ ਲਾਅ ਬਣੇ ਆ ਉਹਨਾਂ ਨੂੰ ਸਪੋਰਟ ਕਰਦੀ। ਅੱਛਾ ਸਰ, ਜਿਸ ਤਰੀਕੇ ਤੁਸੀਂ ਹੁਣ ਗੱਲ ਇਹ ਵੀ ਦੇਖੀ ਹੈ, ਇੱਕ ਹੋਰ ਸਵਾਲ ਪੈਦਾ ਹੋ ਜਾਂਦਾ ਕਿ ਜੇ ਸਿੱਖ ਕਾਕਸ ਬਣਿਆ, ਸਾਰਾ ਪੈਸਾ ਸਿੱਖਾਂ ਦਾ ਲੱਗਿਆ ਤੇ ਮਦਦ ਕੀ ਭਾਰਤ ਦੀ ਹੋ ਰਹੀ ਹੈ ਇਸ ਵਿੱਚ? ਇਹੀ ਕਿਤਾਬ ਦਾ ਜਿਹੜਾ ਕਨਕਲੂਜਨ ਕੱਢਣ ਦੀ ਕੋਸ਼ਿਸ਼ ਕਰ ਰਿਹਾ ਪੀਟਰ ਫੈਡਰਿਕ, ਉਹ ਬਿਲਕੁਲ ਇਹੋ ਜਿਹਾ ਕਨਕਲੂਜਨ ਹੈ ਕਿ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਸਭ ਤੋਂ ਜ਼ਿਆਦਾ ਰੌਲਾ ਪਾਉਂਦੀ ਹੈ ਕਿ ਅਸੀਂ ਸਿੱਖਾਂ ਦੇ ਇੰਟਰਸਟ ਲਈ ਕੰਮ ਕਰਦੇ ਨੇ, ਤੇ ਇਸ ਕਰਕੇ ਸਿੱਖਾਂ ਦੇ ਗੁਰਦੁਆਰਾ ਸਿੱਖ ਆਰਗੇਨਾਈਜੇਸ਼ਨ ਉਹਨਾਂ ਨੂੰ ਸਪੋਰਟ ਕਰਦੀ ਹੈ, ਇੱਦਾਂ ਹੀ ਉਹਨਾਂ ਦੀ ਫੰਡਿੰਗ ਆਉਂਦੀ ਹੈ। ਮਗਰ ਉਹਨਾਂ ਦਾ ਜਿਹੜਾ ਰੀਅਲ ਇੰਟੈਂਟ ਹੈ ਜਾਂ ਜਿਸ ਤਰ੍ਹਾਂ ਉਹ ਐਕਚੁਅਲੀ ਕੰਮ ਕਰ ਰਹੇ ਉਹਨਾਂ ਦੇ ਅਚੀਵਮੈਂਟਸ ਉਸ ਮੁੱਦੇ 'ਤੇ ਕੋਈ ਖਾਸ ਨਹੀਂ ਹੈ। ਤੇ ਇੰਨੇ ਲੰਬੇ ਦੇਰ ਤੋਂ ਕੰਮ ਕਰਨ ਦੇ ਬਾਵਜੂਦ ਵੀ ਜੇ ਤੁਸੀਂ ਉਹਨਾਂ ਨੇ ਉਹ ਰੈਜ਼ੋਲੂਸ਼ਨ ਤੱਕ ਉਹਨਾਂ ਨੇ ਨਹੀਂ ਸਪੋਰਟ ਕੀਤੇ ਜਾਂ ਉਹਨਾਂ ਨੇ ਨਹੀਂ ਹੈਲਪ ਕੀਤੀ, ਕਿਉਂਕਿ ਜਦੋਂ ਤੱਕ ਗੁਰਮੀਤ ਸਿੰਘ ਔਲਖ ਸੀ ਵਰਲਡ ਸਿੱਖ ਕੌਂਸਲ ਦੇ, ਉਹਨਾਂ ਨੇ ਪਤਾ ਨਹੀਂ ਕਿੰਨੇ ਇੱਕ ਵੱਡੀ ਕਿਤਾਬ ਛਪ ਗਈ, ਉਹਨਾਂ ਨੇ ਕਿੰਨਾ ਲੌਬਿੰਗ ਕਰਕੇ ਕਿੰਨੇ ਰੈਜ਼ੋਲੂਸ਼ਨ ਗਵਰਨਮੈਂਟ ਆਫ ਇੰਡੀਆ ਦੇ ਖਿਲਾਫ ਉੱਥੇ ਪਾਸ ਕਰਵਾਏ। ਵੇਅਰਐਜ਼ ਜੌਨ ਦੀ ਸਿੱਖ ਕਾਕਸ ਕਮੇਟੀ ਬਣੀ ਹੈ, ਉਦੋਂ ਤੇ ਉਹਨਾਂ ਦੇ ਇਨ ਟਰਮਸ ਆਫ, ਕਿਉਂਕਿ ਉਹਨਾਂ ਦਾ ਲਿਮਟਿਡ ਕੰਮ ਹੈ, ਉਹਨਾਂ ਨੇ ਉੱਥੇ ਕੋਈ ਇਨਕਲਾਬ ਤਾਂ ਲਿਆਉਣ ਨਹੀਂ ਦੇਣਾ, ਉਹਨਾਂ ਨੇ ਬੇਸਿਕਲੀ ਲੌਬਿੰਗ ਹੀ ਕਰਨੀ ਹੈ। ਤਾਂ ਉਹਨਾਂ ਦਾ ਜਿਹੜਾ ਵਰਕ ਹੈ ਰਿਫਲੈਕਟ ਹੁੰਦਾ ਕਿ ਯੂਐਸਏ ਨੇ ਕਿੰਨੇ ਕੁ ਰੈਜ਼ੋਲੂਸ਼ਨ ਇੰਡੀਆ ਦੇ ਔਰ ਸਿੱਖਾਂ ਦੇ ਹੱਕ ਵਿੱਚ ਪਾਏ ਹੈ। ਤਾਂ ਉਸ ਤੋਂ ਪਤਾ ਲੱਗਦਾ ਕਿ ਜਿਹੜੀ ਉਹਨਾਂ ਦੀ ਅਚੀਵਮੈਂਟ ਹੈ, ਤਾਂ ਉਸ ਤੋਂ ਪਹਿਲਾਂ ਜਿਹੜੀ ਵਰਲਡ ਸਿੱਖ ਕੌਂਸਲ ਲੈਡ ਬਾਈ ਡਾਕਟਰ ਗੁਰਮੀਤ ਸਿੰਘ ਔਲਖ ਵਿੱਚ ਜ਼ਮੀਨ ਅਸਮਾਨ ਦਾ ਫਰਕ। ਪਰ ਕਹਿੰਦੇ ਸੀ ਨੇ ਕਈ ਸਿੱਖ ਕਾਕਸ ਦੇ ਮੈਂਬਰ ਭਾਰਤ ਸਰਕਾਰ ਵਿੱਚ ਵੀ ਹੈਗੇ ਨੇ ਤੇ ਉਸ ਪਾਸੇ ਵੀ ਮੈਂਬਰ ਹੈਗੇ ਨੇ। ਨਹੀਂ, ਉਹ ਹੈਗੇ ਕਿ ਜਿਹੜੇ ਸਿੱਖ ਜਿਹੜੇ ਯੂਐਸ ਕਾਂਗਰਸ ਦੇ ਮੈਂਬਰ ਹੈ, ਉਹਨਾਂ ਵਿੱਚੋਂ ਜਿਹੜੇ ਮੈਂਬਰ ਇਹਨਾਂ ਨੇ ਲੌਬੀ ਕਰਕੇ ਸਿੱਖ ਕਾਕਸ ਪਾਏ ਹੈ, ਉਹਨਾਂ ਦਾ ਜਿਹੜਾ ਐਸਟੈਬਲਿਸ਼ ਵਿਊ ਪੁਆਇੰਟ ਹੈ ਉਹ ਬੜਾ ਕੋਆਰਡੀਨੇਟ ਕਰਦਾ ਵਿਦ ਇੰਡੀਆ ਕਾਕਸ ਦੇ ਮੈਂਬਰ। ਇੰਡੀਆ ਕਾਕਸ ਜਦੋਂ ਕਹਿੰਦੇ ਇਹ ਨਹੀਂ ਕਿ ਇੰਡੀਅਨ ਮੈਂਬਰ ਹੈ, ਉਹਦੇ ਵਿੱਚ ਬੇਸਿਕਲੀ ਯੂਐਸ ਸੈਨੇਟਰ। ਇਸ ਤਰ੍ਹਾਂ ਸਿੱਖ ਕਾਕਸ ਦੇ ਵਿੱਚ ਜਿਹੜਾ ਹੈਗੇ ਆ ਯੂਐਸ ਸੈਨੇਟਰ ਹੈ, ਬਟ ਉਹ ਸੈਨੇਟਰ ਦਾ ਵਿਊ ਪੁਆਇੰਟ, ਉਹਨਾਂ ਸੈਨੇਟਰ ਦਾ ਪਬਲਿਕ ਸਟੈਂਡਸ, ਜਿਹਨਾਂ ਨੂੰ ਸਪੋਰਟ ਕਰਦਾ, ਜਿਹੜੇ ਸਿੱਖ ਕਮੇਟੀ ਜਿਹਨਾਂ ਨੇ ਆਰਗੇਨਾਈਜ਼ ਕਰਦੇ ਆ, ਉਹਨਾਂ ਦੇ ਵਿੱਚ ਬੜੀ ਸੋਹਣੀ ਕੋਆਰਡੀਨੇਸ਼ਨ। ਤਾਂ ਇਸ ਕਰਕੇ ਵੇਅਰ ਜੇ ਤੁਸੀਂ ਸਿੱਖਾਂ ਦੇ ਕੋਰ ਮੁੱਦੇ ਦੇਖੋ ਤੇ ਇੰਡੀਅਨ ਗਵਰਨਮੈਂਟ ਦਾ ਸਟੈਂਡ ਦੇਖੋ, ਉਹਦਾ ਵਿੱਚ ਤਾਂ ਇਨਹਰੈਂਟ ਕੌਨਫਲਿਕਟ ਹੈ। ਸਿੱਖ ਜ਼ਿਆਦਾ ਪਾਵਰ ਚਾਹੁੰਦੇ ਆ ਪੰਜਾਬ ਸਟੇਟ ਨੂੰ, ਸਿੱਖ ਚਾਹੁੰਦੇ ਆ ਪ੍ਰੋਸੀਕਿਊਸ਼ਨ ਆਫ 84 ਦੇ ਜਿਹੜੇ ਕ੍ਰਿਮੀਨਲਸ ਹੈਗੇ ਆ, ਸਿੱਖ ਚਾਹੁੰਦੇ ਆ ਕਿ ਜਿਹੜੇ ਸਾਰੇ ਜਿਹੜੇ ਰਾਈਟਸ ਹੈ ਸਟੇਟਸ ਨੂੰ ਆਲਮੋਸਟ ਉੱਦਾਂ ਦਿਓ, ਸਪੈਸ਼ਲ ਸਟੇਟਸ ਜਿੱਦਾਂ ਕਸ਼ਮੀਰ ਨੂੰ ਮਿਲਿਆ ਸੀ, ਉਹ ਚਾਹੁੰਦੇ ਕਿ ਸਾਰੇ ਹੀ ਸਟੇਟਸ ਨੂੰ ਉੱਦਾਂ ਦਾ ਸਟੇਟਸ ਦਿਓ, ਤਾਂ ਹੀ ਇੱਥੇ ਟਰੂਲੀ ਫੈਡਰਲ ਸਟਰਕਚਰ ਹੋਏਗਾ, ਤਾਂ ਹੀ ਇਸ ਹਿੰਦੁਸਤਾਨ ਤਰੱਕੀ ਕਰੇਗਾ। ਇਹ ਸਾਰੇ ਮੁੱਦਿਆਂ ਦੇ ਉੱਤੇ ਜਿਹੜਾ ਇੰਡੀਆ ਦਾ ਸਟੈਂਡ ਬਿਲਕੁਲ ਅਲੱਗ ਹੈ। ਉਹ ਤਾਂ ਇੱਕ ਤਰ੍ਹਾਂ ਦਾ ਯੂਨਿਟਰੀ, ਜਿੰਨੀ ਪਾਵਰ ਸੈਂਟਰਲ ਗਵਰਨਮੈਂਟ ਆਪਣੇ ਹੱਥਾਂ ਵਿੱਚ ਲਈ ਜਾ ਰਿਹਾ ਹੈਗਾ। ਤਾਂ ਇਸ ਕਰਕੇ ਜਿਹੜਾ ਉਹਨਾਂ ਦਾ ਬੇਸਿਕ ਫੋਰਨ ਪਾਲਿਸੀ ਬੜੀ ਕੌਨਫਲਿਕਟ ਕਰਦੀ ਹੈ ਸਿੱਖਾਂ ਦੇ ਜਿਹੜੇ ਡਿਮਾਂਡਸ ਦੀ। तो ऑब्वियसली जे सिख कॉकस और इंडिया कॉकस अखां तो अख इक्को तरीके नाल देखते हैं, इक्को तरह के उन्होंने इक्को जे MPs और ਜਿਹੜੇ सैनेटर्स है वो कॉमन होण ਜਾਂ ਉਹਨਾਂ ਦੀ व्यू पॉइंट सेम होए तो फिर ਉਹ ਘੱਟੋ ਘੱਟ ਸਿੱਖਾਂ ਦਾ ਇੰਟਰਸਟ ਕਿਵੇਂ ਦੇਖਣਗੇ। ਸਰ ਸਿੱਖ ਕੌਕਸ ਦਾ ਸਮੇਤ ਸਿੰਘ ਸੈਣੀ ਨਾਲ ਕੀ ਤਾਲੁਕਾਤ ਹੈ? ਇਹ ਵੀ ਚਰਚਾ ਬਣੀ ਹੋਈ ਸੀ, ਲਗਾਤਾਰ ਸੋਸ਼ਲ ਮੀਡੀਆ ਤੇ ਚੱਲੀ ਹੋਈ ਸੀ ਵੀ ਗੱਲ। ਉਹ ਮੇਰੇ ਖਿਆਲ ਇਹਨਾਂ ਦਾ ਜਿਹੜੇ ਹੈਗੇ ਉਹਨਾਂ ਦੇ ਪ੍ਰੈਜ਼ੀਡੈਂਟ ਜਾਂ ਡਾਕਟਰ ਪ੍ਰਿਤਪਾਲ, ਉਹਨਾਂ ਦਾ ਉਹ ਰਿਸ਼ਤੇਦਾਰ ਹੈ, ਉਹ ਸੈਣੀ ਹੈ, ਇਹ ਵੀ ਸੈਣੀ ਹੈ, ਉਹਨਾਂ ਦਾ ਕੋਈ ਨੇੜੇ ਦਾ ਰਿਸ਼ਤਾ ਇਹਨਾਂ ਨੇ ਐਕਸਪਲੇਨ ਕੀਤਾ ਬੁੱਕ ਵੀ ਸਾਰਾ ਰਿਸ਼ਤਾ। ਇਹ ਜੋ ਜਿਹਨਾਂ ਕਿਤਾਬ ਲਿਖੀ ਹੈ, ਜਾਂ ਤੁਸੀਂ ਸੈਣੀ ਦੀ ਗੱਲ ਕਰ ਰਹੇ ਹੋ ਜਾਂ ਪ੍ਰਿਤਪਾਲ ਦੀ ਗੱਲ ਕਰ ਰਹੇ ਹੋ, ਕਿ ਵਾਕਈ ਹੀ ਜੋ 2013 ਦੇ ਵਿੱਚ ਅਸੀਂ ਕੌਕਸ ਬਣ ਜਾਂਦਾ, ਉਸ ਤੋਂ ਬਾਅਦ ਕੀ ਮੁੱਦੇ ਉਠਾ ਪਾਏ ਨੇ ਜੋ ਪੰਜਾਬ ਦੇ ਮੁੱਦੇ ਹੈਗੇ ਨੇ? ਜੇ ਪੰਜਾਬ ਦੀ ਆਪਾਂ ਗੱਲ ਕਰੀਏ, ਜਿਵੇਂ ਜ਼ਿਕਰ ਵੀ ਆਉਂਦਾ ਕਿ ਤੁਸੀਂ ਕਹਿੰਦੇ ਕਿ ਲੋਕਲ ਮੁੱਦੇ ਚੱਕ ਸਕਦੇ ਨੇ, ਤਾਂ ਫਿਰ ਸਿੱਖ ਕੌਕਸ ਕੀ ਵਾਕਈ ਪੰਜਾਬ ਵਾਸਤੇ ਵੀ ਪੰਜਾਬ ਦੇ ਮੁੱਦੇ ਉੱਥੇ ਚੱਕ ਸਕਦੇ ਨੇ? ਦੇਖੋ, ਪੰਜਾਬ ਦੇ ਮੁੱਦੇ ਸਪੈਸੀਫਿਕਲੀ ਤਾਂ ਕੀ ਸਿੱਖ ਸਕਦੇ, ਉਹ ਬੇਸਿਕਲੀ ਕੌਕਸ ਨੇ ਤਾਂ US ਗਵਰਨਮੈਂਟ ਦੀਆਂ ਪਾਲਿਸੀਜ਼ ਨੂੰ ਡਿਟਰਮਿਨ ਕਰਨਾ, ਉਹਨਾਂ ਨੂੰ ਇਨਫਲੂਐਂਸ ਕਰਨਾ।
ਤੇ ਉਹਨਾਂ ਦੇ ਜਿਹੜੇ ਰੈਜ਼ੋਲੂਸ਼ਨ ਹੈ ਉਹ ਗਵਰਨਮੈਂਟ ਦੀ ਪਾਲਿਸੀ ਨੂੰ ਇਨਫਲੂਐਂਸ ਕਰਦੇ ਨੇ। USA ਦੀ ਪਾਲਿਸੀ qua ਗਵਰਨਮੈਂਟ ਆਫ ਇੰਡੀਆ ਕੀ ਹੋਣੀ ਚਾਹੀਦੀ ਹੈ, ਕੀ ਸਪੈਸੀਫਿਕ ਇਸ਼ੂ ਹਾਈਲਾਈਟ ਕਰ ਸਕਦੇ ਆ। ਤੁਸੀਂ ਦੇਖਿਆ ਹੋਣਾ ਹਿਊਮਨ ਰਾਈਟਸ ਇਸ਼ੂ ਤੇ US ਗਵਰਨਮੈਂਟ ਕਿੰਨੇ ਹੋਰ ਦੇਸ਼ਾਂ ਦੇ ਇੰਟਰਨਲ ਅਫੇਅਰਸ ਤੇ ਕਮੈਂਟ ਵੀ ਕਰਦੀ ਹੈ, ਇੰਟਰਫੇਅਰ ਵੀ ਕਰਦੀ ਹੈ, ਔਰ USA ਜੋ ਕਰਦੀ ਹੈ ਉਹੀ ਅਲਟੀਮੇਟਲੀ UN ਨੂੰ ਕਰਨ ਲੱਗ ਪੈਂਦਾ ਹੈ। ਕ੍ਰਿਮੀਨਲ ਕੋਰਟਸ ਤੱਕ ਇਹਨਾਂ ਨੇ ਬਣਾ ਲਿਆ, ਜਿਸ ਕੰਟਰੀ ਦਾ ਡਿਸਾਈਡ ਕਰ ਲੈਂਦੇ ਕਿ ਉਹਨਾਂ ਦੇ ਲੀਡਰਾਂ ਨੂੰ ਪਨਿਸ਼ ਕਰਨਾ ਹੈ, ਪਨਿਸ਼ ਕਰੇ ਦਿੰਦੇ ਆ। ਇਹੀ ਇੰਪੋਰਟੈਂਸ ਹੈ USA ਦੀ। ਇਸੇ ਲਈ ਉੱਥੇ ਸਿੱਖ ਕਾਕਸ ਦੀ ਲੋੜ ਵੀ ਹੈਗੀ ਹੈ ਜਾਂ ਲੌਬਿੰਗ ਦੀ ਲੋੜ ਵੀ ਹੈ। ਮਗਰ ਜੇ ਉਹ ਸਿੱਖ ਕਾਕਸ ਇਹੋ ਜਿਹਾ ਕੰਮ ਕਰੇ ਜਿਹੜਾ ਕਿ ਇੰਡੀਅਨ ਗਵਰਨਮੈਂਟ ਦਾ ਹੀ ਏਜੰਡਾ ਪੂਰਾ ਹੁੰਦਾ ਹੈ, ਤਾਂ ਫਿਰ ਤਾਂ ਉਹਨੂੰ ਸਿੱਖ ਕਾਕਸ ਨਾ ਕਹਿਣਾ ਚਾਹੀਦਾ ਤੇ ਉਹਨਾਂ ਨੂੰ ਇਮਾਨਦਾਰੀ ਨਾਲ ਦਾ ਨਾਮ ਬਦਲਣਾ ਚਾਹੀਦਾ। ਉਹ ਤਾਂ ਕਈ ਤਾਂ ਕਹਿ ਦੇਣ ਕਿ ਇੰਡੀਆ ਦਾ ਹੀ ਏਜੰਡਾ ਜਿਹੜਾ ਹੈਗਾ ਉਹ ਲੈ ਕੇ ਆਦੇ ਨੇ ਸਿੱਖ ਕਾਕਸ, ਫਿਰ ਕਿੱਥੋਂ ਉਮੀਦ ਕੀਤੀ ਜਾ ਸਕਦੀ ਹੈ ਸਿੱਖ ਕਾਕਸ ਤੋਂ? ਉਹਨਾਂ ਨੇ ਕਲੀਅਰ ਹੀ ਕਹਿਤਾ ਕਿ ਇਸ ਤਾਂ ਲੋਕਲ ਸਿੱਖਾਂ ਦੀ ਡਿਮਾਂਡ ਸੀ ਕੰਸੀਡਰ ਕਰਨੀ ਹੈ। ਤਾਂ ਲੋਕਲ ਸਿੱਖਾਂ ਤਾਂ USA ਸਿੱਖਾਂ ਦਾ ਬਹੁਤ ਛੋਟੇ ਇਸ਼ੂ ਹੈ। ਲੋਕਲ ਸਿੱਖ ਉੱਥੇ USA ਵੀ ਤਾਂ ਕੋਈ ਉਹੋ ਜਿਹਾ ਨਹੀਂ ਫੇਸ ਕਰ ਰਹੇ ਜਿਹੋ ਜਿਹੀ ਬਾਕੀ ਜਗ੍ਹਾ ਜਾਂ ਪੰਜਾਬ ਵਿੱਚ ਹੋ ਰਿਹਾ। ਤਾਂ ਇਸ ਕਰਕੇ ਜੇ ਤੁਸੀਂ ਪੰਜਾਬ ਦੇ ਸਿੱਖਾਂ ਦੇ ਹਿੱਤ ਬਾਰੇ ਨਹੀਂ ਸੋਚਦੇ, ਹੁਣ ਔਰ ਦੇ ਪੰਜਾਬ ਦੇ ਸਿੱਖਾਂ ਨੂੰ ਜੋ ਹੋਇਆ ਉਹਨੂੰ ਕਿਵੇਂ ਆਪਾਂ ਉਹਨੂੰ ਇਨਸਾਫ ਦਿਵਾਉਣਾ, ਜੇ ਉਹ ਤੁਹਾਡਾ ਏਜੰਡਾ ਨਹੀਂ ਹੈ ਤਾਂ ਫਿਰ ਘੱਟੋ ਘੱਟ ਹੋਰ ਤੁਸੀਂ ਕੀ ਕਰ ਸਕਦੇ? ਫਿਰ ਤੁਸੀਂ US ਪਾਲਿਸੀ ਜਾਂ US ਗਵਰਨਮੈਂਟ ਨੂੰ ਇਨਫਲੂਐਂਸ ਕਿਵੇਂ ਕਰੋਗੇ? ਸਿੱਖ ਕਾਕਸ ਦਾ ਮਤਲਬ ਹੀ ਹੁੰਦਾ ਕਿ ਉਹਨਾਂ ਦੀ ਮੇਜਰ ਪਾਲਿਸੀਜ਼, ਉਹਨਾਂ ਦੀ ਫੋਰਨ ਪਾਲਿਸੀ ਆਪਾਂ ਬਦਲਣੀ ਹੈ qua ਤੁਹਾਡੀ ਕਮਿਊਨਿਟੀ ਦੇ ਹੱਕ ਵਿੱਚ। ਇਹ ਕਿਉਂਕਿ ਅਲਟੀਮੇਟਲੀ ਕਮਿਊਨਿਟੀ ਸਪੋਰਟ ਤੁਸੀਂ ਬੜੇ ਐਕਸਟ੍ਰੀਮ ਸਲੋਗਨਸ ਨਾਲ ਹੀ ਗੈਦਰ ਕਰਦੇ ਹੋ। ਐਂਡ ਜਿਹੜੇ ਸਾਡੇ ਸਾਰੇ ਸਿੱਖ ਸੋ ਕਾਲਡ ਐਕਟਿਵਿਸਟ ਹੈਗੇ ਆ ਅਬਰੋਡ, ਉਹਨਾਂ ਨੂੰ ਇਹ ਸਲੋਗਨ ਬੜਾ ਭਾਲਦਾ, ਕਿਉਂਕਿ ਇਸ 'ਤੇ ਇਮੀਡੀਏਟਲੀ ਸਪੋਰਟ ਇਕੱਠੀ ਹੋ ਜਾਂਦੀ ਹੈ, ਫਾਈਨੈਂਸ਼ੀਅਲ ਸਪੋਰਟ ਵੀ ਇਕੱਠੀ ਹੋ ਜਾਂਦੀ ਹੈ, ਇਮੋਸ਼ਨਲ ਮਾਮਲਾ ਹੈਗਾ ਐਂਡ ਲੋਕੀ ਰਿਸਪੌਂਡ ਕਰਦੇ ਨੇ। ਇਹੀ ਮੇਰਾ ਮੇਜਰ ਡਿਫਰੈਂਸ ਹੈਗਾ ਕਿ ਸਲੋਗਨਿੰਗ, ਐਕਸਟ੍ਰੀਮ ਸਲੋਗਨ ਦੇਣਾ ਕਮਿਊਨਿਟੀ ਲਈ ਹਮੇਸ਼ਾ ਭਾਰੀ ਪੈਂਦਾ ਹੈ, ਖਤਰਨਾਕ ਹੁੰਦਾ ਹੈ, ਨੁਕਸਾਨ ਕਰਦਾ ਹੈ। ਹੁਣ ਆਪਾਂ ਸਰ ਗੱਲ ਕਰੀਏ ਕਿਸਾਨੀ ਮੋਰਚੇ ਦੀ, ਕਿ ਕਿਸਾਨੀ ਮੋਰਚੇ ਦੇ ਵਿੱਚ ਕੋਈ ਆਗੂ ਸਿੱਖ ਕਾਕਸ ਦਾ ਹੈਗਾ? ਇਹੀ ਇਹਨਾਂ ਨੇ ਇੱਕ ਚਿੱਠੀ ਜਿਹੜੀ ਰਾਦਰ ਸਿੱਖ ਕਾਕਸ ਨੇ ਤਾਂ ਬੜਾ ਜਿਹੜੀ ਸਿੱਖ ਕਾਕਸ ਸਪੋਰਟ ਕਮੇਟੀ ਹੈ ਉਹਨਾਂ ਨੇ ਤਾਂ ਬੜਾ ਜ਼ਿਆਦਾ ਪਬਲਿਕਲੀ ਕਿਹਾ ਸੀ ਕਿ ਸੰਯੁਕਤ ਕਿਸਾਨ ਮੋਰਚਾ ਨੇ ਸਾਨੂੰ ਸਪੋਰਟ ਦਿੱਤੀ ਹੈ, ਕਿਉਂਕਿ ਇਹਨਾਂ ਨੇ ਕਿਸਾਨ ਮੋਰਚੇ ਨੂੰ ਬਹੁਤ ਸਪੋਰਟ ਦਿੱਤੀ ਹੈ। ਜਦੋਂ ਚਿੱਠੀ ਤੁਸੀਂ ਮੈਂ ਦੇਖਿਆ ਨੈੱਟ 'ਤੇ, ਤਾਂ ਚਿੱਠੀ ਤਾਂ ਭੇਜੀ ਗਈ ਸੀ 13/12/2020 ਨੂੰ, ਐਂਡ ਭੇਜੀ ਗਈ ਹੈ ਮਿਸਟਰ ਬਲਦੇਵ ਸਿੰਘ ਨੇ, ਪ੍ਰਧਾਨ ਲੋਕ ਭਲਾਈ ਇਨਸਾਫ ਵੈਲਫੇਅਰ ਕਮੇਟੀ ਸੁਸਾਇਟੀ ਤੇ ਮੈਂਬਰ ਕੋਆਰਡੀਨੇਸ਼ਨ ਕਮੇਟੀ ਸੰਯੁਕਤ ਕਿਸਾਨ ਮੋਰਚਾ। ਜਦੋਂ ਅਸੀਂ ਸੰਯੁਕਤ ਕਿਸਾਨ ਮੋਰਚਾ ਦੇ ਲੀਡਰਸ਼ਿਪ ਨੂੰ ਪੁੱਛਿਆ ਕਿ ਤੁਹਾਡਾ ਕੋਈ ਲੈਟਰ ਪੈਡ ਹੈ, ਉਹ ਕਹਿੰਦੇ ਕਿ ਸਾਡਾ ਤਾਂ ਕੋਈ ਲੈਟਰ ਪੈਡ ਨਹੀਂ ਹੈ। ਅਸੀਂ ਤਾਂ ਜਦੋਂ ਪ੍ਰਾਈਮ ਮਿਨਿਸਟਰ ਨੂੰ ਵੀ ਚਿੱਠੀ ਲਿਖਦੇ ਹਾਂ ਤਾਂ ਉਹ ਬਿਲਕੁਲ ਸਿੰਪਲ ਸੰਯੁਕਤ ਕਿਸਾਨ ਮੋਰਚਾ ਸ਼ਬਦ ਹੀ ਲਿਖਦੇ ਹਾਂ, ਉਹਦੇ ਸਪੈਲਿੰਗ ਹੈਗੇ SAMYUKT। ਇਹ ਜਿਹੜਾ ਤੁਸੀਂ ਲੈਟਰ ਪੈਡ ਕਲੇਮ ਕਰਦਾ ਸਿੱਖ ਕਾਕਸ ਸਪੋਰਟ ਕਮੇਟੀ, ਉਹਦੇ ਤਾਂ ਸਪੈਲਿੰਗ ਵੀ ਬਹੁਤ ਗਲਤ ਹੈ, ਕਿਉਂਕਿ ਉਹਦੇ SANYUKT ਹੈ। ਇਹ ਸਪੈਲਿੰਗ ਜਿਹੜੇ ਘੱਟੋ ਘੱਟ ਹਿੰਦੁਸਤਾਨ ਦੇ ਜਿਹੜੇ ਕਿਸਾਨ ਲੀਡਰ ਕਹਿੰਦੇ ਅਸੀਂ ਕਦੀ ਇਸਤੇਮਾਲ ਨਹੀਂ ਕੀਤੇ। ਫਿਰ ਥੱਲੇ ਜਿਹੜਾ ਐਡਰੈਸ ਲਿਖਿਆ ਹੋਇਆ 141 ਵਿਲੇਜ ਖਨਵਾਲ, ਪੋਸਟ ਆਫਿਸ ਰੰਗਦੇਵ, ਤਹਿਸੀਲ ਅਜਨਾਲਾ, ਇਹ ਉਹਨਾਂ ਦਾ ਕੋਈ ਐਡਰੈਸ ਨਹੀਂ ਹੈ, ਨਾ ਹੀ ਉਹਨਾਂ ਦੇ ਕੋਈ ਰੈਫਰੈਂਸ ਨੰਬਰ। ਉਹਨਾਂ ਨੇ ਕਿਹਾ ਕਿ ਸਾਡਾ ਰੈਫਰੈਂਸ ਨੰਬਰ ਨਹੀਂ ਹੈ। ਰਾਦਰ ਉਹ ਕਹਿੰਦੇ ਕਿ ਅਸੀਂ ਕਿਸੇ ਨੂੰ ਆਥੋਰਾਈਜ਼ ਨਹੀਂ ਕੀਤਾ, ਕੋਈ ਸਿੰਗਲ ਸਪੋਕਸਮੈਨ ਨਹੀਂ ਹੈਗਾ ਸਾਡਾ ਕਿ ਜਿਹੜੇ ਸਾਡੇ ਬਿਹਾਫ 'ਤੇ ਇਹੋ ਜਿਹੇ ਕਿਸੇ ਨੂੰ ਸਰਟੀਫਿਕੇਟ ਦੇਵੇ ਜਾਂ ਪ੍ਰੇਜ਼ ਕਰੇ। ਉਹਨਾਂ ਨੇ ਮੈਨੂੰ ਕਾਪੀ ਭੇਜੀ ਜਿਹੜੀ ਉਹਨਾਂ ਨੇ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਈਮੇਲ ਕੀਤੀ ਹੈ। ਉਹਦੇ 'ਚ ਬੜਾ ਕਲੀਅਰ ਹੈ ਕਿ ਉਹ ਕੀ ਜਿਹੜੀ ਫਾਰਮੈਟ ਇਸਤੇਮਾਲ ਕਰਦੇ ਨੇ, ਔਰ ਉਹ ਸਾਰੇ ਇੱਕ ਬੰਦੇ ਵੱਲੋਂ ਨਹੀਂ ਹੈ। ਉਹਨਾਂ ਨੇ ਕਿਹਾ ਫॉर ਸੰਯੁਕਤ ਕਿਸਾਨ ਮੋਰਚਾ ਬਲਵੀਰ ਸਿੰਘ ਰਾਜੇਵਾਲ, ਦਰਸ਼ਨਪਾਲ, ਗੁਰਨਾਮ ਸਿੰਘ ਚਾਦੂਨੀ ਐਂਡ 5-7 ਹੋਰ ਲੀਡਰਾਂ ਦਾ, ਉਹਨਾਂ 'ਚ ਬਲਦੇਵ ਸਿੰਘ ਦਾ ਕੋਈ ਨਾਮ ਨਹੀਂ ਹੈਗਾ। ਸੋ ਕਲੀਅਰਲੀ ਹੈ ਕਿ ਜਿਹੜੇ ਚਿੱਠੀ ਦੇ ਆਧਾਰ 'ਤੇ ਸਿੱਖ ਕਾਕਸ ਸਪੋਰਟ ਕਮੇਟੀ ਕਲੇਮ ਕਰਦੀ ਹੈ ਕਿ ਅਸੀਂ ਕਿਸਾਨ ਮੂਵਮੈਂਟ ਹਿੰਦੁਸਤਾਨ ਅਤੇ ਪੰਜਾਬ ਨੂੰ ਬਹੁਤ ਸਪੋਰਟ ਦਿੱਤੀ ਹੈ, ਉਹ ਲੈਟਰ ਤਾਂ ਐਕਚੁਅਲੀ ਕਿਸਾਨ ਸੰਯੁਕਤ ਕਿਸਾਨ ਮੋਰਚਾ ਨੇ ਬਿਲਕੁਲ ਨਾ ਕਰਤਾ ਕਿ ਉਹਨਾਂ ਨੇ ਕੋਈ ਇਹੋ ਜਿਹੀ ਲੈਟਰ ਇਸ਼ੂ ਕੀਤੀ ਹੈਗੀ ਹੈ। ਔਰ ਜੇ ਤੁਸੀਂ ਸਿੱਧਾ ਵੀ ਦੇਖੋ, ਉਹਨਾਂ ਦਾ ਕੋਈ ਲੈਟਰ ਪੈਡ ਨਹੀਂ ਹਲੇ ਤੱਕ ਉਹਨਾਂ ਨੇ ਫਾਰਮੈਟ ਕੀਤਾ, ਉਹਨਾਂ ਦਾ ਕੋਈ ਪਰਮਾਨੈਂਟ ਐਡਰੈਸ ਨਹੀਂ ਹੈਗਾ, ਔਰ ਨਾ ਹੀ ਉਹਨਾਂ ਨੇ ਬਲਦੇਵ ਸਿੰਘ ਨੂੰ ਆਥੋਰਾਈਜ਼ ਕੀਤਾ। ਉਹਨਾਂ ਨੇ ਹਮੇਸ਼ਾ ਸੰਯੁਕਤ ਕਿਸਾਨ ਮੋਰਚਾ ਦਾ ਮਤਲਬ ਕਾਮਨ ਲੀਡਰਸ਼ਿਪ, ਸੰਯੁਕਤ ਲੀਡਰਸ਼ਿਪ। ਉਹਨਾਂ ਨੇ ਕੋਈ ਆਪਣਾ ਸਿੰਗਲ ਸਪੋਕਸਮੈਨ ਨਹੀਂ ਨਿਯੁਕਤ ਨਹੀਂ ਕੀਤਾ, ਉਹਨਾਂ ਨੇ ਕਿਸੇ ਨੂੰ ਆਥੋਰਾਈਜ਼ ਨਹੀਂ ਕੀਤਾ। ਨੈਗੋਸੀਏਸ਼ਨ ਵੀ ਸਾਰੀ ਲੀਡਰਸ਼ਿਪ ਇਕੱਠੀ ਕਰਦੀ ਹੈ।
ਜਦੋਂ ਚਿੱਠੀਆਂ ਲਿਖਦੇ ਉਹ ਵੀ ਸਾਰੀ ਇਕੱਠੀਆਂ ਲਿਖਦੇ ਆ ਔਰ ਇਹ ਕਲੀਅਰਲੀ ਉਹਨਾਂ ਦੀ ਸਾਰੀਆਂ ਈਮੇਲਸ ਉਹਨਾਂ ਨੇ ਦਿਖਾਈਆਂ ਜਿੱਥੇ ਉਹਨਾਂ ਨੂੰ ਲੱਗਦਾ ਕਿ ਇੱਕ ਵੀ ਈਮੇਲ ਇੱਕ ਬੰਦੇ ਵੱਲੋਂ ਨਹੀਂ ਹੈ, ਉਹਨਾਂ ਦੀ ਇੱਕ ਵੀ ਨੈਗੋਸੀਏਸ਼ਨ ਇੱਕ ਬੰਦੇ ਨਾਲ ਨਹੀਂ, ਉਹਨਾਂ ਦਾ ਕੋਈ ਕੋਆਰਡੀਨੇਸ਼ਨ ਜਾਂ ਪ੍ਰੈਜ਼ੀਡੈਂਟ ਨਹੀਂ ਹੈਗਾ ਸੰਯੁਕਤ ਕਿਸਾਨ ਮੋਰਚਾ ਦਾ। ਤਦ ਹੀ ਸੰਯੁਕਤ ਕਿਸਾਨ ਮੋਰਚਾ ਇੰਨਾ ਤਰੱਕੀ ਕਰ ਰਿਹਾ ਹੈ ਕਿ ਹਰ ਡਿਸੀਜਨ ਕਲੈਕਟਿਵਲੀ ਬੈਠ ਕੇ ਡਿਸਕਸ਼ਨ ਕਰਕੇ ਹੁੰਦਾ ਹੈ ਔਰ ਕਨਵੇ ਵੀ ਅੰਡਰ ਦਾ ਕਾਮਨ ਸਿਗਨੇਚਰਸ ਹੁੰਦਾ ਹੈ। ਐਂਡ ਇਸ ਕਰਕੇ ਕਿਸੇ ਇੱਕ ਬੰਦੇ ਨੂੰ ਕਲੇਮ ਕਰਨਾ ਜਾਂ ਇਹੋ ਜਿਹੀ ਚਿੱਠੀਆਂ ਇਸ਼ੂ ਕਰਨੀਆਂ ਬਿਲਕੁਲ ਹੀ ਤੁਸੀਂ ਕਹਿ ਸਕਦੇ ਹੋ ਕਿ ਬਿਲਕੁਲ ਅਨਆਥੋਰਾਈਜ਼ਡ ਹੈ। ਅੱਛਾ ਸਰ, ਇਹੀ ਚਿੱਠੀ ਸੀ ਜੋ ਬਾਹਰ ਪਹੁੰਚਾਈ ਗਈ ਹੈ। ਸਿੱਖ ਕਾਕਸ ਦੇ ਜੋ ਮੈਂਬਰ ਹੈਗੇ ਨੇ ਉਹਨਾਂ ਨੇ ਇਸੇ ਚਿੱਠੀ ਦਾ ਸਹਾਰਾ ਲਿਆ। ਮੈਂ ਫਿਰ ਕਹਾਂਗਾ ਵੀ ਦਿਖਾ ਦੇਣ। ਇਹ ਉਹ ਚਿੱਠੀ ਹੈ ਜੋ ਬਲਦੇਵ ਸਿੰਘ ਸਿਰਸਾ ਨੇ ਲਿਖੀ ਸੀ। ਇਸੇ ਚਿੱਠੀ ਨੂੰ ਬਾਹਰ ਪਹੁੰਚਾਇਆ ਗਿਆ। ਜੋ ਸਿੱਖ ਕਾਕਸ ਦੇ ਮੈਂਬਰ ਸਨ ਉਹਨਾਂ ਨੇ ਹਰ ਜਗ੍ਹਾ ਦੇ ਉੱਤੇ ਜਾ ਕੇ ਇਸ ਚਿੱਠੀ ਨੂੰ ਦਿਖਾਈ ਹੈ। ਉਹ ਦਿਖਾ ਕੇ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕ ਵਿੱਚ ਆ, ਪਰ ਸਪੈਲਿੰਗ ਜੋ ਤੁਸੀਂ ਦੇਖ ਰਹੇ ਹੋ ਸੰਯੁਕਤ ਦੇ, ਜੋ ਕਿਸਾਨ ਮੋਰਚਾ ਦਿੱਲੀ ਬੈਠਾ ਹੈ ਉਹਨਾਂ ਸਪੈਲਿੰਗ 'ਚ ਬੜਾ ਫਰਕ ਹੈ। ਉਹ ਸਭ ਤੋਂ ਵੱਡੀ ਗੱਲ ਹੈ ਕਿ ਜਿਵੇਂ ਬੈਂਸ ਸਾਹਿਬ ਕਹਿੰਦੇ ਨੇ ਕਿ ਉਹਨਾਂ ਦਾ ਲੈਟਰ ਹੈਡ ਹੀ ਨਹੀਂ ਹੈਗਾ। ਫਿਰ ਕਿਸ ਲੈਟਰ ਹੈਡ ਉੱਤੇ ਔਰ ਕਿੰਨੇ ਇਸ਼ੂ ਕਰ ਦਿੱਤੀ ਹੈ ਚਿੱਠੀ? ਥੱਲੇ ਸਾਈਨ ਤਾਂ ਬਲਦੇਵ ਸਿੰਘ ਸਿਰਸਾ ਨੇ, ਪਰ ਕਿਸ ਦੇ ਕਹਿਣ ਉੱਤੇ ਬਲਦੇਵ ਸਿੰਘ ਸਿਰਸਾ ਨੇ ਇਹ ਚਿੱਠੀ ਦੇ ਉੱਪਰ ਸਾਈਨ ਕੀਤੇ ਨੇ? ਕਿ ਵਾਕਈ ਇਹ ਚਿੱਠੀ ਪ੍ਰਿੰਟ ਹੋ ਕੇ ਬਾਹਰੋਂ ਆਈ ਸੀ, ਕਿਸੇ ਨੇ ਅਮਰੀਕਾ ਤੋਂ ਭੇਜੀ ਚਿੱਠੀ ਔਰ ਅੱਖਾਂ ਮੀਚ ਕੇ ਬਲਦੇਵ ਸਿੰਘ ਸਿਰਸਾ ਨੇ ਸਾਈਨ ਕਰ ਦਿੱਤੇ ਨੇ। ਸਰ, ਸਾਈਨ ਬਲਦੇਵ ਸਿੰਘ ਸਿਰਸਾ ਜੀ ਨੇ ਕੀਤੇ ਹੋਏ ਨੇ। ਕਿ ਵਾਕਈ ਲੱਗਦਾ ਜੋ ਤੁਸੀਂ ਮੈਂ ਦੂਜੀ ਚਿੱਠੀ ਵੀ ਦਿਖਾ ਦਿੰਦਾ, ਇਹ ਕਿਸਾਨ ਸੰਯੁਕਤ ਮੋਰਚਾ ਨੇ ਜੋ ਨਰਿੰਦਰ ਮੋਦੀ ਜੀ ਨੂੰ ਕੁਝ ਦਿਨ ਪਹਿਲਾਂ ਲੈਟਰ ਲਿਖਿਆ, ਸਪੈਲਿੰਗ ਤੁਸੀਂ ਦੇਖ ਸਕਦੇ ਹੋ, ਕਿਤੇ ਵੀ ਕਿਉਂ ਨਹੀਂ ਲਿਖਿਆ ਹੋਇਆ। ਔਰ ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਲੈਟਰ ਹੈਡ ਹੀ ਨਹੀਂ ਹੈਗਾ ਇਹਨਾਂ ਦਾ, ਤਾਂ ਕਿਉਂ ਨਹੀਂ ਲਿਖਿਆ ਹੋਇਆ? ਇਹ ਸਪੈਲਿੰਗ ਤੋਂ ਸਪੈਲਿੰਗ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਦੂਸਰੇ ਪਾਸੇ ਉੱਥੇ ਐਡਰੈਸ ਵੀ ਦਿੱਤਾ ਹੋਇਆ, ਜਦ ਕਿ ਇਸ ਵਿੱਚ ਕਿਤੇ ਵੀ ਐਡਰੈਸ ਨਹੀਂ ਦਿੱਤਾ ਹੋਇਆ। ਇਹ ਮੀਡੀਆ ਨੂੰ ਵੀ ਦਿੱਤੀ ਗਈ ਸੀ, ਬੈਂਸ ਸਾਹਿਬ ਕੋਲ ਵੀ ਆਈ ਹੈ ਚਿੱਠੀ। ਤਾਂ ਸਰ, ਮੇਰਾ ਇੱਕ ਸਵਾਲ ਹੈ ਕਿ ਜੇ ਸਪੈਲਿੰਗ ਮੈਚ ਨਹੀਂ ਕਰਦੇ ਦੋਨਾਂ ਦੇ, ਫਿਰ ਇਹ ਜੋ ਬਲਦੇਵ ਸਿੰਘ ਸਿਰਸਾ ਪਿੱਛੇ ਵੀ ਦੇਖ ਲਓ ਜੇ ਭੇਜਿਆ ਕਿੰਨੇ, ਤੁਸੀਂ ਇਹ ਵੀ ਦੇਖ ਲਓ, ਕਿਤੇ ਵੀ ਬਲਦੇਵ ਸਿੰਘ ਸਿਰਸਾ ਦਾ ਨਾਮ ਹੀ ਨਹੀਂ ਹੈਗਾ। ਜੇ ਸਰਕਾਰ ਨੂੰ ਚਿੱਠੀ ਲਿਖ ਕੇ ਭੇਜਣੀ ਹੁੰਦੀ ਹੈ ਤਾਂ ਇਹ ਬੰਦਿਆਂ ਦੇ ਨਾਮ ਹੁੰਦੇ ਨੇ ਥੱਲੇ, ਜੋ ਤੁਸੀਂ ਦੇਖ ਰਹੇ ਹੋ ਹਾਈਲਾਈਟ ਕੀਤਾ ਹੋਇਆ, ਯੈਲੋ ਮਾਰਕ ਕੀਤਾ ਹੈ ਉੱਪਰ। ਇਹ ਚਿੱਠੀ ਵਿੱਚ ਨਾਮ ਨਹੀਂ ਹੈਗਾ ਬਲਦੇਵ ਸਿੰਘ ਸਿਰਸਾ ਦਾ, ਤਾਂ ਫਿਰ ਸਿਰਸਾ ਸਾਹਿਬ ਨੇ ਚਿੱਠੀ ਦੇ ਸਾਈਨ ਕਿਵੇਂ ਕਰ ਦਿੱਤੇ? ਉਹ ਲੈਟਰ ਹੈਡ ਬਣਾਇਆ ਕਿੰਨੇ ਹੈ? ਕਿ ਇਹ ਲੈਟਰ ਹੈਡ ਜਾਲੀ ਹੈ? ਸਰ, ਲੈਟਰ ਹੈਡ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਸਪੈਲਿੰਗ ਦੀ, ਲੈਟਰ ਹੈਡ ਕੀ ਲੱਗਦਾ ਇੱਥੋਂ ਬਣਿਆ ਹੋ ਸਕਦਾ? ਕਿਉਂਕਿ ਤੁਸੀਂ ਕਿਉਂ ਦੀ ਵੀ ਗੱਲ ਕਰ ਰਹੇ ਸੀ ਵੀ ਕੇ ਨੂੰ ਕਿਉਂ ਵੀ ਲਿਖਿਆ ਜਾਂਦਾ ਹੈ। ਦੇਖੋ, ਜਦੋਂ ਕੋਈ ਫਰਜ਼ੀ ਲੈਟਰ ਬਣਾਈ ਜਾਂਦੀ ਨਾ, ਇਹ ਗਲਤੀਆਂ ਅਕਸਰ ਹੋ ਜਾਂਦੀਆਂ। ਜੇ ਤਾਂ ਆਥੈਂਟਿਕ ਲੈਟਰ ਹੁੰਦੀ ਫਿਰ ਤਾਂ ਕੋਈ ਵੱਡੀ ਗੱਲ ਨਹੀਂ ਸੀ। ਲੈਟਰ ਹੈਡ ਇੱਕ ਵਾਰ ਛਪ ਜਾਂਦਾ, ਬਾਰ-ਬਾਰ ਛਪਦਾ ਨਹੀਂ। ਸਪੈਲਿੰਗ ਦੀ ਗਲਤੀ ਕਦੀ ਨਹੀਂ ਹੁੰਦੀ। ਅਸੀਂ ਲੀਗਲ ਕੇਸਾਂ ਵਿੱਚ ਦੇਖਦੇ ਹਾਂ ਲੈਟਰ ਹੈਡ ਵਿੱਚ ਤਾਂ ਕਿਉਂਕਿ ਇੱਕ ਵਾਰੀ ਆਥੋਰਾਈਜ਼ ਲੈਟਰ ਹੈਡ ਛਪ ਜਾਏ ਉਹੀ ਲੈਟਰ ਹੈਡ ਚੱਲਦਾ। ਅਤੇ ਇਹੋ ਜਿਹੀ ਗਲਤੀ ਤਾਂ ਛੋਟੀ ਗਲਤੀ ਨਹੀਂ ਹੈ। ਛੋਟੇ ਸ਼ਬਦ ਵਿੱਚ 2 ਸ਼ਬਦ ਗਲਤ ਨੇ, ਫਿਰ ਐਡਰੈਸ ਗਲਤ ਨੇ, ਫਿਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਾਰੀ ਕੋਰਸਪੋਂਡੈਂਸ ਦੇਖ ਲਓ। ਉਹਨਾਂ ਨੇ ਇੰਨੇ ਵੱਡੇ ਵੱਡੇ ਬੰਦਿਆਂ ਨਾਲ ਕੋਰਸਪੋਂਡ ਕੀਤਾ, ਪ੍ਰਾਈਮ ਮਿਨਿਸਟਰ ਤੋਂ ਲੈ ਕੇ ਐਗਰੀਕਲਚਰ ਮਿਨਿਸਟਰ, ਅਤੇ ਸਾਰਿਆਂ ਦੇ ਵਿੱਚ ਉਹਨਾਂ ਦਾ ਫਾਰਮੈਟ ਇੱਕੋ ਹੀ ਹੈ। ਉਹ ਸਿੰਪਲੀ ਲਿਖਦੇ ਆ ਸੰਯੁਕਤ ਕਿਸਾਨ ਮੋਰਚਾ, ਐਂਡ ਥੱਲੇ 10-12 ਜਿਹੜਾ ਲੀਡਰਸ ਹੈਗੇ ਉਹਨਾਂ ਦੇ ਮੇਜਰ ਲੀਡਰ, ਉਹਨਾਂ ਦਾ ਨਾਮ ਹੁੰਦਾ ਹੈ। ਇੱਕ ਸਿੰਗਲ ਮੈਨ ਨਾਲ ਉਹ ਡੀਲ ਨਹੀਂ ਕਰਦੇ। ਔਰ ਇਹ ਵੱਡੀ ਰਾਜ ਹੈ ਇਸ ਸੰਯੁਕਤ ਕਿਸਾਨ ਮੋਰਚਾ ਦਾ ਕਿ ਇੱਕ ਬੰਦੇ ਨੇ ਕੋਈ ਹਾਈਜੈਕ ਨਹੀਂ ਕੀਤੀ ਹੈ ਪੂਰੀ ਐਜੀਟੇਸ਼ਨ। ਬਲਦੇਵ ਸਿੰਘ ਸਿਰਸਾ ਨੇ ਸਾਈਨ ਕੀਤੇ ਨੇ, ਤੁਸੀਂ ਪੰਜਾਬੀ ਵਿੱਚ ਦਰਸ਼ਕਾਂ ਨੂੰ ਸਮਝਾ ਦਿਓ ਵੀ ਸੌਖੇ ਤਰੀਕੇ ਨਾਲ ਵੀ ਚਿੱਠੀ ਵਿੱਚ ਲਿਖਿਆ ਕੀ ਹੋਇਆ। ਇਹਨਾਂ ਨੇ ਦੇਖੋ, ਇਹਨਾਂ ਨੇ ਲਿਖਿਆ ਕਿ ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ US ਮੈਂਬਰ ਆਫ ਕਾਂਗਰਸ ਜੌਨ ਗਾਰਮੈਂਡੀ, ਜਿਮ ਕੋਸਤਾ, ਸ਼ੀਲਾ ਜੈਕਸਨ, ਲੀ ਐਂਡ ਇੱਕ ਹੋਰ ਬੰਦਾ TJ ਕਾਕਸ, ਕਿਉਂਕਿ ਇਹਨਾਂ ਨੇ ਟੇਕ ਅਪ ਕੀਤਾ ਹਿੰਦੁਸਤਾਨ ਗਵਰਨਮੈਂਟ ਨਾਲ ਇਹ ਮੈਟਰ ਔਨ ਬਿਹਾਫ ਆਫ ਅਮਰੀਕਨ ਸਿੱਖਸ ਦੇ ਬਿਹਾਫ 'ਤੇ। ਇਹਨਾਂ ਜਿਹੜੇ ਸੈਨੇਟਰਸ ਹੈਗੇ, ਇਹਨਾਂ ਨੇ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕੀਤੀ ਹੈ, ਐਂਡ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨੇ, ਇਹ ਕਾਕਸ ਦੇ ਮੈਂਬਰ ਨੇ। ਅਤੇ ਅਸੀਂ ਕਹਿੰਦੇ ਬੜੇ ਸ਼ੁਕਰੀਆ ਹੈ ਕਿ ਇਹਨਾਂ ਨੇ ਯੂਨਾਈਟਿਡ ਨੇਸ਼ਨ ਦੇ ਸੈਕਟਰੀ ਜਨਰਲ ਨੂੰ ਵੀ ਸਪੋਰਟ ਕਰਨ ਲਈ ਥੈਂਕਸ ਕੀਤਾ ਹੈ ਕਿ ਉਹਨਾਂ ਨੇ ਸਪੋਰਟ ਕੀਤੀ ਹੈ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਦੀ। ਦੂਸਰੇ ਪਾਸੇ ਕਹਿੰਦੇ ਕਿ ਸਾਨੂੰ ਬਹੁਤ ਅਸੀਂ ਸ਼ੁਕਰੀਆ ਕਰਦੇ ਹਾਂ ਇੰਟਰਨੈਸ਼ਨਲ ਹਿਊਮਨ ਰਾਈਟ ਐਕਸਪਰਟ ਤੇ UN ਐਡਵਾਈਜ਼ਰ ਡਾਕਟਰ ਇਖਤਿਆਰ ਚੀਮਾ, ਜਿਨ੍ਹਾਂ ਨੇ ਸਾਡੀ ਆਵਾਜ਼ ਉਠਾਈ ਹੈ। ਅਸੀਂ ਉਹਨਾਂ ਦਾ ਵੀ ਥੈਂਕਸ ਕਰਦੇ ਹਾਂ, ਡਾਕਟਰ ਦਲਜੀਤ ਸਿੰਘ ਦਾ ਜਿਹੜੇ ਜੂਰਿਸਟ ਹੈ ਐਮੀਨੈਂਟ, ਅਮਰੀਕਨ ਸਿੱਖ ਕਾਕਸ ਕਮੇਟੀ ਦਾ ਵੀ ਥੈਂਕਸ ਕਰਦੇ ਹਾਂ, ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਥੈਂਕਸ ਕਰਦੇ ਹਾਂ। ਇਹ ਹੁਣ ਸੰਯੁਕਤ ਕਿਸਾਨ ਮੋਰਚਾ ਜੇ ਥੈਂਕਸ ਕਰਦਾ, ਖਾਲਸਾ ਏਡ ਦਾ ਸਮਝ ਆਉਂਦਾ। ਉਹਨਾਂ ਨੇ ਇੰਨੀ ਮਦਦ ਕੀਤੀ ਹੈ, ਸਾਰੇ ਦੇਖ ਰਹੇ ਹਨ। ਹੋਰ ਇੰਨੀਆਂ ਆਰਗੇਨਾਈਜੇਸ਼ਨ ਨੇ ਹਜ਼ਾਰਾਂ ਤਰੀਕੇ ਨਾਲ, ਕਿਸੇ ਨੇ ਮੈਡੀਕਲ ਕੈਂਪ ਲਾਇਆ ਹੈ, ਕਿਸੇ ਨੇ ਉੱਥੇ ਦਰੀਆਂ ਵਿਛਾਈਆਂ, ਕਿਸੇ ਨੇ ਟੈਂਟ ਸਿਟੀ ਲਾਇਆ ਹੈ। ਉਹਨਾਂ ਲਈ ਤਾਂ ਕਦੀ ਕਿਸਾਨ ਮੋਰਚਾ ਨੇ ਇਹੋ ਜਿਹਾ ਲੈਟਰ ਇਸ਼ੂ ਨਹੀਂ ਕੀਤਾ।
ਜਿਹੜੇ ਜਿਨ੍ਹਾਂ ਦੀ ਇਹ ਨਾਮ ਲੈ ਰਿਹਾ ਹੈ ਉਹਨਾਂ ਵਿੱਚੋਂ ਕਿਸੇ ਵੀ ਬੰਦੇ ਨੇ ਸਿੱਧਾ ਕਿਸਾਨ ਮੋਰਚਾ ਵਿੱਚ ਨਾ ਪਾਰਟਿਸਿਪੇਟ ਕੀਤਾ ਤੇ ਨਾ ਕੋਈ ਸਿੱਧੀ ਮਦਦ ਕੀਤੀ ਹੈ। ਹੁਣ ਕੌਣ ਜਾਣਦਾ ਉਹਨਾਂ ਨੇ ਇੰਡੀਅਨ ਗਵਰਨਮੈਂਟ ਬਿਹਾਫ ਤੇ ਕੀ ਕਿਹਾ ਕੀ ਨਹੀਂ। ਇਹ ਜਿਹੜੇ ਡਾਕਟਰ ਚੀਮਾ ਹੈਗੇ ਆ, ਵੀ ਡੋਂਟ ਨੋ, ਕਿਸੇ ਮਤਲਬ ਘੱਟੋ ਘੱਟ ਹਿੰਦੁਸਤਾਨ ਵਿੱਚ ਤਾਂ ਇਹਨਾਂ ਨੂੰ ਬਾਰੇ ਕੁਝ ਨਹੀਂ ਪਤਾ। ਜਿਨ੍ਹਾਂ ਦਾ ਨਾਮ ਲਿਆ ਜਿਮ ਕੋਸਟਾ, ਸ਼ੀਲਾ ਜੈਕਸਨ ਵਗੈਰਾ ਨੇ, ਕਿ ਕਦੀ ਕਿਸਾਨ ਮੋਰਚਾ ਨੂੰ ਈਵਨ ਟਵੀਟ ਵੀ ਕੀਤਾ ਹੋਇਆ ਉਹਦੇ ਹੱਕ ਵਿੱਚ। ਤੇ ਜਦੋਂ ਕੋਈ ਇਹੋ ਜਿਹੀ ਟਵੀਟ ਵੀ ਨਹੀਂ ਹੈ, ਇਹੋ ਜਿਹਾ ਕੋਈ ਮੈਸੇਜ ਵੀ ਨਹੀਂ ਹੈ, ਇਹੋ ਜਿਹਾ SMS ਨਹੀਂ ਹੈ, ਤੇ ਫਿਰ ਇਹ ਕਹਿਣਾ ਕਿ ਅਸੀਂ ਉਹਨਾਂ ਨੂੰ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਉਹਨਾਂ ਨੇ ਇੰਡੀਅਨ ਗਵਰਨਮੈਂਟ ਨਾਲ ਗੱਲ ਕੀਤੀ ਹੈ ਔਨ ਬਿਹਾਫ ਆਫ, ਤੇ ਇੰਡੀਅਨ ਗਵਰਨਮੈਂਟ ਨਾਲ ਕੀ ਗੱਲ ਕੀਤੀ ਹੈ ਇਹ ਵੀ ਦੱਸਿਆ ਨਹੀਂ। ਤੇ ਇਹੀ ਗੱਲ ਕਰਨਾ ਜੇ ਮਦਦ ਹੈ ਤਾਂ ਫਿਰ ਤਾਂ ਕਮਾਲ ਹੈ। ਤਾਂ ਹਜ਼ਾਰਾਂ ਬੰਦੇ ਗੱਲ ਕਰ ਰਹੇ ਨੇ ਇੰਡੀਅਨ ਗਵਰਨਮੈਂਟ ਨਾਲ, ਹਰ BJP ਦਾ MP ਗੱਲ ਕਰ ਰਿਹਾ ਕਿ ਜੀ ਕਿਸਾਨਾਂ ਦੀ ਸੁਣੋ, ਹਰ ਇਫੈਕਟਡ ਬੰਦਾ ਕਰ ਰਿਹਾ। ਇਹ ਕੋਈ ਮਦਦ ਦੀ ਗੱਲ ਥੋੜੀ ਹੁੰਦੀ ਹੈ। ਜਿਹੜੇ ਬੰਦੇ ਉੱਥੇ ਜਾਨ ਨਾਲ ਖੇਲ ਰਹੇ ਨੇ, ਜਿਹੜੇ ਬੰਦੇ ਉੱਥੇ ਬਿਮਾਰੀ ਦਾ ਸਾਹਮਣਾ ਕਰ ਰਹੇ ਨੇ, ਜਿਹੜੇ ਉੱਥੇ 300 ਬੰਦੇ ਹਰ ਰੋਜ਼ 2 ਬੰਦੇ ਮਰ ਰਹੇ ਨੇ ਕਿਸਾਨ ਮੋਰਚਾ ਤੇ, ਜਿਹੜੇ ਉੱਥੇ ਇੰਨੇ ਹਜ਼ਾਰਾਂ ਬੰਦਿਆਂ ਦਾ ਲੰਗਰ ਦਾ ਪ੍ਰਬੰਧ ਕਰ ਰਹੇ ਨੇ, ਉਹਨਾਂ ਦੇ ਸੌਣ ਦਾ ਇੰਤਜ਼ਾਮ ਕਰ ਰਹੇ ਨੇ, ਟਰੈਕਟਰ ਟਰਾਲੇ ਖੜੇ ਕਰਕੇ ਹੈ, ਉਹਨਾਂ ਦਾ ਥੈਂਕਸ ਕਰੋ ਤਾਂ ਮੈਨੂੰ ਸਮਝ ਆਉਂਦਾ ਹੈ। ਇਹਨਾਂ ਦਾ ਥੈਂਕਸ ਕਰਨਾ ਤਾਂ ਉਹੀ ਕੋਈ ਗੱਲ ਨਹੀਂ ਬਣਦੀ। ਸਿੱਖ ਕੌਕਸ ਦੀ ਜਿਵੇਂ ਗੱਲ ਹੋ ਰਹੀ ਸੀ ਕਿ 32 ਜਥੇਬੰਦੀਆਂ ਦੇ ਵਿੱਚ ਇੱਕ ਨੁਮਾਇੰਦੇ ਫਿੱਟ ਨੇ, ਬਲਦੇਵ ਸਿੰਘ ਸੱਸੇ ਤੁਸੀਂ ਕੌਕਸੀ ਤੇ ਕਹਿੰਦੇ ਹੋ? ਇਹਨਾਂ ਨੂੰ ਮੈਂ ਐਕਚੁਅਲੀ ਉਹਨਾਂ ਨੂੰ ਨਿੱਜੀ ਤੌਰ 'ਤੇ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ, ਬਲਦੇਵ ਸਿੰਘ ਜੀ ਨੂੰ ਵੀ ਜਾਣਦਾ ਨਹੀਂ। ਵੈਦਰ ਉਹ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਹੈ ਜਾਂ ਨਹੀਂ ਹੈ ਇਹ ਵੀ ਮੈਨੂੰ ਨਹੀਂ ਪਤਾ। ਤੇ ਇਹ ਤਾਂ ਚਲੋ ਹੁਣ ਸੰਯੁਕਤ ਕਿਸਾਨ ਮੋਰਚਾ ਕਿਉਂਕਿ ਹੁਣ ਪਬਲਿਕ ਡੋਮੇਨ ਵਿੱਚ ਆ ਗਈ ਗੱਲ, ਤੇ ਮੈਨੂੰ ਪੂਰਾ ਯਕੀਨ ਹੈ ਕਿ ਸੰਯੁਕਤ ਕਿਸਾਨ ਮੋਰਚਾ ਕੁਛ ਤਾਂ ਐਕਸ਼ਨ ਲਏਗਾ। ਉਹ ਅੱਗੇ ਤੋਂ ਕਹੇਗਾ ਕਿ ਇਹੋ ਜਿਹੀਆਂ ਚਿੱਠੀਆਂ ਘੱਟੋ ਘੱਟ, ਇਹ ਤਾਂ ਕਿਸਾਨ ਮੂਵਮੈਂਟ ਨੂੰ ਵੇਚਣ ਦੀ ਗੱਲ ਹੋਈ ਨਾ, ਕਿ ਜਿਹੜਾ ਕੋਈ ਡਿਮਾਂਡ ਕਰਦਾ ਤੁਸੀਂ ਚਿੱਠੀਆਂ ਇਸ਼ੂ ਕਰਨ ਲੱਗ ਪਏ। तो इस करके है ही बड़ी ऑब्जेक्शनेबल चिट्ठी, क्योंकि ये चिट्ठी ਉਹਨਾਂ ਬੰਦਿਆਂ ਨੂੰ ਥੈਂਕਸ ਕਰ ਰਹੀ ਹੈ ਜਿਨ੍ਹਾਂ ਦਾ ਕੋਈ ਹਿੱਸਾ ਨਹੀਂ ਪਾਇਆ ਉਹਨਾਂ ਨੇ ਕਿਸਾਨ ਮੋਰਚੇ ਦੇ ਵਿੱਚ, ਕਿਸੇ ਵੀ ਤਰੀਕੇ ਨਾਲ ਹਿੱਸਾ ਨਹੀਂ ਪਾਇਆ। ਜੇ ਜਿਹੜੀਆਂ ਸੰਸਥਾ ਨੇ ਐਕਚੁਅਲੀ ਹਿੱਸਾ ਪਾਇਆ ਔਰ ਸਰਕਾਰ ਦੇ ਬਿਹਾਫ ਤੇ ਟਵੀਟ ਕੀਤਾ ਔਰ ਸਰਕਾਰ ਨੇ ਉਹ ਸਾਰੇ ਜਾਣਦੇ ਨੇ, ਉਹ ਤਾਂ ਇਹ ਤਾਂ ਬਿਲਕੁਲ ਹੀ ਕਿਸੇ ਦਾ ਕ੍ਰੈਡਿਟ ਕਿਸੇ ਦੇ ਨੂੰ ਦੇਣ ਲਈ ਤੁਸੀਂ ਇਹੋ ਜਿਹੀ ਚਿੱਠੀਆਂ ਦਾ ਇਸਤੇਮਾਲ ਕਰੋ ਔਰ ਇਹ ਸੋਚੋ ਕਿ ਅਮਰੀਕਨ ਪਬਲਿਕ ਨੂੰ ਜਾਂ ਅਮਰੀਕਨ ਸਿੱਖਸ ਨੂੰ ਪਤਾ ਨਹੀਂ ਹੋਣਾ। ਆਈ ਥਿੰਕ ਇਸੇ ਕਰਕੇ ਚਿੱਠੀ ਚੱਲ ਗਈ। ਉਹਨਾਂ ਨੇ ਸੋਚਿਆ ਕਿ ਅਮਰੀਕਾ ਦੇ ਬੈਠੇ ਸਿੱਖਾਂ ਨੂੰ ਕੀ ਪਤਾ, ਤੇ ਇੱਦਾਂ ਹੀ ਚਿੱਠੀ ਚਲਾ ਦਿਓ। ਬਟ ਇਹ ਚਿੱਠੀ ਆਪਾਂ ਜੇ ਕਹੀ ਨਾ ਕਿ ਬਿਲਕੁਲ ਝੂਠੀ ਔਰ ਫਰਜ਼ੀ ਹੈ, ਇਹ ਠੀਕ ਸ਼ਬਦ ਹੋਏਗਾ ਇਸ ਚਿੱਠੀ ਲਈ। ਅੱਛਾ ਸਰ, ਇਹ ਫਿਰ ਮੰਨਿਆ ਜਾ ਸਕਦਾ ਜਿਹੜੇ ਅਮਰੀਕਾ ਦੇ ਵਿੱਚ ਸਿੱਖ ਬੈਠੇ ਨੇ ਉਹਨਾਂ ਨੂੰ ਭਰਮਾਉਣ ਵਾਸਤੇ ਉੱਥੋਂ ਦੇ ਜਿਹੜੇ ਕਾਕਸੀ ਹੈਗੇ ਸੀ ਉਹਨਾਂ ਨੇ ਪ੍ਰਚਾਰ ਵੀ ਕੀਤਾ ਚਿੱਠੀ ਲੈ ਕੇ ਵੀ ਦੇਖੋ ਜੀ ਸਾਨੂੰ ਤਾਂ ਚਿੱਠੀ ਭੇਜੀ ਹੈ ਕਿਸਾਨ ਆਗੂ ਨੇ, ਅਸੀਂ ਤਾਂ ਉਹਨਾਂ ਦੇ ਹੱਕ ਵਿੱਚ ਬੋਲ ਰਹੇ ਹਾਂ, ਫਿਰ ਸਿੱਖ ਕੌਕਸ ਕਿਤਾਬ ਲਈ ਸਾਨੂੰ ਕਿਉਂ ਭੰਡਿਆ ਜਾ ਰਿਹਾ? ਲੁਕਸ ਲਾਈਕ, ਕਿਉਂਕਿ ਦੇਖੋ ਇਹਦੀ ਜਿਹੜੀ ਡੇਟ ਹੈ ਨਾ, ਡੇਟ ਵੀ 13/12/2020 ਔਰ ਉਹ ਡੇਟ ਰਿਲੀਜ਼ ਚਿੱਠੀ ਹੋਈ ਹੈ ਕਾਫੀ ਦੇਰ ਬਾਅਦ, ਅੱਜ ਉਹਨਾਂ ਦੀ ਕਿਤਾਬ ਆਈ ਹੈ। ਸੋ ਸਰਟਨਲੀ ਉਹ ਕਿਤਾਬ ਦੇ ਵਿੱਚ ਜਿਹੜਾ ਐਡਵਰਸ ਕ੍ਰਿਟਿਸਿਜ਼ਮ ਹੈ ਸਿੱਖ ਕੌਕਸ ਕਮੇਟੀ ਦਾ, ਉਹਨੂੰ ਠੱਲ ਪਾਉਣ ਲਈ ਜਾਂ ਉਹ ਇੱਕ ਤਰ੍ਹਾਂ ਦਾ ਉਹਨੂੰ ਜਵਾਬ ਦੇਣ ਲਈ ਉਹਨਾਂ ਨੇ ਕੋਸ਼ਿਸ਼ ਕੀਤੀ ਹੋਣੀ ਹੈ ਕਿ ਅੱਜ ਕੱਲ੍ਹ ਪੰਜਾਬ ਵਿੱਚ ਕਿਸਾਨ ਮੋਰਚਾ ਵਾਕਿਆ ਸਭ ਤੋਂ ਵੱਡਾ ਮੁੱਦਾ ਹੈ। ਤੋ ਇਸ ਕਰਕੇ ਇਹਦੇ ਨਾਲ ਵਾਕਿਆ ਬੜਾ ਅੱਛਾ ਲੱਗਦਾ ਕਿ ਜੇ ਕਿਸਾਨ ਮੋਰਚੇ ਨੇ ਇੰਨੀ ਕਿਸੇ ਦਾ ਸ਼ੁਕਰੀਆ ਅਦਾ ਕੀਤਾ ਹੈ ਔਰ ਉਹ ਵੀ USA ਦੇ ਗਰੁੱਪ ਦਾ, ਤੇ ਫਿਰ ਚੰਗੇ ਬੰਦੇ ਹੋਣੇ ਆ। ਤਾਂ ਉਸ ਹਿਸਾਬ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਸੰਯੁਕਤ ਕਿਸਾਨ ਮੋਰਚਾ ਦੀ ਐਡੀ ਵੱਡੀ ਸੈਕਰੀਫਾਈਸ, ਐਡੀ ਵੱਡੀ ਅਚੀਵਮੈਂਟ ਨੂੰ ਆਪਣੇ ਨਿੱਜੀ ਹਿੱਤ ਲਈ ਯੂਜ਼ ਕਰਨ, ਤਾਂ ਕਿ ਜਿਹੜਾ ਕਿਤਾਬ ਜੋ ਚੀਜ਼ ਦੱਸ ਰਿਹਾ ਹੈ ਉਹਨੂੰ ਉਹ ਝੂਠ ਕਿਸੇ ਤਰੀਕੇ ਨਾਲ ਕਹਿਣ ਕਿ ਜੀ ਇਹ ਕਿਤਾਬ ਜੋ ਲਿਖਿਆ ਹੈ ਝੂਠ ਹੈ। ਤੇ ਕਿਸਾਨ ਮੋਰਚਾ ਵੀ ਸਾਡੀ ਸ਼ੁਕਰੀਆ ਅਦਾ ਕਰ ਰਿਹਾ, ਪੰਜਾਬ ਦੇ ਲੋਕ ਵੀ ਸਾਡੇ ਸ਼ੁਕਰੀਆ ਕਰ ਰਹੇ, ਤਾਂ ਇਸ ਕਰਕੇ ਅਸੀਂ ਇੰਨੀ ਮਦਦ ਕਰਦੇ ਹਾਂ ਤਾਂ ਅਸੀਂ ਬਹੁਤ ਚੰਗੇ ਲੋਕ ਹੈ। ਇਹੋ ਜਿਹਾ ਇੰਪਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਚਿੱਠੀ ਨੂੰ। ਔਰ ਉਸ ਲਈ ਸਭ ਤੋਂ ਵੱਡੀ ਗੱਲ ਹੁੰਦੀ ਤੁਸੀਂ ਕਿਸਾਨਾਂ ਦੇ ਲੀਡਰਾਂ ਨੂੰ ਪਹਿਲਾਂ ਤਾਂ ਡਰਾਓ, ਫਿਰ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰੋ, ਜੇ ਨਹੀਂ ਹੋਏ ਤਾਂ ਉਹਨਾਂ ਨੂੰ 2 ਫਾੜ ਜਾਂ 3 ਫਾੜ ਜਾਂ 4 ਫਾੜ ਕਰੋ, ਉਸ ਤੋਂ ਨਹੀਂ ਹੁੰਦਾ ਤਾਂ ਫਿਰ ਫਾਇਰਿੰਗ ਕਰਕੇ ਸਿੱਧਾ ਜ਼ੁਲਮ ਕਰੋ। ਹੁਣ ਸਿੱਧਾ ਜ਼ੁਲਮ ਵਾਲੀ ਕਹਾਣੀ ਤਾਂ ਖਤਮ ਹੋ ਰਹੀ ਹੈ, ਕਿਉਂਕਿ ਲੋਕੀ ਜੁੜੇ ਬਹੁਤ ਗਏ, ਉਹਦਾ ਇਲੈਕਟਰਲ ਅਸਰ ਵੀ ਸਰਕਾਰ ਨੂੰ ਪਤਾ ਲੱਗ ਗਿਆ, ਤੇ ਉਹ ਜਿਹੜੀ ਸੰਭਾਵਨਾ ਕਿ ਬਿਲਕੁਲ ਜ਼ਿਲ੍ਹਿਆਂਵਾਲਾ ਬਾਗ ਬਣਾਉਣਗੇ ਉਹ ਹੁਣ ਕਾਫੀ ਮੁਸ਼ਕਲ ਹੋ ਗਿਆ। ਤੇ ਇਸ ਕਰਕੇ ਜਿਹੜਾ ਦੂਸਰਾ ਤਰੀਕਾ ਹੈ ਕਿ ਇਹਨੂੰ ਮੂਵਮੈਂਟ ਨੂੰ ਮਾੜਾ ਨਾਮ ਦਿਓ ਤਾਂ ਕਿ ਬਾਕੀ ਹਿੰਦੁਸਤਾਨ ਦੇ ਲੋਕ ਇਹਨਾਂ ਟੁੱਟ ਜਾਣ, ਜਿੱਦਾਂ ਕਿ ਉਹਨਾਂ ਨੇ ਪੰਜਾਬ ਨੂੰ ਇੰਨਾ ਖਤਰਨਾਕ ਦੱਸ ਦਿੱਤੀ ਕਿ 2% ਲੋਕ ਖਰੇ ਹਿੰਦੁਸਤਾਨ ਨੂੰ ਤੋੜ ਦੇਣਗੇ, ਤਾਂ ਹੀ ਤਾਂ ਪੰਜਾਬ ਦਾ ਸਾਰਾ ਪੰਜਾਬ 'ਤੇ ਇੰਨਾ ਜ਼ੁਲਮ ਕਿਵੇਂ ਕਰ ਸਕੇ। ਉਹਨਾਂ ਨੇ ਸਾਰੇ ਹਿੰਦੁਸਤਾਨ ਨੂੰ ਸਮਝਾ ਦਿੱਤਾ ਕਿ ਪੰਜਾਬ ਤੋੜਨਾ ਚਾਹੁੰਦਾ ਮੁਲਕ ਨੂੰ, ਤਾਂ ਹੀ ਉਹਨਾਂ ਨੇ ਉਹ ਇਸ ਕਰਕੇ ਸਾਰਾ ਮੁਲਕ ਬੋਲਿਆ ਨਹੀਂ। ਇੰਨੇ ਮੁੰਡਿਆਂ ਦਾ ਚੁੱਕੇ ਸੀ ਮਾਰ ਦਿਓ, ਕੋਈ ਮੁਲਕ ਬੋਲੇ ਨਾ, ਤੇ ਇਹਦਾ ਮਤਲਬ ਬਾਕੀ ਮੁਲਕ ਨੂੰ ਤਾਂ ਪਤਾ ਨਹੀਂ ਲੱਗਾ ਕਿ ਪੰਜਾਬ ਦੇ ਕਹਾਣੀ ਕੀ ਹੈ, ਪੰਜਾਬ ਦੇ ਜ਼ੁਲਮ ਦੀ ਅਸਲੀ ਕਾਰਨ ਕੀ ਹੈਗਾ। ਇਹ ਗੱਲ ਇਸ ਵੇਲੇ
ਇਸ ਲੀਡਰਸ਼ਿਪ ਨੇ ਬਹੁਤ ਸੋਹਣੇ ਤਰੀਕੇ ਨਾਲ ਸਾਂਭੀ ਹੈ। ਹੁਣ ਰਾਤ ਦਿਨ ਬਾਕੀ ਮੁਲਕ ਪੰਜਾਬ ਤੋਂ ਟੁੱਟਣ ਦੀ ਜਗ੍ਹਾ ਪੰਜਾਬ ਨਾਲ ਜੁੜ ਗਏ ਹੈ। ਕਿੰਨੀ ਵੱਡੀ ਅਚੀਵਮੈਂਟ ਹੈ ਇਸ ਕਿਸਾਨ ਅਪਰਾਈਜ਼ਿੰਗ ਦੀ ਜਾਂ ਕਿਸਾਨ ਮੋਰਚੇ ਦੀ ਕਿ ਸਾਰੇ ਹਿੰਦੁਸਤਾਨ ਦੇ ਕਿਸਾਨ ਸਾਰੀਆਂ ਉਹਨਾਂ ਦੇ ਜਥੇਬੰਦੀ ਕਹਿ ਰਹੀਆਂ ਕਿ ਜਿਹੜਾ ਵੀ ਸੰਯੁਕਤ ਕਿਸਾਨ ਮੋਰਚਾ ਕਹੇਗਾ ਔਰ ਜਿਹੜਾ ਕਿ ਜ਼ਿਆਦਾਤਰ ਪੰਜਾਬ ਹਰਿਆਣਾ ਦੇ ਲੀਡਰਸ ਹੈਗੇ ਆ, ਅਸੀਂ ਉਹਨਾਂ ਦੇ ਪਿੱਛੇ ਹਾਂ। ਜੋ ਵੀ ਫੈਸਲਾ ਕਰਨਗੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਜਦ ਤੱਕ ਉਹ ਖੜੇ ਅਸੀਂ ਨਿਕਲੇ। ਉਹਨਾਂ ਨੇ ਪੂਰੀ ਲੀਡਰਸ਼ਿਪ ਜਿਹੜੀ ਨਾ ਹਿੰਦੁਸਤਾਨ ਦੀ ਮੂਵਮੈਂਟ ਦੀ ਲੀਡਰਸ਼ਿਪ ਸੰਭਾਲ ਲਈ ਹੈ। ਇਹ ਕਿੰਨੀ ਵੱਡੀ ਉਸ ਹਿਸਾਬ ਨਾਲ ਅਚੀਵਮੈਂਟ ਹੈਗੀ ਹੈ, ਕਿਉਂਕਿ ਜਦੋਂ ਤੁਸੀਂ ਆਈਸੋਲੇਟ ਹੋ ਜਾਂਦੇ ਹੋ ਤੁਸੀਂ ਕਮਜ਼ੋਰ ਹੋ ਜਾਂਦੇ ਹੋ, ਜਦੋਂ ਤੁਸੀਂ ਵੱਡੀ ਚੀਜ਼ ਵਿੱਚ ਜੁੜ ਜਾਂਦੇ ਹੋ ਤੁਸੀਂ ਮਜ਼ਬੂਤ ਹੋ ਜਾਂਦੇ ਹੋ। ਔਰ ਇਸੇ ਕਾਰਨ ਸਰਕਾਰ ਜਿਨ੍ਹਾਂ ਨੇ ਕਿ ਇੰਨੇ ਕਰੂਅਲੀ ਕ੍ਰਸ਼ ਕਰਤੀ ਸੀ ਸਿਟੀਜ਼ਨ ਅਮੈਂਡਮੈਂਟ ਐਕਟ ਮੂਵਮੈਂਟ, ਉਹ ਕਿਸਾਨ ਜਿਹੜੀ ਅੰਦੋਲਨ ਨੂੰ ਖਤਮ ਨਹੀਂ ਕਰ ਸਕੇ, ਨਸ਼ਟ ਨਹੀਂ ਕਰ ਸਕੇ। ਔਰ ਕਿੰਨੇ ਮਹੀਨੇ ਹੋ ਗਏ, 6 ਮਹੀਨੇ 6.5 ਮਹੀਨੇ 7 ਮਹੀਨੇ। ਸੋ ਸ਼ੰਭੂ ਦੀ ਗੱਲ ਕਰਨੇ ਆ। ਸ਼ੰਭੂ ਮੋਰਚਾ ਬੜੀ ਚਰਚਾ ਵਿੱਚ ਰਿਹਾ ਸੀ। ਕੀ ਲੱਗਦਾ ਵੀ ਸ਼ੰਭੂ ਮੋਰਚਾ ਵੀ ਕਿਤੇ ਨਾ ਕਿਤੇ ਸਿੱਖ ਕੌਕਸ ਦੇ ਨਾਲ ਜੁੜਿਆ ਹੋਇਆ ਸੀ? ਹਾਲਾਂਕਿ ਚੀਜ਼ਾਂ ਬੜੀਆਂ ਅਲੱਗ ਲੱਗਦੀਆਂ, ਕਿੱਥੇ ਸ਼ੰਭੂ ਮੋਰਚਾ ਤੇ ਕਿੱਥੇ ਸਿੱਖ ਕੌਕਸ ਤੇ ਕਿੱਥੇ ਪੀਟਰ ਫੈਡਰਿਕ ਦੀ ਕਿਤਾਬ ਤੇ ਕਿੱਥੇ ਤੁਹਾਡਾ ਸਵਾਲ। ਮਗਰ ਜਦੋਂ ਵਾਰਿਸ ਪੰਜਾਬ ਦਾ ਵੈਬਸਾਈਟ ਖੋਲ੍ਹਿਆ, ਕਿਉਂਕਿ ਸ਼ੰਭੂ ਦੀ ਸਟੇਜ ਦੇ ਉੱਤੇ ਜਿਹੜੇ ਸਾਰੇ ਪਿੱਛੇ ਬੈਕਗਰਾਉਂਡ ਸੀ ਉੱਥੇ ਸੰਯੁਕਤ ਕਿਸਾਨ ਮੋਰਚਾ ਨਹੀਂ ਸੀ ਲਿਖਿਆ ਹੋਇਆ, ਉੱਥੇ ਲਿਖਿਆ ਸੀ ਵਾਰਿਸ ਪੰਜਾਬ ਦੇ। ਵਾਰਿਸ ਪੰਜਾਬ ਦਾ ਤੁਸੀਂ ਵੈਬਸਾਈਟ ਖੋਲ੍ਹੋ ਤਾਂ ਜਿਹੜਾ ਉਸ ਕਹਿੰਦੇ ਕਿ ਰਜਿਸਟਰ ਹੋ, ਅਸੀਂ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਕਰਨੀ ਹੈ, ਤੁਸੀਂ ਸਾਡੇ ਨਾਲ ਰਜਿਸਟਰ ਹੋ। ਜਿਹੜਾ ਟੈਲੀਫੋਨ ਦਿੱਤਾ ਉਹਨਾਂ ਨੇ ਉਹ ਟੈਲੀਫੋਨ ਹੈਗਾ ਕਿਤੇ ਬਾਹਰ ਦਾ, ਅਮਰੀਕਾ ਦਾ। ਉਹਨਾਂ ਵਿੱਚ ਉਹ ਜਸਦੇਵ ਸਿੰਘ ਉਹਨਾਂ ਦਾ ਨਾਮ ਹੈ, ਉਹਨਾਂ ਦਾ ਟੈਲੀਫੋਨ ਹੈ। ਉਹ ਇਹਦਾ ਮਤਲਬ ਹੈ ਕਿ ਮੇਨ ਜਿਹੜਾ ਸੈਕਟਰੀਏਟ ਹੈ ਵਾਰਿਸ ਪੰਜਾਬ ਦਾ, ਇਹ ਹਿੰਦੁਸਤਾਨ ਵਿੱਚ ਨਹੀਂ ਹੈ, ਪੰਜਾਬ ਵਿੱਚ ਨਹੀਂ ਹੈ, ਇਹ ਸਾਰਾ ਹੈਗਾ ਬਾਹਰ USA ਵਿੱਚ। ਅਤੇ ਹੁਣ ਜਦੋਂ ਅਸੀਂ ਦੇਖਿਆ ਇਹਦਾ ਜਿਹੜਾ ਵੈਬਸਾਈਟ ਹੈ ਵਾਰਿਸ ਪੰਜਾਬ ਦੀ ORG, ਇਹ ਵੀ ਰਜਿਸਟਰ ਬਾਹਰੋਂ ਹੋਇਆ, ਹਿੰਦੁਸਤਾਨ ਤੋਂ ਬਾਹਰੋਂ ਹੋਇਆ ਵੈਬਸਾਈਟ ਵੀ। ਅਤੇ ਜਿਹੜਾ ਵੈਬਸਾਈਟ ਵੀ ਬਾਹਰੋਂ ਬਣੇ, ਜੇ ਇਹਦਾ ਰਜਿਸਟ੍ਰੇਸ਼ਨ ਵੀ ਬਾਹਰ ਹੋਵੇ, ਜਿਹਦਾ ਸੈਕਟਰੀਏਟ ਵੀ ਬਾਹਰ ਹੋਵੇ, ਤਾਂ ਇਹਦਾ ਮਤਲਬ ਬਾਹਰਲੇ ਪੈਸਾ ਲੱਗ ਰਿਹਾ, ਹਿੰਦੁਸਤਾਨ ਤੋਂ ਤਾਂ ਪੈਸਾ ਜਾ ਨਹੀਂ ਰਿਹਾ। ਔਰ ਹਿੰਦੁਸਤਾਨ ਕੰਟਰੋਲ ਨਹੀਂ ਕਰ ਰਿਹਾ, ਪੰਜਾਬ ਦੀ ਲੀਡਰਸ਼ਿਪ ਕੰਟਰੋਲ ਨਹੀਂ ਕਰ ਰਹੀ ਇਸ ਵੈਬਸਾਈਟ ਨੂੰ। ਅਤੇ ਉਸ ਤੋਂ ਬਾਅਦ ਜਦੋਂ ਅਸੀਂ ਇਸ ਕਿਤਾਬ ਬਾਰੇ ਉਹਨਾਂ ਨੇ ਇੱਕ ਰੱਖੀ ਸੀ ਟਾਕ ਸਿੱਖ ਕੌਕਸ ਦੇ ਮੈਂਬਰਾਂ ਨੇ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ ਡਾਕਟਰ ਪ੍ਰਿਤਪਾਲ ਜੀ ਔਰ ਹੋਰ ਸਾਰੇ ਕਾਫੀ ਲੀਡਰ ਉਹਦੇ 'ਚ ਪਾਰਟੀਸਪੇਟ ਕਰ ਰਹੇ ਸੀ। ਤਾਂ ਜਿਹੜਾ ਉਹਨਾਂ ਦਾ ਹੋਸਟ ਸੀ ਉਹ ਵੀ ਇਹੀ ਜਸਦੇਵ ਸਿੰਘ ਸੀ। ਫਿਰ ਸਾਡਾ ਮੱਥਾ ਠਣਕਿਆ ਕਿ ਇੱਕ ਪਾਸੇ ਉਹੀ ਜਸਦੇਵ ਸਿੰਘ ਜੀ ਨੇ ਫਰੀਮਾਉਂਟ ਦੇ, ਜਿਹੜੇ ਕਿ ਇਹ ਵੈਬਸਾਈਟ ਵਰਚੁਅਲੀ ਚਲਾ ਰਹੇ ਨੇ ਵਾਰਿਸ ਪੰਜਾਬ ਦੇ, ਉਹੀ ਵੈਬਸਾਈਟ ਹੈ ਜਿਹੜਾ ਪਲੈਟਫਾਰਮ ਬਣਿਆ ਸੀ ਦੀਪ ਸਿੱਧੂ ਦਾ ਆਪਣੇ ਆਪ ਨੂੰ ਲਾਂਚ ਕਰਨ ਦਾ। ਉਹੀ ਉਸ ਜਸਦੇਵ ਸਿੰਘ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਹੋਏ ਨੇ ਸਿੱਖ ਕੌਕਸ ਨਾਲ। ਔਰ ਉਸ ਤੋਂ ਬਾਅਦ ਤੁਸੀਂ 26 ਜਨਵਰੀ ਦੀ ਘਟਨਾ ਦੇਖ ਲਓ, ਤਾਂ ਫਿਰ ਜਿਹੜਾ ਸਬੂਤ ਪਬਲਿਕ ਡੋਮੇਨ ਵਿੱਚ ਆਇਆ, ਕਿੱਥੇ ਸਨੀ ਦਿਓਲ ਤਾਂ ਕਿੱਥੇ ਭਾਰਤੀ ਜਨਤਾ ਪਾਰਟੀ, ਅਤੇ ਕੁਛ ਇਹ ਸਵਾਲ ਪੈਦਾ ਕਰਦਾ। ਹਲੇ ਪੂਰਾ ਸਬੂਤ ਤਾਂ ਨਹੀਂ ਕਹਿ ਸਕਦੇ ਕਿ ਪੂਰੇ ਸਬੂਤ ਨੇ, ਬਟ ਇਹ ਬਿਲਕੁਲ ਇਹ ਚੀਜ਼ਾਂ ਇਹਨਾਂ ਸਭ ਨੂੰ ਸਵਾਲਾਂ ਦੇ ਦਾਇਰੇ ਵਿੱਚ ਲਿਆਉਂਦੇ ਨੇ। ਔਰ ਇਹ ਜਿਹੜਾ ਮੈਂ ਕਿਤਾਬ ਦੇ ਪਿੱਛੇ ਲਿਖਿਆ ਹੈ ਕਿ ਜਿਹੜੀਆਂ ਦੇਸ਼ ਦੀਆਂ ਖੁਫੀਆ ਏਜੰਸੀਆਂ ਹੁੰਦੀਆਂ ਵੱਡੇ ਵੱਡੇ ਦੇਸ਼ਾਂ ਦੀਆਂ, ਹਿੰਦੁਸਤਾਨ ਇੱਕ ਬਹੁਤ ਵੱਡਾ ਦੇਸ਼ ਹੈ, ਇੰਨੀ ਵੱਡੀ ਆਰਮ ਫੋਰਸਿਸ, ਇੰਨੀ ਵੱਡੀ ਉਹਦੇ ਕੋਈ ਇੰਟੈਲੀਜੈਂਸ ਬਿਊਰੋ ਹੈ, ਇਹਨਾਂ ਦਾ ਸਭ ਤੋਂ ਇੱਕ ਸੋਹਣਾ ਔਰ ਬੜਾ ਟਾਈਮ ਟੈਸਟਡ ਔਰ ਪੁਰਾਣਾ ਕਈ ਸਾਲਾਂ ਦੇ ਵਿੱਚ ਕਿਸੇ 100 150 200 ਸਾਲਾਂ ਵਿੱਚ ਬ੍ਰਿਟਿਸ਼ ਵੀ ਇੱਦਾਂ ਹੀ ਕਰਦੇ ਹੁੰਦੇ ਸੀ ਕਿ ਉਹ ਲੋਕਾਂ ਦੇ ਜੋ ਲੋਕਾਂ ਦਾ ਜਿਹੜਾ ਗੁੱਸਾ ਹੈ, ਲੋਕਾਂ ਦਾ ਜਿਹੜਾ ਹੈਗਾ ਤੁਹਾਡੇ ਖਿਲਾਫ ਗੁੱਸਾ ਹੈ, ਉਹਨੂੰ ਇਸ ਤਰ੍ਹਾਂ ਰੈਗੂਲੇਟ ਕਰਦੇ ਨੇ ਕਿ ਲੋਕਾਂ ਨੂੰ ਉਹ ਇਹੋ ਜਿਹੀਆਂ ਆਰਗੇਨਾਈਜੇਸ਼ਨ ਫਲੋਟ ਕਰਦੇ ਨੇ ਜਿਹੜੀਆਂ ਕਿ ਉਹਨਾਂ ਦੀਆਂ ਆਪਣੀਆਂ ਫੰਡਡ ਹੋਵੇ, ਬਟ ਗੱਲਾਂ ਬਿਲਕੁਲ ਸਰਕਾਰ ਦੇ ਖਿਲਾਫ ਕਰਨ। ਔਰ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਦੀ ਜਿਹੜੀ ਸਾਰੀ ਨਬਜ਼ ਹੈ ਸਾਡੇ ਹੱਥ ਵਿੱਚ ਹੈ, ਉਹਨਾਂ ਨੂੰ ਇਸ ਤਰੀਕੇ ਨਾਲ ਕਰਵਾਉਂਦੇ ਕਿ ਉਹ ਰੌਲਾ ਬਹੁਤ ਪਾਉਂਦੇ ਨੇ, ਉਹਨਾਂ ਦਾ ਰਿਜ਼ਲਟ ਕੋਈ ਨਹੀਂ ਹੁੰਦਾ। ਉਹ ਸਿਰਫ ਰੌਲਾ ਪਾਉਣ ਵਾਲੇ ਹੁੰਦੇ ਆ ਕਿ ਕਮਿਊਨਿਟੀ ਦੇ ਬੱਚੇ, ਕਮਿਊਨਿਟੀ ਦੇ ਲੋਕ, ਕਮਿਊਨਿਟੀ ਆਪਣੇ ਰਿਸੋਰਸਿਸ ਉਹਨਾਂ ਨੂੰ ਬਣਾ ਦੇ ਆਪਣੇ ਚੌਧਰੀ, ਆਪਣੇ ਲੀਡਰ ਬਣਾ ਲੈਣ। ਔਰ ਲੀਡਰ ਕੰਟਰੋਲ ਕਿਹਦੇ, ਉਹਨਾਂ ਦਾ ਕੰਟਰੋਲ ਹੋਏਗਾ ਉਹੀ ਬੰਦੇ ਕੋਲ ਜਿਨ੍ਹਾਂ ਦੇ ਖਿਲਾਫ ਉਹਨਾਂ ਨੇ ਕੁਝ ਕਰਨਾ। ਤੁਸੀਂ ਸੋਚ ਸਕਦੇ ਹੋ ਕਿ ਇਹ ਜੇ ਮੇਨ ਕੰਮ ਹੈ ਪੰਜਾਬ ਦੇ ਵਿੱਚ, ਜਿਹੜੀ ਹੋਮ ਮਿਨਿਸਟਰੀ ਹੈ ਗਵਰਨਮੈਂਟ ਆਫ ਇੰਡੀਆ ਦੀ, ਇਹ ਹਮੇਸ਼ਾ ਹੀ ਇਹਦੇ ਨੋਰਮਲ ਪੋਲੀਟਿਕਸ ਵਿੱਚ ਇੰਟਰਫੇਅਰ ਕਰਦੀ ਹੈ। ਕੋਈ ਚੀਫ ਮਿਨਿਸਟਰ ਇੱਥੇ ਸੈਂਟਰ ਦੇ ਅਪਰੂਵਲ ਨਾਲ ਨਹੀਂ ਬਣ ਸਕਦਾ। ਤੁਸੀਂ ਕੈਰੋਂ ਸਾਹਿਬ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੀ ਤਾਂ ਹੀ ਕੰਮ ਕਰ ਸਕਿਆ ਜਦੋਂ ਅਲਟੀਮੇਟਲੀ
ਬਾਦਲ ਸਾਹਿਬ ਨੇ ਕਿਸ ਤਰੀਕੇ ਨਾਲ ਅੰਡਰਸਟੈਂਡਿੰਗ ਕਰ ਲਈ ਤੇ ਉਹ ਉਹਨਾਂ ਭਾਰਤੀ ਜਨਤਾ ਪਾਰਟੀ ਨਾਲ ਉਹਨਾਂ ਨੇ ਕਰ ਲਿਆ ਸਮਝੌਤਾ, ਤਾਂ ਫਿਰ ਹੀ ਉਹ ਰਾਜ ਕਰ ਸਕੇ ਸ਼ਾਂਤੀ ਨਾਲ। ਹੁਣ ਜੇ ਕਾਂਗਰਸ ਵੀ ਕਰ ਰਹੀ ਹੈ, ਉਹ ਵੀ ਬਿਲਕੁਲ ਉਸੇ ਤਰੀਕੇ ਨਾਲ ਕਰ ਰਹੀ ਹੈ। ਕੋਈ ਵੀ ਇਹੋ ਜਿਹਾ ਡਿਸੀਜਨ ਨਹੀਂ ਲੈਂਦੀ ਜਿਹਦੇ ਨਾਲ ਸੈਂਟਰਲ ਗਵਰਨਮੈਂਟ ਐਮਬੈਰਸ ਹੋਵੇ ਜਾਂ ਉਹਨਾਂ ਨੂੰ ਕੋਈ ਨੁਕਸਾਨ ਹੋਵੇ, ਕਿਉਂਕਿ ਉਹ ਇਹਨਾਂ ਨੇ ਬਾਰਡਰ ਸਟੇਟ ਸਮਝ ਕੇ ਇੱਕ ਵੱਡਾ ਸੈਕਸ਼ਨ ਜਿਹੜਾ ਇੰਟੈਲੀਜੈਂਸ ਬਿਊਰੋ ਦਾ ਉਹਨਾਂ ਦਾ ਫੋਕਸ ਹੈ ਪੰਜਾਬ ਤੇ, ਉਹ ਪੰਜਾਬ ਨੂੰ ਖਤਰਨਾਕ ਸਮਝਦੇ ਨੇ, ਉਹ ਪੰਜਾਬ ਨੂੰ ਬਾਰਡਰ ਸਟੇਟ ਸਮਝਦੇ ਨੇ, ਉਹ ਪੰਜਾਬ ਨੂੰ ਅਲਾਈਨਡ ਵਿਦ ਪਾਕਿਸਤਾਨ ਸਮਝਦੇ ਨੇ। ਇਸ ਲਈ ਨਨਕਾਣਾ ਸਾਹਿਬ ਦਾ ਉਹਨਾਂ ਨੇ ਇੰਨਾ ਵੱਡਾ ਇਸ਼ੂ ਬਣਾਇਆ ਹੋਇਆ। ਉਹ ਸਮਝਦੇ ਨੇ ਕਿ ਪੰਜਾਬੀ ਲੋਕ ਤਾਂ ਬਾਈ ਚੋਇਸ ਇਸ ਮੁਲਕ ਵਿੱਚ ਆਏ ਨੇ। ਪੰਜਾਬ ਤਾਂ ਜੇ ਪਿਆਰ ਨਾਲ ਜੋ ਮਰਜ਼ੀ ਕਰਵਾ ਲਓ, ਤੋਂ ਤੁਸੀਂ ਜ਼ਬਰਦਸਤੀ ਕਰਵਾ ਹੀ ਨਹੀਂ ਸਕਦੇ। ਇਹ ਜਿਹੜੀ ਬੇਸਿਕ ਸਾਈਕੋਲੋਜੀ ਹੈ, ਇਹ ਜਿਹੜੀ ਲੀਡਰਸ਼ਿਪ ਹੁਣ ਸਾਡੀ ਕੰਟਰੀ ਨੂੰ ਰੂਲ ਕਰਦੀ ਹੈ, ਜਿਹੜੀ ਕਿ ਵਪਾਰੀ ਲੀਡਰਸ਼ਿਪ ਕਹਿ ਸਕਦੇ ਹੋ, ਜਿਹੜੇ ਕਿ ਹਰ ਚੀਜ਼ ਨੂੰ ਸੌਦੇ ਦੇ ਹਿਸਾਬ ਨਾਲ ਦੇਖਦੇ ਨੇ, ਉਹ ਇਹ ਸਾਈਕੋਲੋਜੀ ਸਮਝ ਨਹੀਂ ਸਕਦੀ ਪੰਜਾਬ ਦੀ, ਪੰਜਾਬ ਕਿਸਾਨਾਂ ਦੀ, ਕਿ ਇੱਥੇ ਤਾਂ ਲੋਕ ਮਰਨ ਲਈ ਤਿਆਰ ਹੋ ਜਾਂਦੇ। ਇਹ ਹਰਿਆਣਾ ਦੇ ਜੱਟਾਂ ਦਾ ਵੀ, ਹਰਿਆਣਾ ਦੇ ਕਿਸਾਨਾਂ ਦੇ ਵੀ ਬੜਾ ਵੱਡਾ ਕਰੈਕਟਰ ਹੈ। ਅੰਗਰੇਜ਼ ਵੀ ਇਹਨਾਂ ਨੂੰ ਕੰਟਰੋਲ ਨਹੀਂ ਕਰ ਸਕੇ ਸੀ। ਜੋ ਸ਼ਾਂਤ ਰਹਿਣ ਤਾਂ ਕੁਛ ਵੀ ਉਹਨਾਂ ਤੋਂ ਲੈ ਲਓ, ਪਿਆਰ ਨਾਲ ਤੁਸੀਂ ਕੁਛ ਵੀ ਲੈ ਲਓ, ਪਿਆਰ ਨਾਲ ਜਾਨ ਵੀ ਵਾਰ ਦਿੰਦੇ ਨੇ। ਪੰਜਾਬ ਦੀ ਜਿਹੜੀ ਕੰਟਰੀਬਿਊਸ਼ਨ 65 ਦੀ ਲੜਾਈ, 71 ਦੀ ਲੜਾਈ, ਹਰ ਜਗ੍ਹਾ ਹੀ ਅੰਗਰੇਜ਼ਾਂ ਦੇ ਵੀ ਦੋਸਤ ਬਣ ਗਏ ਸੀ। ਐਡੀ ਵੱਡੀ ਲੜਾਈ ਲੜ ਕੇ 7 ਸਾਲਾਂ 'ਚ ਅੰਗਰੇਜ਼ਾਂ ਨੇ ਆਪਣੇ ਨਾਲ ਲਾ ਲਿਆ ਸੀ। ਸੋ ਇਹ ਜਿਹੜਾ ਕਰੈਕਟਰ ਹੈ ਇਸ ਪੂਰੇ ਰੀਜਨ ਦਾ, ਇਹ ਇਕੱਲਾ ਪੰਜਾਬ ਦਾ ਨਹੀਂ ਹੈ। ਪੰਜਾਬ ਹਰਿਆਣਾ ਜਿਹੜਾ ਪੂਰਾ ਹੈ, ਚਾਹੇ ਪਾਕਿਸਤਾਨ ਪੰਜਾਬ ਹੈ, ਜਿਹੜਾ ਬੇਸਿਕ ਕਰੈਕਟਰ ਹੈ, ਇਹਨਾਂ ਨੂੰ ਸਮਝੇ ਬਗੈਰ ਕੋਈ ਗਵਰਨਮੈਂਟ ਇਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੀ। ਅੱਛਾ, ਤੇ ਇਸ ਕਰਕੇ ਉਹੀ ਇਸ਼ੂ ਹੈ, ਉਹ ਨਹੀਂ ਸਮਝਦੇ, ਉਹ ਇਹਨਾਂ ਨੂੰ ਵਪਾਰੀ ਮੰਗਰ ਟ੍ਰੀਟ ਕਰਦੇ ਆ। ਇਹ ਆਪਣੇ ਹੱਕਾਂ ਲਈ ਹੁਣ ਇਸੇ ਹੱਕ ਤੇ ਆ ਗਏ, ਉਹ ਤਾਂ ਲਾਸਟ ਬੈਟਲ ਮੰਗਰ ਲੜ ਰਹੇ ਹਨ। ਸਰ ਤੁਸੀਂ ਦੀਪ ਸਿੱਧੂ ਨਾਮ ਲਿਆ, ਤੁਸੀਂ ਫੋਟੋ ਵੀ ਦੇਖੀ ਹੈ, ਕੀ ਲਿਖਿਆ ਦੀਪ ਸਿੱਧੂ ਇਸ ਪੋਸਟਰ ਦੇ ਉੱਤੇ? ਆਓ ਪੰਜਾਬ ਦੇ ਵਾਰਸੋ, ਵਾਰਿਸ ਪੰਜਾਬ ਦੇ ਮੁਹਿੰਮ ਲਈ ਰਜਿਸਟਰ ਕਰੋ। ਮੈਂ ਹਾਂ ਵਾਰਿਸ ਪੰਜਾਬ ਦਾ। ਪੰਜਾਬ ਦੇ ਵਾਰਸੋ, ਆਓ ਵਾਰਿਸ ਪੰਜਾਬ ਦੇ ਮੁਹਿੰਮ ਵਿੱਚ ਆਪਣੀ ਸ਼ਮੂਲੀਅਤ ਕਰਕੇ ਪੰਜਾਬ ਦਾ ਆਪਣਾ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਉਸਾਰਨ ਲਈ ਸੰਵਾਦ ਆਰੰਭੀਏ। ਇਹ ਮੁਹਿੰਮ ਦਾ ਹਿੱਸਾ ਬਣਨ ਲਈ ਰਜਿਸਟਰ ਕਰੋ www.warispunjab.org। ਜਿਹੜੇ ਕਿ ਚਲਾ ਰਹੇ ਨੇ ਜਸਦੇਵ ਸਿੰਘ ਆਫ ਫਰੀਮੌਂਟ USA ਵਿੱਚ। ਸਰ ਹੁਣ ਗੱਲ ਕਰੀਏ ਸਿੱਖ ਕਾਕਸ ਦੇ ਉੱਤੇ, ਜੇ ਵਾਕਈ ਹੀ ਵੀ ਸਿੱਖ ਕਾਕਸ ਵੱਲੋਂ ਜਿਵੇਂ ਬਲਦੇਵ ਸਿੰਘ ਸਿਰਸਾ ਦੀ ਚਿੱਠੀ ਹੋ ਗਈ, ਤੁਸੀਂ ਕਹਿੰਦੇ ਕਿ ਲੈਟਰ ਹੈਡ ਹੀ ਨਹੀਂ ਇਸ਼ੂ ਹੈਗਾ, ਉਹ ਚਿੱਠੀ ਲਿਖ ਕੇ ਭੇਜ ਦਿੰਦੇ ਨੇ ਸਿੱਖ ਕਾਕਸ ਨੂੰ। ਹੁਣ ਦੀਪ ਸਿੱਧੂ ਨੂੰ ਕੀ ਮੰਨਿਆ ਜਾਵੇ ਕਿ ਉਹ ਵੀ ਸਿੱਖ ਕਾਕਸ ਦਾ ਹੀ ਇੱਕ ਹਿੱਸਾ ਹੈਗਾ? ਜੇ ਵਾਰਿਸ ਪੰਜਾਬ ਦੇ ਆਪਾਂ ਦੇਖਿਆ ਸੀ ਕਿ ਸ਼ੰਭੂ ਮੋਰਚੇ ਤੇ ਬੈਨਰ ਲੱਗੇ ਸੀ, ਉਹਨਾਂ ਦੀ ਹਰ ਇੱਕ ਵੀਡੀਓ ਦੇ ਅੱਗੇ ਵਾਰਿਸ ਪੰਜਾਬ ਦੇ ਚੱਲਦੇ ਸੀ ਵੀ ਸਾਡੇ ਨਾਲ ਜੁੜੋ। ਵੈਬਸਾਈਟ ਤੁਸੀਂ ਕਹਿ ਦਿਓ ਕਿ ਬਾਹਰੋਂ ਬਣੀ ਹੈ, ਪਰ ਭਾਰਤ ਵਿੱਚ ਇਹਦਾ ਕੋਈ ਕੰਮ ਨਹੀਂ ਹੈਗਾ। ਫਿਰ ਚਲਾ ਕੌਣ ਰਿਹਾ, ਪਿੱਛੋਂ ਕੌਣ ਚਲਾ ਰਿਹਾ ਇਹਨਾਂ ਨੂੰ? ਉਹੀ ਤਾਂ ਅਜੀਬ ਹੈ ਕਿ ਇੱਕ ਪਾਸੇ ਸਿੱਖ ਕਾਕਸ ਕਹਿੰਦਾ ਕਿ ਸਾਡਾ ਅੰਦਰ ਬਾਹਰਲੇ ਜਿਹੜੇ USA ਤੋਂ ਬਾਹਰਲੇ ਸਿੱਖ ਮਾਮਲੇ ਤੇ ਸਾਡਾ ਕੋਈ ਲੈਣਾ ਦੇਣਾ ਨਹੀਂ। ਉਹਨਾਂ ਦਾ ਇੱਕ ਵੱਡਾ ਬਹਾਨਾ ਹੈ ਕਿ ਤੁਸੀਂ 84 ਦੀ ਗੱਲਾਂ ਨਾ ਕਰੋ, ਤੁਸੀਂ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਪੰਜਾਬ ਵਿੱਚ ਗੱਲਾਂ ਨਾ ਕਰੋ, ਤੁਸੀਂ ਪੁਲਿਸ ਅਫਸਰ ਨੂੰ ਸਜ਼ਾ ਦੇਣ ਦੀ ਗੱਲਾਂ ਨਾ ਕਰੋ, ਤੁਸੀਂ ਲੀਗਲ ਏਡ ਦੀ ਗੱਲ ਨਾ ਕਰੋ, ਤੁਸੀਂ ਜ਼ਿਆਦਾ ਪਾਵਰ ਟੂ ਪੰਜਾਬ ਜਾਂ ਸਟੇਟ ਪਾਵਰ ਦੀ ਗੱਲ ਨਾ ਕਰੋ, ਮਗਰ ਤੁਸੀਂ ਕ੍ਰੈਡਿਟ ਜ਼ਰੂਰ ਲੈ ਲਓ ਕਿ ਤੁਸੀਂ ਸੰਯੁਕਤ ਕਿਸਾਨ ਮੋਰਚਾ ਨੂੰ ਸਪੋਰਟ ਕਰ ਰਹੇ। ਇਹ ਕਿੰਨਾ ਕੰਟਰਾਡਿਕਸ਼ਨ ਹੈ, ਕਿੰਨਾ ਕੰਟਰਾਡਿਕਸ਼ਨ ਹੈ ਕਿ ਜਿੱਥੇ ਤਾਂ ਸਵਾਲ ਹੁੰਦਾ, ਜਿੱਥੇ ਗਵਰਨਮੈਂਟ ਆਫ ਇੰਡੀਆ ਨਾਲ ਤੁਹਾਡੇ ਖਿਲਾਫ ਸਿੱਧਾ ਕੌਨਫਲਿਕਟ ਹੁੰਦਾ, ਉੱਥੇ ਤਾਂ ਤੁਸੀਂ ਕਹਿੰਦੇ ਕਿ ਅਸੀਂ ਸਿਰਫ ਅਮਰੀਕਨ ਸਿੱਖਾਂ ਦੀ ਗੱਲ ਕਰਦੇ। ਸਾਡਾ ਕੋਰ ਪਰਪਸ ਉਹੀ ਹੈ। ਦੂਜੇ ਪਾਸੇ ਜੋ ਤੁਸੀਂ ਕ੍ਰੈਡਿਟ ਲੈਣਾ, ਤੁਸੀਂ ਇਹੋ ਜਿਹੇ ਚਿੱਠੀਆਂ ਲਿਖਵਾ ਕੇ, ਇਹੋ ਜਿਹੇ ਚਿੱਠੀਆਂ ਦੇ ਬੇਸ 'ਤੇ, ਜਿਹੜਾ ਮਾਮਲਾ ਬਿਲਕੁਲ ਹੀ USA ਗਵਰਨਮੈਂਟ ਨਾਲ ਸੰਬੰਧਿਤ ਨਹੀਂ ਹੈ ਜਾਂ ਇੰਡੀਅਨ, ਇਹ ਤਾਂ ਬਿਲਕੁਲ ਇੰਡੀਆ ਦਾ ਇੰਟਰਨਲ ਮਾਮਲਾ ਹੈ। ਉੱਥੇ ਤੁਸੀਂ ਸਿੱਧਾ ਕਲੇਮ ਕਰਦੇ ਹੋ ਕਿ ਅਸੀਂ ਸੰਯੁਕਤ ਕਿਸਾਨ ਮੋਰਚਾ ਨੂੰ ਮਦਦ ਕਰ ਰਹੇ। ਸੋ ਇੱਕ ਪਾਸੇ ਤੁਹਾਡਾ ਕਿੰਨਾ ਮਤਲਬ ਤੁਸੀਂ ਬੇਸਿਕਲੀ ਪਕੜੇ ਜਾਂਦੇ ਹੋ ਝੂਠ ਬੋਲਦੇ, ਜੋ ਤੁਸੀਂ ਕਹਿੰਦੇ ਆ। ਹਾਲਾਂਕਿ ਮਦਦ ਨਹੀਂ ਕੀਤੀ ਲੱਗਦੀ, ਮੈਨੂੰ ਲੱਗਦੀ ਨਹੀਂ ਕਿ ਸੰਯੁਕਤ ਕਿਸਾਨ ਮੋਰਚਾ ਨੇ, ਕਿਉਂਕਿ ਉਹਨਾਂ ਨੇ ਤਾਂ ਬਿਲਕੁਲ ਡਿਨਾਈ ਕੀਤਾ। ਉਹ ਨਹੀਂ ਮੰਨਦੇ ਕਿ ਸਾਨੂੰ US ਗੁਰਦੁਆਰਾ ਸਿੱਖ ਗੁਰੂ ਪ੍ਰਬੰਧਕ ਕਮੇਟੀ ਨੇ ਕੋਈ ਮਦਦ ਕੀਤੀ ਜਾਂ ਕੋਈ ਏਡ ਭੇਜੀ ਜਾਂ ਕੋਈ ਪੈਸਾ ਭੇਜਿਆ, ਮਗਰ ਇਹ ਤਾਂ ਕਲੇਮ ਕਰਦੇ ਨੇ ਕਿ ਅਸੀਂ ਬਹੁਤ ਮਦਦ ਕੀਤੀ ਹੈ ਸੰਯੁਕਤ ਕਿਸਾਨ ਮੋਰਚਾ। ਨਹੀਂ, ਉਹਦੇ ਦੀਪ ਸਿੱਧੂ ਵੀ ਕਹਿੰਦੇ ਨੇ ਕਿ ਮੈਂ ਕਿਸਾਨਾਂ ਦੇ ਨਾਲ ਆ। ਜੇ ਉਹਨਾਂ ਦੀ ਵੈਬਸਾਈਟ, ਜਿਵੇਂ ਸ਼ੰਭੂ ਮੋਰਚੇ ਦੀ ਵੀ ਤੁਸੀਂ ਗੱਲ ਕਰ ਰਹੇ ਹੋ ਕਿ ਵੈਬਸਾਈਟ ਰਜਿਸਟਰਡ ਬਾਹਰ ਹੈਗੀ ਹੈ, ਨੰਬਰ ਅਮਰੀਕਾ ਦਾ ਉੱਪਰ ਹੈਗਾ, ਬਾਹਰ ਜਸਦੇਵ ਸਿੰਘ ਬੈਠਾ, ਉਹੀ ਸੀ ਕਾਕਸ ਦੇ ਵਿੱਚ ਹੋਸਟ ਬਣਿਆ ਹੋਇਆ, ਤਾਂ ਫਿਰ ਦੀਪ ਸਿੱਧੂ ਨੂੰ ਕਿੱਥੇ ਤੁਸੀਂ ਰੱਖ ਕੇ ਦੇਖੋਗੇ ਕਿ ਵਾਕਈ ਉਹ ਕਿਸਾਨਾਂ ਦੀ ਮਦਦ ਕਰ ਰਹੇ ਨੇ ਇਸ ਸਮੇਂ, ਕਿ ਉਹ ਸਿੱਖ ਕਾਕਸ ਦੇ ਪਿੱਛੇ ਲੱਗ ਕੇ ਉਹ ਅਲੱਗ ਪਲਾਨ ਤੇ ਚੱਲਦੇ ਹੋਏ ਨੇ? ਦੀਪ ਸਿੱਧੂ ਦਾ ਸਨੀ ਦਿਓਲ ਦਾ ਕੰਪੇਨ ਮੈਨੇਜਰ ਬਣਨਾ, ਦੀਪ ਸਿੱਧੂ ਦਾ ਸੰਯੁਕਤ ਕਿਸਾਨ ਮੋਰਚੇ ਦੀ ਸਾਰੀ ਜਿਹੜੀ ਕਾਮਨ ਸਟ੍ਰੈਟਜੀ ਨੂੰ ਉਹਦੇ ਖਿਲਾਫ ਚੱਲਣਾ, ਫਿਰ ਉਹਨੂੰ ਇਸ ਚੀਜ਼ ਦਾ ਬੜੇ ਫਕਰ ਨਾਲ, ਹਾਲਾਂਕਿ ਝੰਡਾ ਲਹਿਰਾਉਣਾ ਕੋਈ ਵੱਡੀ ਗੱਲ ਨਹੀਂ ਸੀ ਉੱਥੇ, ਮਗਰ
ਉਹਦੇ ਨਾਲ ਗਵਰਨਮੈਂਟ ਆਫ ਇੰਡੀਆ ਨੂੰ ਕਿੱਡਾ ਵੱਡਾ ਮੌਕਾ ਮਿਲਿਆ ਕੇਸ ਦਰਜ ਕਰਨ ਦਾ। ਜੇ ਇਹ ਉੱਥੇ ਝੰਡਾ ਨਾ ਲਹਿਰਾਉਂਦਾ ਤਾਂ ਇੰਨੇ ਐਫ ਆਈ ਆਰ ਨਹੀਂ ਸੀ ਹੋਣੇ ਕਿਸਾਨਾਂ ਦੇ ਖਿਲਾਫ। ਤੁਹਾਨੂੰ ਲੱਗਦਾ ਕਿ ਬਾਹਰੋਂ ਕਿਸੇ ਨੇ ਕਿਹਾ ਸੀ ਝੰਡਾ ਲਹਿਰਾਉਣ ਵਾਸਤੇ? ਇਹ ਤਾਂ ਕੀ ਕਹਿ ਸਕਦੇ ਹਾਂ, ਜਦ ਤੱਕ ਕੋਈ ਹੋਰ ਇਨਵੈਸਟੀਗੇਸ਼ਨ ਨਹੀਂ ਹੁੰਦੀ, ਸਬੂਤ ਨਹੀਂ ਆਉਂਦਾ। ਮਗਰ ਝੰਡਾ ਲਹਿਰਾਉਣਾ ਤਾਂ ਕੋਈ ਕਿਸੇ ਵੀ ਫੈਸਲੇ ਦਾ ਹਿੱਸਾ ਨਹੀਂ ਸੀ। ਲਾਲ ਕਿਲੇ ਜਾਣ ਵਿੱਚ ਵੀ ਕਿਸੇ ਦਾ ਫੈਸਲਾ ਹਿੱਸਾ ਨਹੀਂ ਸੀ। ਉਸ ਵੇਲੇ ਤਾਂ ਸਾਰੇ ਇੰਨਾ ਵੱਡਾ ਦਿੱਲੀ ਦੇ ਲੋਕਾਂ ਦਾ ਦਿਲ ਜਿੱਤਣਾ ਚਾਹੁੰਦੇ ਸੀ। ਤਾਂ ਉਹ ਕਹਿੰਦੇ ਸੀ ਕਿ ਜਿੱਦਾਂ ਤੁਸੀਂ ਖੁਸ਼ ਹੋ 26 ਜਨਵਰੀ, ਅਸੀਂ ਵੀ 26 ਜਨਵਰੀ ਮਨਾਵਾਂਗੇ, ਆਪਣੇ ਤਰੀਕੇ ਨਾਲ ਮਨਾਓ। ਇੱਕ ਸਰਕਾਰੀ 26 ਜਨਵਰੀ, ਉਹਦੀ ਸਾਰੀ ਜਿਹੜੀ ਸੀ ਨਾ ਰੌਣਕ ਸਰਕਾਰੀ 26 ਜਨਵਰੀ ਦੀ, ਕਿਸਾਨ ਆਪਣੀ 26 ਜਨਵਰੀ ਨੂੰ ਇੰਨਾ ਸੋਹਣਾ ਮਨਾਉਂਦੇ, ਇੰਨੇ ਪਿਆਰ ਮੁਹੱਬਤ ਨਾਲ, ਕਿਉਂਕਿ ਜਿਹੜਾ ਸੰਯੁਕਤ ਮੋਰਚੇ ਦੀ ਟਰੈਕਟਰ ਮਾਰਚ ਸੀ ਉਹ ਵਾਕਿਆ ਜਿਹੜੀ ਕਮਿਊਨਲ ਹਾਰਮਨੀ ਦਾ ਇੱਕ ਜਿੰਦੀ ਜਾਗਦੀ ਤਸਵੀਰ ਸੀ। ਇਹਨਾਂ ਦੇ ਟਰੈਕਟਰਾਂ ਵਿੱਚ ਕਿਤੇ ਔਰਤਾਂ ਕਿਤੇ ਬੱਚੇ, ਉੱਥੇ ਕੋਈ ਫਰਕ ਨਹੀਂ ਸੀ ਹਿੰਦੂ ਮੁਸਲਮਾਨ ਦਾ, ਉੱਥੇ ਕੋਈ ਫਰਕ ਨਹੀਂ ਸੀ ਹਿੰਦੂ ਸਿੱਖ ਦਾ, ਉੱਥੇ ਕੋਈ ਫਰਕ ਨਹੀਂ ਸੀ ਕਿਸੇ ਜਾਤੀ ਦਾ ਉੱਪਰ ਨੀਚ ਦਾ। ਜਿੱਦਾਂ ਲੰਗਰ ਚੱਲ ਰਿਹਾ ਸੀ ਉੱਦਾਂ ਹੀ ਲੰਗਰ ਦੇ ਹਿਸਾਬ ਨਾਲ ਹੀ ਬਿਲਕੁਲ ਬਰਾਬਰੀ ਨਾਲ ਚੱਲ ਰਿਹਾ ਸੀ। ਔਰ ਉਹ ਸਰਕਾਰ ਦਾ ਜਿਹੜਾ ਏਜੰਡਾ ਹੈਗਾ, ਜਿਹੜਾ ਆਪਾਂ ਕਹਿੰਦੇ ਹਾਂ ਕਿ ਸਰਕਾਰ ਦਾ ਜਿਹੜਾ ਮੇਜਰ ਰਾਸ਼ਟਰੀ ਸਵੈ ਸੇਵਕ ਸੰਘ ਦਾ ਜਿਹੜਾ ਮੇਜਰ ਏਜੰਡਾ ਕੀ ਹੈ ਕਿ ਉਹ ਸਭ ਨੂੰ ਬਰਾਬਰ ਨਹੀਂ ਸਮਝਦੇ। ਮੁਸਲਮਾਨਾਂ ਨੂੰ ਤਾਂ ਬਿਲਕੁਲ ਹੀ ਦੁਸ਼ਮਣ ਸਮਝਦੇ ਨੇ, ਬਾਕੀਆਂ ਨੂੰ ਵੀ ਬਰਾਬਰ ਨਹੀਂ ਸਮਝਦੇ। ਇਸੇ ਲਈ ਉਹਨਾਂ ਨੂੰ ਦਲਿਤਾਂ ਔਰ ਮੁਸਲਮਾਨਾਂ ਨੂੰ ਔਰ ਮਾਈਨੋਰਿਟੀਜ਼ ਤੋਂ ਹਮੇਸ਼ਾ ਹੀ ਉਹਨਾਂ ਨੂੰ ਕਹਿ ਲਓ ਖੁੰਦਕ ਆਉਂਦੀ ਹੈ, ਜੋ ਉਹਨਾਂ ਨੂੰ ਬੁਰਾ ਸਮਝਦੇ ਹਰ ਤਰੀਕੇ ਨਾਲ, ਜਾਂ ਉਹਨਾਂ ਨੂੰ ਆਪਣੇ ਵਿੱਚ ਮਿਲਾਉਣਾ ਚਾਹੁੰਦੇ ਜਾਂ ਉਹਨਾਂ ਨੂੰ ਦਬਾਉਣਾ ਚਾਹੁੰਦੇ ਆ। ਤਾਂ ਇਹ ਸਾਰੀ ਪਾਲਿਸੀ ਜਿਹੜੀ ਸੀ ਨਾ, ਇਹਦਾ ਇੱਕ ਵਿਜ਼ੀਬਲ ਜਿਹੜਾ ਸਿੰਬੋਲਿਜ਼ਮ 26 ਜਨਵਰੀ ਨੂੰ ਕਿਸਾਨਾਂ ਨੇ ਦਿਖਾਉਣਾ ਸੀ ਔਰ ਦਿਖਾਇਆ ਵੀ। ਜਿਨ੍ਹਾਂ ਨੇ ਉਹ ਉਹਨਾਂ ਦੀ ਆਪਣੀ ਮਾਰਚ ਦੇਖੀ ਹੈ, ਉਹਨਾਂ ਨੇ ਵਾਕਿਆ ਦੇਖਿਆ ਕਿ ਉੱਥੇ ਲੋਕੀ ਆਲਮੋਸਟ ਫੁੱਲ ਸਿੱਟ ਰਹੇ ਸੀ ਤਾਂ ਹੈਰਾਨ ਹੋ ਰਹੇ ਸੀ। ਇੰਨੇ ਲੱਖਾਂ ਲੋਕ ਉੱਥੇ ਆਏ ਹੋਣ, ਇੱਕ ਦੁਕਾਨ ਨਾ ਜਲੀ ਹੋਵੇ, ਇੰਨੇ ਲੱਖਾਂ ਲੋਕ ਆਏ ਹੋਣ ਜੋ ਦਿੱਲੀ ਦੇ ਵਿੱਚ ਫੈਲ ਜਾਣ, ਔਰ ਇੱਕ ਕਿਸੇ ਬੰਦੇ ਨੇ ਕੋਈ ਕੰਪਲੇਂਟ ਨਾ ਕੀਤੀ ਹੋਵੇ, ਉਹਦਾ ਛੋਟਾ ਜਿਹਾ ਵੀ ਨੁਕਸਾਨ ਕੀਤਾ ਹੋਵੇ ਜਾਂ ਕਿਸੇ ਨੂੰ ਕੋਈ ਚਪੇੜ ਹੀ ਮਾਰੀ ਹੋਵੇ। ਇੰਨਾ ਜਿਹੜਾ ਡਿਸਪਲਿਨਡ ਮਾਰਚ ਹੋਵੇ ਔਰ ਤੁਸੀਂ ਸਾਰੀ ਜਿਹੜੀ ਪਬਲਿਸਿਟੀ ਸਾਰੀ ਦੁਨੀਆ ਵਿੱਚ ਦਿਖਾਤੀ ਇੱਕ ਛੋਟੇ ਜਿਹੇ ਇੰਸੀਡੈਂਟ 'ਤੇ, ਜਿਹੜੇ ਕਿ 2 4 10 15 ਹਾਰਡਲੀ ਪੁਲਿਸ ਦੇ ਐਫ ਆਈ ਆਰ ਵਿੱਚ 1000 ਬੰਦੇ ਤੋਂ ਜ਼ਿਆਦਾ ਨਹੀਂ ਸੀ ਉੱਥੇ ਗਏ। ਪੁਲਿਸ ਦੇ ਐਫ ਆਈ ਆਰ ਵੀ ਕਹਿੰਦੇ ਕਿ 1000 ਬੰਦੇ, ਸਿਰਫ 1000 ਬੰਦੇ। ਲੱਖਾਂ ਬੰਦਿਆਂ ਦੀ ਪਰੇਡ ਵਿੱਚ 1000 ਬੰਦੇ ਰਸਤਾ ਤੋੜ ਕੇ ਇੱਕ ਲਾਲ ਕਿਲੇ ਚਲੇ ਗਏ, ਜਿੱਥੇ ਰਸਤਾ ਖੋਲ੍ਹ ਦਿੱਤਾ ਗਿਆ ਕਿ ਆਓ ਤੁਸੀਂ ਲਾਓ ਝੰਡਾ। ਔਰ ਫਿਰ ਉਹ ਕਾਨੂੰਨ ਦੇ ਮੁਤਾਬਿਕ ਉਹ ਵੀ ਗਲਤ ਨਹੀਂ ਸੀ, ਝੰਡਾ ਲਾਉਣਾ ਵੀ ਨਹੀਂ ਸੀ ਕਿਉਂਕਿ ਤਿਰੰਗੇ ਨੂੰ ਹੱਥ ਫਿਰ ਵੀ ਨਹੀਂ ਲੱਗਾ। ਸੋ ਇਸ ਕਰਕੇ ਉਸ ਹਿਸਾਬ ਨਾਲ, ਮਗਰ ਜਿਹਨੇ ਵੀ ਇਹ ਪਲੈਨਿੰਗ ਕੀਤੀ ਹੈ ਉਹਨਾਂ ਨੇ ਆਪਣੇ ਹਿਸਾਬ ਨਾਲ ਤਾਂ ਇਹੀ ਕੀਤਾ ਸੀ ਕਿ ਘੱਟੋ ਘੱਟ ਜਿਹੜੀ ਕਿਸਾਨ ਸੰਯੁਕਤ ਮੋਰਚਾ ਦੀ ਜਿਹੜੀ ਟਰੈਕਟਰ ਪਰੇਡ ਤੋਂ ਧਿਆਨ ਹਟ ਕੇ ਦੁਨੀਆ ਦਾ ਇਸ ਗੱਲ 'ਤੇ ਜੁੜ ਜਾਏ। ਉਹ ਸਕਸੈਸਫੁਲੀ ਹੋਏ। ਉਸ ਦਿਨ ਦੇ ਜਾਂ 2 ਦਿਨ ਦੇ ਵਿੱਚ ਜਿਹੜਾ ਸਾਰਾ ਹਿੰਦੁਸਤਾਨ ਵਿੱਚ ਦਿਖਾਇਆ ਗਿਆ, ਉਹ ਸਿਰਫ ਲਾਲ ਕਿਲ੍ਹਾ ਦਿਖਾਇਆ ਗਿਆ। ਇੰਨੇ ਹਜ਼ਾਰਾਂ ਕਿਸਾਨ ਆਪਣੇ ਸਾਰੇ ਟਰੈਕਟਰਾਂ ਨਾਲ ਸ਼ਾਂਤਮਈ ਢੰਗ ਨਾਲ ਦਿੱਲੀ ਦੇ ਹਰ ਸੜਕ 'ਤੇ ਤੁਰੇ ਫਿਰਦੇ, ਕਿਸੇ ਨੇ ਦਿਖਾਏ ਨਹੀਂ। ਅਤੇ ਇਸ ਕਰਕੇ ਉਸ ਹਿਸਾਬ ਨਾਲ ਕਹਿਣਾ ਕਿ ਔਰ ਫਿਰ ਜਿਹੜਾ ਸ਼ੰਭੂ ਮੋਰਚਾ ਸੀ ਇਹ ਕਲੀਅਰਲੀ ਸਾਰੇ ਕਿਸਾਨ ਆਰਗੇਨਾਈਜੇਸ਼ਨ ਨੇ ਨਹੀਂ ਚਲਾਇਆ। ਇਹਦਾ ਬਹੁਤ ਵੱਡਾ ਕ੍ਰੈਡਿਟ ਦੀਪ ਸਿੱਧੂ ਨੂੰ ਜਾਂਦਾ। ਦੀਪ ਸਿੱਧੂ ਇੱਕ ਜਿਸ ਤਰ੍ਹਾਂ ਉਹਨੇ ਪੇਸ਼ ਕੀਤਾ ਕਿ ਉਹ ਆਮ ਯੰਗ ਯੂਥ ਲੀਡਰ ਹੈਗਾ, ਔਰ ਮੋਰਚੇ ਦਾ ਜਿਹੜਾ ਪਰ ਡੇ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ, ਲੰਗਰ ਦਾ ਖਰਚਾ ਬਹੁਤ ਹੁੰਦਾ। ਤੁਸੀਂ ਦਰਬਾਰ ਸਾਹਿਬ ਵਿੱਚ 50,000 ਬੰਦਾ ਲੰਗਰ ਲੱਗਦਾ ਤਾਂ 16-17 ਲੱਖ ਲੱਗ ਜਾਂਦੇ ਨੇ। ਇਹ 50,000 ਬੰਦਾ ਰੋਟੀ ਖਿਲਾਉਣਾ ਇੱਕ ਦਿਨ ਦੀ। ਅਤੇ ਇਸੇ ਤਰ੍ਹਾਂ ਹੀ ਸ਼ੰਭੂ ਬਾਰਡਰ 'ਤੇ ਆਪਾਂ ਦੇਖ ਲੈਂਦੇ ਕਿੰਨੇ ਵੱਡੇ ਜਾਂ ਟਿਕਰੀ ਬਾਰਡਰ 'ਤੇ ਕਿੱਡੇ ਵੱਡੇ ਲੰਗਰ ਲੱਗੇ ਹੋਏ ਹੈ। ਗੁਰਦੁਆਰਾ ਨੇ ਪਿੰਡਾਂ ਨੇ ਲੰਗਰ ਲਾਏ ਹੋਏ, ਤਾਂ ਕਿਤੇ ਲੋਕਾਂ ਦੇ ਢਿੱਡ ਭਰ ਰਹੇ ਨੇ। 8 ਮਹੀਨੇ ਤੋਂ ਚਾਹੇ ਤੁਸੀਂ ਨੰਦੇੜ ਸਾਹਿਬ ਤੋਂ ਆ ਕੇ ਲੋਕੀ ਲੰਗਰ ਲਾਏ ਹੋ, ਵੱਡੇ ਬਾਬਿਆਂ ਨੇ ਲੰਗਰ ਲਾਏ ਹੋਇਆ, ਅਤੇ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰ ਲਾਇਆ, ਤਾਂ ਕਿਤੇ ਤੁਸੀਂ ਮੈਨੇਜ ਕਰ ਰਹੇ ਹੋ। ਸ਼ੰਭੂ ਮੋਰਚੇ 'ਤੇ ਇਕੱਲੇ ਦੀਪ ਸਿੱਧੂ ਨੇ ਆਪਣੇ ਲੈਵਲ 'ਤੇ ਲੰਗਰ ਲਾਤਾ ਔਰ ਆਪਣੇ ਲੈਵਲ 'ਤੇ 2 ਮਹੀਨੇ ਚਲਾ ਗਿਆ, ਔਰ ਕੋਈ ਨਹੀਂ ਹਾਲੇ ਦੱਸਿਆ ਕਿ ਕਿੱਥੋਂ ਉਸ ਵੇਲੇ ਲੋਕਾਂ ਨੇ ਕਿਹਨੇ ਪੈਸੇ ਦਿੱਤੇ, ਕਿਵੇਂ ਚੱਲਿਆ। ਇਹ ਵਾਕਿਆ ਹੀ ਸ਼ੱਕ ਤਾਂ ਪੈਂਦਾ ਹੀ ਹੈ। ਔਰ ਜਦੋਂ ਐਡੀ ਵੱਡੀ ਸਰਕਾਰ ਲੱਗੀ ਹੋਵੇ ਇਸ ਮੋਰਚੇ ਨੂੰ ਤੋੜਨ ਲਈ, ਉਹਨਾਂ ਹਾਲਾਤਾਂ ਵਿੱਚ ਤੁਹਾਨੂੰ ਹਰ ਚੀਜ਼ ਸ਼ੱਕ ਦੀ ਨਜ਼ਰ ਨਾਲ ਦੇਖਣੀ ਪੈਂਦੀ ਹੈ। ਉਹਦਾ ਹਰ ਬੰਦੇ ਦਾ ਬਿਆਨ, ਹਰ ਬੰਦੇ ਦੇ ਕਾਰਨਾਮੇ ਤੁਹਾਨੂੰ ਬੜੇ ਬਰੀਕੀ ਨਾਲ ਤੋਲਨੇ ਪੈਣਗੇ ਔਰ ਦੇਖਣੇ ਪੈਣਗੇ ਕਿ ਕਿਉਂਕਿ ਅਲਟੀਮੇਟਲੀ ਜਿਹੜੀ ਚੀਜ਼ ਹੁੰਦੀ ਹੈ, ਜਿਹੜੀ ਚਲਾਕੀਆਂ ਹੁੰਦੀਆਂ, ਜਿਹੜੀਆਂ ਮੈਨੀਪੂਲੇਸ਼ਨਾਂ ਹੁੰਦੀਆਂ, ਇਸੇ ਤਰੀਕੇ ਨਾਲ ਹੁੰਦੀਆਂ। ਕੋਈ ਸਿੱਧਾ ਨਹੀਂ ਆਉਂਦਾ ਕਿਸੇ ਮੂਵਮੈਂਟ ਨੂੰ ਖਤਮ ਕਰਨ ਲਈ, ਕੋਈ ਸਿੱਧਾ ਨਹੀਂ ਕਹਿੰਦਾ ਕਿ ਮੂਵਮੈਂਟ ਨੂੰ ਖਤਮ ਕਰੋ। ਉਹ ਹਮੇਸ਼ਾ ਹੀ ਚੋਰ ਦਰਵਾਜ਼ੇ ਨਾਲ ਹੀ ਐਂਟਰੀ ਹੁੰਦੀ। ਹੁਣ ਚੋਰ ਦਰਵਾਜ਼ੇ ਵਿੱਚ ਕਿੱਦਾਂ ਹੋ ਰਹੀ ਹੈ, ਕੁਛ ਆ ਰਹੀ ਹੈ, ਬਟ ਕੁਛ ਸ਼ੱਕ ਤਾਂ ਮੈਨੂੰ ਪਰਸਨਲੀ ਸ਼ੱਕ ਪੈ ਗਿਆ। ਮੈਂ ਕਦੀ ਦੀਪ ਸਿੱਧੂ ਦੇ ਖਿਲਾਫ ਕੋਈ ਬੋਲਿਆ ਨਹੀਂ, ਨਾ ਹੀ ਮੈਨੂੰ ਕੋਈ ਸ਼ੱਕ ਸੀ ਕਿ ਚਲੋ ਗਲਤੀ ਹੁੰਦੀ, ਕੀ ਵੱਡਾ ਜਵਾਨ ਬੰਦੇ ਇੱਦਾਂ ਦੀ ਗਲਤੀ ਕਰ ਹੀ ਲੈਂਦੇ। ਉਹ ਬੜਾ ਅੱਛਾ ਕੀਤਾ ਕਿ ਉਹਨਾਂ ਨੇ ਕੀਤਾ। ਮਗਰ ਜਦੋਂ ਇਹਦੀਆਂ ਤਾਰਾਂ ਜੁੜੀਆਂ ਦੇਖੇ ਦੇਸ਼ ਤੋਂ ਬਾਹਰ, ਜਦੋਂ ਇਹਨਾਂ ਦੇ ਤਾਰਾਂ ਜੁੜੀਆਂ ਦੇਖ ਕੇ ਇੱਧਰ USA ਨਾਲ,
ਜਦੋਂ ਦੇਖਿਆ ਔਰ ਉਸੇ ਟਾਈਮ ਜਿਹੜੀ ਆ ਕਿਤਾਬ ਛਪੀ ਔਰ ਉਹਦੇ ਵਿੱਚ ਦੂਜੀਆਂ ਗੱਲਾਂ ਪਤਾ ਲੱਗੀਆਂ, ਪਹਿਲੀ ਵਾਰੀ ਮੈਨੂੰ ਸ਼ੱਕ ਹੋਇਆ ਦੀਪ ਸਿੱਧੂ ਦੇ ਸਾਰੇ ਕੰਡਕਟ ਦੇ, ਕਿ ਇਹ ਤਾਂ ਇੱਕ ਵੱਡੀ ਇਹਨੂੰ ਜਿਹੜਾ ਲੀਡਰ ਬਣਾਇਆ ਜਾ ਰਿਹਾ, ਇਹ ਬਿਲਕੁਲ ਉਸੇ ਤਰ੍ਹਾਂ ਜਿਹੜੀ ਹੁਣ ਪੰਜਾਬ ਦੀ ਅਗਲੀ ਲੀਡਰਸ਼ਿਪ ਹੈ ਉਹਦੇ ਲਈ ਤੁਸੀਂ ਬੰਦਾ ਤਿਆਰ ਕਰ ਰਹੇ ਹੋ। ਜਿਸ ਤਰ੍ਹਾਂ ਹਮੇਸ਼ਾ ਹੀ ਹੁਣ ਸਰਕਾਰ ਨੂੰ ਪਤਾ ਹੈ ਕਿ ਦੋਨੋਂ ਜਿਹੜੇ ਹੈਗੇ ਆ, ਚਾਹੇ ਕਾਂਗਰਸ ਦੀ ਲੀਡਰਸ਼ਿਪ ਹੈ ਚਾਹੇ ਅਕਾਲੀਆਂ ਦੀ ਲੀਡਰਸ਼ਿਪ ਹੈ, ਲੋਕ ਉਹਨਾਂ ਤੋਂ ਬਹੁਤ ਤੰਗ, ਉਹ ਨਵਾਂ ਚਿਹਰਾ ਲੱਭ ਰਹੇ ਨੇ, ਉਹ ਨਵਾਂ ਬੰਦਾ ਲੱਭ ਰਹੇ ਨੇ। ਇਹਨਾਂ ਨੇ ਉਸ ਹਿਸਾਬ ਨਾਲ ਪਹਿਲਾਂ ਹੀ ਨਵਾਂ ਬੰਦਾ ਤਿਆਰ ਕਰਨ ਦੀ ਤਿਆਰੀ ਕਰ ਲਈ ਹੈ। ਮੈਨੂੰ ਹੁਣ ਇਸ ਵੇਲੇ ਲੱਗ ਰਿਹਾ ਕਿ ਇਹ ਤਾਂ ਇੱਕ ਤਰ੍ਹਾਂ ਦਾ ਪ੍ਰੋਜੈਕਟ ਹੈ, ਕਿਉਂਕਿ ਜਿਹੜਾ ਕਿਸਾਨਾਂ ਨਾਲ ਅੱਜ ਨਹੀਂ ਖੜਾ ਉਹਨੂੰ ਕੱਲ ਪੰਜਾਬ ਦੇ ਹਰਿਆਣਾ ਦੇ ਪਿੰਡਾਂ ਨੇ ਵੜਨ ਨਹੀਂ ਦੇਣਾ। ਇਹ ਸਪਸ਼ਟ ਹੈ, ਜਿਹੜਾ ਅਗਲਾ ਲੀਡਰ ਹੋਏਗਾ ਪੰਜਾਬ ਦਾ ਉਹ ਕਿਸਾਨ ਸੰਘਰਸ਼ ਦਾ ਲੀਡਰ ਹੋਣਾ ਚਾਹੀਦਾ ਔਰ ਹੋਏਗਾ ਵੀ। ਇਸ ਕਰਕੇ ਜੇ ਸਰਕਾਰ ਨੇ ਵਾਕਿਆ ਕੋਈ ਇਹੋ ਜਿਹਾ ਨਵਾਂ ਪਾਵਰ ਬੰਦੇ ਨੂੰ ਉਭਾਰਨਾ ਹੈ ਜਿਹੜਾ ਕਿ ਉਹਨਾਂ ਚੋਰੀ ਤੋਂ ਉਹਨਾਂ ਦੇ ਨਾਲ ਹੋਵੇ, ਵੈਸੇ ਲੱਗੇ ਕਿ ਲੀਡਰ ਵੀ ਬਣ ਜਾਏ ਲੋਕਾਂ ਦਾ, ਤਾਂ ਬਿਲਕੁਲ ਇਹੋ ਜਿਹਾ ਬੰਦਾ ਹੋ ਸਕਦਾ ਜਿਹਨੂੰ ਕਿ ਲੋਕ ਆਇਡੈਂਟੀਫਾਈ ਕਰਨ ਕਿਸਾਨਾਂ ਦੇ ਸੰਘਰਸ਼ ਨਾਲ, ਤੇ ਉਹਨੂੰ ਫਿਰ ਇੱਕ ਵਾਰੀ ਤੀਜੀ ਹੋਰ ਧੋਖਾ ਖਾ ਜਾਣ। ਜੈਨੂਨ ਹੁਣ ਤੁਹਾਨੂੰ ਕਲੀਅਰਲੀ ਪਤਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਕਿਹੜੀ ਲੀਡਰਸ਼ਿਪ ਹੈ, ਜਿਨ੍ਹਾਂ ਨੇ ਕਿਸਾਨ ਸਰਕਾਰ ਦੀ ਚਾਹ ਵੀ ਨਹੀਂ ਪੀਤੀ। ਇੱਕ ਪਾਸੇ ਤਾਂ ਉਹ ਇਮਾਨਦਾਰ ਸਿੱਧੀ ਸਪਸ਼ਟ ਲੀਡਰਸ਼ਿਪ ਹੈ, ਦੂਸਰੇ ਪਾਸੇ ਇਹੋ ਜਿਹੇ ਯੰਗ ਲੀਡਰ ਹੈ ਜਿਹੜੇ ਕਿ ਜਿਨ੍ਹਾਂ ਦੇ ਸਾਰਾ ਜੋ ਤੁਸੀਂ ਥੋੜ੍ਹਾ ਜਿਹਾ ਪਰੋਲ ਹੋਏ, ਮੈਂ ਕਹਿੰਦਾ ਕੋਈ ਇਨਵੈਸਟੀਗੇਟਿੰਗ ਆਫਿਸਰ ਹੈ, ਮੇਰੇ ਕੋਲ ਕਿਹੜਾ ਕੋਈ ਜ਼ਿਆਦਾ ਤਰੀਕੇ ਹੈਗੇ ਆ, ਮੇਰੇ ਕੋਲ ਕਿਹੜਾ ਕੋਈ ਇੰਨੇ ਸਾਧਨ ਹੈ ਕਿ ਜਾਂ ਉਹਨਾਂ ਦੇ ਮਗਰ ਲੱਗਾ, ਨਾ ਮੇਰੇ ਕੋਲ ਇੰਨਾ ਟਾਈਮ ਹੈ। ਇਹ ਤਾਂ ਜਿਹੜੀਆਂ ਸਿੰਪਲ ਤੁਸੀਂ ਨੈੱਟ 'ਤੇ ਬੈਠ ਕੇ ਚੀਜ਼ਾਂ ਲੱਭ ਲੈਂਦੇ ਹੋ, ਇਹ ਉਹ ਚੀਜ਼ਾਂ ਜੇ ਉਹਨਾਂ ਵਿੱਚ ਹੀ ਇੰਨਾ ਮਟੀਰੀਅਲ ਮਿਲ ਗਿਆ ਜਿਸ 'ਤੇ ਸ਼ੱਕ ਪੈਦਾ ਹੁੰਦਾ ਦੀਪ ਸਿੱਧੂ ਦੀ ਕਨੈਕਸ਼ਨ ਵਿਦ USA ਦੇ ਲੋਕਾਂ ਨਾਲ, ਔਰ ਜਿਹੜੇ ਲੋਕ ਅਲਟੀਮੇਟਲੀ ਸਿੱਖ ਕਾਕਸ ਨਾਲ ਜੁੜੇ ਨੇ ਔਰ ਜਿਹਦਾ ਵੇਰਵਾ ਕੁਛ ਇਸ ਕਿਤਾਬ ਵਿੱਚ ਆਇਆ, ਤਾਂ ਫਿਰ ਤੁਹਾਨੂੰ ਬਹੁਤ ਸ਼ੱਕ ਹੋ ਜਾਂਦਾ, ਫਿਰ ਮੈਨੂੰ ਬਹੁਤ ਸ਼ੱਕ ਹੋ ਜਾਂਦਾ। ਅੱਛਾ ਸਰ, ਮੇਰਾ ਆਖਰੀ ਸਵਾਲ ਹੈ ਕਿ ਇਮੋਸ਼ਨਲ ਹੋ ਕੇ ਅਸੀਂ ਕਿਸੇ ਵੀ ਜੋ ਲੀਡਰ ਬਣਦਾ ਚਾਹੇ ਕੋਈ ਵੀ ਹੈ ਉਸ 'ਤੇ ਭਰੋਸਾ ਕਰ ਲੈਂਦੇ ਹਾਂ, ਫਿਰ ਬਾਅਦ 'ਚ ਮਾਤ ਖਾਂਦੇ ਹਾਂ। ਸਾਨੂੰ ਪਹਿਲਾਂ ਜਾਂਚ ਪੜਤਾਲ ਕਰਨੀ ਪੈਣੀ ਹੈ ਕਿ ਸਾਨੂੰ ਕੋਖਣਾ ਪੈਣਾ ਪਿੱਛੇ ਜਾ ਕੇ ਵੀ ਵਿਅਕਤੀ ਕਰਨ ਕੀ ਆਇਆ। ਲੀਡਰ ਕੋਈ ਵੀ ਬਣ ਸਕਦਾ, ਕਿਸੇ ਦੀ ਕੋਈ ਓਬਜੈਕਸ਼ਨ ਨਹੀਂ ਗੀ, ਸਭ ਨੂੰ ਰਾਈਟ ਹੈ, ਪਰ ਲੀਡਰ ਬਣਨਾ ਕਿਵੇਂ ਹੈ, ਉਹ ਬਣਿਆ ਕਿਵੇਂ ਹੈ, ਉਸੇ ਬੰਦੇ ਨੂੰ ਕਿਤੇ ਨਾ ਕਿਤੇ ਜਾਣਕਾਰੀ ਹੋਣੀ ਚਾਹੀਦੀ ਹੈ। ਬਿਲਕੁਲ, ਇਹ ਸਾਰੇ ਸਵਾਲ ਜਿਹੜੇ ਮੈਂ ਅੱਜ ਰੇਜ਼ ਕੀਤੇ ਆ, ਇਹ ਸਵਾਲ ਦੀਪ ਸਿੱਧੂ ਨੂੰ ਜਵਾਬ ਦੇਣਾ ਚਾਹੀਦਾ ਹੈ, ਡਾਕਟਰ ਪ੍ਰਿਤਪਾਲ ਨੂੰ ਜਵਾਬ ਦੇਣਾ ਚਾਹੀਦਾ ਹੈ, ਸਭ ਨੂੰ ਜਵਾਬ ਦੇਣਾ ਚਾਹੀਦਾ ਹੈ। ਆਫਟਰ ਆਲ ਮੈਂ ਪਰਸਨਲੀ ਤਾਂ ਮੇਰਾ ਕੋਈ ਲੈਣਾ ਦੇਣਾ ਨਹੀਂ, ਨਾ ਫੋਰ ਐਂਡ ਨਾ ਅਗੇਂਸਟ ਹੈ, ਮੈਂ ਇਸ ਰੇਸ ਵਿੱਚ ਹੈ ਨਹੀਂ, ਮਗਰ ਸਵਾਲ ਜੇ ਸਵਾਲ ਆਏ ਹੈ ਔਰ ਸਵਾਲ ਬਿਲਕੁਲ ਡਾਕੂਮੈਂਟ ਦੇ ਹਿਸਾਬ ਨਾਲ ਪੁੱਛ ਰਿਹਾ, ਮੈਂ ਕੋਈ ਆਪਣੀ ਪਰਸਨਲ ਨਾ ਮੇਰੀ ਅਗੇਂਸਟ ਹੈ ਨਾ ਫੋਰ ਓਪੀਨੀਅਨ ਹੈਗੀ ਹੈ, ਬਟ ਇਹ ਸਵਾਲਾਂ ਦੇ ਜਵਾਬ ਤਾਂ ਇਫੈਕਟਡ ਬੰਦੇ ਨੂੰ ਜ਼ਰੂਰ ਦੇਣੇ ਚਾਹੀਦੇ, ਕਿਉਂਕਿ ਪੰਜਾਬ ਦੇ ਅਗਲੀ ਜਿਹੜੀ ਸਰਕਾਰ ਹੈ ਜਾਂ ਅਗਲਾ ਜਿਹੜਾ ਪੂਰਾ ਪੰਜਾਬ ਦੇ ਭਵਿੱਖ ਨਾਲ ਜੁੜੀਆਂ ਗੱਲਾਂ ਹੈ। ਤੋ ਇਸ ਕਰਕੇ ਜਦੋਂ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਤੁਸੀਂ ਲੋਕਾਂ ਨੂੰ ਕਿ ਤੁਸੀਂ ਪੂਰਾ ਟਰੈਕ ਰਿਕਾਰਡ ਦੇਖੋ ਕਿਸੇ ਬੰਦੇ ਦਾ, ਤੁਸੀਂ ਹੁਣ ਜਿੰਨੇ ਕਿਸਾਨ ਲੀਡਰਸ਼ਿਪ ਹੈ ਮੈਂ ਉਹਨਾਂ ਨੂੰ ਕਈ 20 ਸਾਲ ਤੋਂ ਜਾਣਦਾ, ਸਾਨੂੰ ਪਤਾ ਕਿੱਦਾਂ ਉਹਨਾਂ ਨੇ ਪੂਰੀ ਯਾਤਰਾ ਕੀਤੀ ਹੈ। ਇਸ ਲਈ ਸਰਕਾਰ ਨੂੰ ਔਖਾ ਹੋ ਰਿਹਾ ਹੈ, ਇਹ ਕੋਈ ਪੋਲੀਟੀਕਲ ਲੀਡਰਸ਼ਿਪ ਨਹੀਂ ਹੈ ਸਰਕਾਰ ਇਨਫਲੂਐਂਸ ਕਰਕੇ, ਉਹ ਗ੍ਰਾਸ ਰੂਟ ਤੋਂ ਉਹਨਾਂ ਨੂੰ ਇੰਨੇ ਸਾਲ ਹੋ ਗਏ ਜਥੇਬੰਦੀਆਂ ਬਣਾਉਂਦੇ ਕਿਸਾਨਾਂ ਨੂੰ ਆਰਗੇਨਾਈਜ਼ ਕੀਤਾ, ਤੇ ਹੁਣ ਸਡਨਲੀ ਤੁਸੀਂ ਦੇਖੋ ਕਿ ਕੋਈ ਬੰਦਾ ਕਿੱਥੋਂ ਉਤਰਿਆ, ਕਿੱਥੋਂ ਐਕਟਰ ਤੋਂ ਲੈ ਕੇ ਇੱਥੋਂ ਡਾਇਰੈਕਟਰ ਬਣ ਕੇ ਤਾਂ ਕਿੱਥੇ ਸਨੀ ਦਿਓਲ, ਤਾਂ ਕਿੱਥੇ ਅਮਿਤ ਸ਼ਾਹ, ਤਾਂ ਕਿੱਥੇ ਪ੍ਰਾਈਮ ਮਿਨਿਸਟਰ, ਤਾਂ ਸਡਨਲੀ ਹੁਣ ਬਣ ਗਿਆ ਪੰਜਾਬ ਦਾ ਕਹਿ ਲਓ ਵਾਰਿਸ। ਇਹ ਗੱਲਾਂ ਜਿਹੜੀ ਇੱਦਾਂ ਦੀਆਂ ਗੱਲਾਂ ਸਾਨੂੰ ਤਾਂ ਹੁਣ ਬਹੁਤ ਸ਼ੱਕ ਪੈਂਦਾ, ਕਿਉਂਕਿ ਅਸੀਂ ਬਹੁਤ ਵਾਰ ਦੇਖ ਚੁੱਕੇ ਹਾਂ ਕਿ ਇਹੋ ਜਿਹੀਆਂ ਫਰੰਟ ਆਰਗੇਨਾਈਜੇਸ਼ਨ ਆ ਜਾਂਦੀਆਂ, ਨਵਾਂ ਲੀਡਰ ਨੂੰ ਉਭਾਰ ਦਿੰਦੀਆਂ ਔਰ ਫਿਰ ਉਹ ਲੋਕਾਂ ਨੂੰ ਥੋੜ੍ਹੀ ਦੇਰ ਲਈ ਤਾਂ ਲੋਕ ਬੇਵਕੂਫ ਬਣ ਜਾਂਦੇ ਨਾ। ਇਸ ਕਰਕੇ ਪਹਿਲਾਂ ਹੀ ਹੁਣ ਵਾਰਨਿੰਗ ਦੇ ਰਹੇ ਹਾਂ ਕਿ ਪਹਿਲਾਂ ਹੀ ਸਮਝ ਹੋ ਜਾਓ, ਤੁਸੀਂ ਆਪਣੀ ਟਾਈਮ ਟੈਸਟਡ ਲੀਡਰਸ਼ਿਪ 'ਤੇ ਰਿਲਾਈ ਕਰੋ, ਬਰਸਾਤਿਆਂ ਦੇ ਜਿੱਦਾਂ ਆ ਜਾਂਦੇ ਆ ਬਰਸਾਤਾਂ ਵਿੱਚ। ਅੱਛਾ ਸਰ, ਇੱਕ ਹੋਰ ਆਖਰੀ ਸਵਾਲ ਹੈ ਕਿ ਤੁਸੀਂ ਸਾਰੀ ਗੱਲਬਾਤ ਰੱਖੀ ਹੈ ਕਿ ਕਿਸਾਨੀ ਮੋਰਚਾ ਲੱਗਿਆ, ਹੁਣ ਪੰਜਾਬ ਦਾ ਹਰ ਵਿਅਕਤੀ ਦਾ ਹਮਾਇਤ ਕਰ ਰਿਹਾ, ਪਰ ਦੀਪ ਸਿੱਧੂ ਜਿਸ ਤਰੀਕੇ ਨਾਲ ਪਿੰਡਾਂ ਵਿੱਚ ਜਾਂਦੇ ਨੇ, ਰਾਈਟ ਹੈ, ਜਾਣ ਦਾ ਲੀਡਰ ਵੀ ਕੋਈ ਬਣ ਸਕਦਾ। ਅੱਛਾ, ਇੱਕ ਸਵਾਲ ਹੈ ਕਿ ਉਹ ਜਦ ਜਥੇਬੰਦੀਆਂ ਨੇ ਨਾਲ ਹੀ ਨਹੀਂ ਲਿਆ ਸੀ, ਸ਼ੰਭੂ ਮੋਰਚਾ ਲੱਗ ਗਿਆ ਸੀ, ਉਹਨਾਂ ਨੇ ਕਹਿਤਾ ਸੀ ਵੀ ਮੈਂ ਅਲੱਗ ਮੋਰਚਾ ਲਗਾਉਣਾ, ਜਦੋਂ ਨਾਲ ਹੀ ਨਹੀਂ ਲਿਆ, ਹੁਣ ਘੁਸਪੈਠ ਕਰਨੀ ਹੈ ਮੋਰਚੇ ਦੇ ਵਿੱਚ, ਫਿਰ ਇਹ ਰਾਈਟ ਬੰਦਾ ਦੀਪ ਸਿੱਧੂ ਦਾ। ਉਹ ਦੂਸਰੇ ਪਾਸੇ ਕੀ ਭੰਡੀ ਜਾਣਾ, ਬਾਰ-ਬਾਰ ਜਥੇਬੰਦੀਆਂ ਨੂੰ ਭੰਡੀ ਜਾਣਾ ਕਹਿ ਕੇ ਵੀ ਇਹ ਤਾਂ ਕੰਮ ਹੀ ਨਹੀਂ ਕਰਦੇ, ਇਹ ਤਾਂ 26 ਤਰੀਕ ਤੋਂ ਬਾਅਦ ਇਹਨਾਂ ਨੂੰ ਕੁਛ ਬੋਲੇ ਨਹੀਂ, ਕੀ ਪ੍ਰੋਗਰਾਮ ਹੈਗਾ, ਉਹ ਪੁੱਛ ਰਿਹਾ ਦੀਪ ਸਿੱਧੂ, ਜੇ ਕਿ ਦੀਪ ਸਿੱਧੂ ਦਾ ਮੋਰਚੇ ਦਾ ਹਿੱਸਾ ਹੀ ਨਹੀਂ ਸੀ, ਉਹਦਾ ਸ਼ੰਭੂ ਲੱਗ ਲਾ ਕੇ ਬੈਠਾ ਸੀ। ਨਹੀਂ, ਨਾਲੇ ਨਾ ਐਡਾ ਵੱਡਾ ਕੰਮ ਹੋਵੇ ਔਰ ਤੁਸੀਂ ਛੋਟੀ ਗੱਲਾਂ 'ਤੇ ਲੀਡਰਾਂ ਦੇ ਨੁਕਸ ਕੱਢੀ ਜਾਓ, ਇਹ ਬਿਲਕੁਲ ਉਹੀ ਤਰੀਕਾ ਹੈ, ਇਹ ਬਿਲਕੁਲ ਉਹੀ ਤਰੀਕਾ ਹੈ ਜਿਹਦੇ ਨਾਲ ਤੁਸੀਂ ਚਾਹੁੰਦੇ ਹੋ ਕਿ ਨਾ ਪਤਾ ਲੱਗੇ ਤਾਂ ਮੂਵਮੈਂਟ ਕਮਜ਼ੋਰ ਹੁੰਦੀ ਰਹੇ। ਜਦੋਂ ਤੁਸੀਂ ਕੋਈ ਡਿਸਿਪਲਿਨ ਤੋੜਦੇ ਹੋ, ਚਾਹੇ ਜਿੰਨਾ ਵਾਲੀ ਚੰਗੀ ਇੰਟੈਂਸ਼ਨ ਹੋਵੇ, ਕੋਈ ਵੀ ਕਲੈਕਟਿਵ ਡਿਸੀਜਨ ਦੇ ਖਿਲਾਫ ਜਾਣਾ ਮੀਨਸ ਕਿ ਤੁਹਾਡਾ ਜਿਹੜਾ ਮਨਸ਼ਾ ਹੈ, ਤੁਹਾਡੀ ਇੰਟੈਂਸ਼ਨ ਹੈ, ਉਹ ਤਾਂ ਡਾਊਟਫੁਲ ਹੋ ਗਈ ਨਾ।
ਤੁਸੀਂ ਜਿੰਨਾ ਮਰਜ਼ੀ ਹੁਣ ਤੁਸੀਂ ਐਕਸਪਲੇਨ ਕਰੋ ਆਪਣੇ ਰਿਸੋਰਸਿਸ, ਆਪਣੇ ਪੈਸੇ, ਆਪਣੇ ਅਕਾਊਂਟਿੰਗ, ਆਡਿਟਿੰਗ ਦੱਸੋ। ਆਫਟਰ ਤਾਂ ਹੀ ਤੁਹਾਨੂੰ ਯਕੀਨ ਆਏਗਾ ਦੀਪ ਸਿੱਧੂ ਚੰਗਾ ਬੰਦਾ ਹੈ, ਮਾੜਾ ਬੰਦਾ ਹੈ, ਚੰਗਾ ਲੀਡਰ ਬਣੇਗਾ, ਨਹੀਂ ਲੜੇਗਾ ਤਾਂ ਭਵਿੱਖ ਰੱਖੇਗਾ। ਮਗਰ ਜੋ ਸਵਾਲ ਹੁਣ ਆਏ ਹੈ, ਜੋ ਪਬਲਿਕ ਡੋਮੇਨ 'ਚ ਇਨਫੋਰਮੇਸ਼ਨ, ਉਹਦਾ ਜਵਾਬ ਤਾਂ ਜ਼ਰੂਰ ਦੇਣਾ ਚਾਹੀਦਾ ਨਾ। ਇਹਦੇ ਨਾਲ ਸੰਯੁਕਤ ਕਿਸਾਨ ਮੋਰਚਾ ਦਾ ਵਾਕਿਆ ਕੋਈ ਲੈਣਾ ਦੇਣਾ ਨਹੀਂ। ਇਹ ਸਾਰੇ ਬੰਦੇ ਵੈਲਕਮ ਹੈ, ਹਲੇ ਵੀ ਉਹ ਮੋਰਚੇ ਨੂੰ ਮਦਦ ਕਰ ਰਿਹਾ, ਬਹੁਤ ਚੰਗੀ ਗੱਲ ਹੈ। ਮਗਰ ਇਹ ਮੈਨੂੰ ਲੱਗਦਾ ਨਹੀਂ ਕਿ ਇਕੱਲਾ ਮੋਰਚਾ ਇੱਕ ਏਮ ਨਹੀਂ ਹੈ ਦੀਪ ਸਿੱਧੂ ਦਾ। ਉਹ ਪੋਲੀਟੀਕਲੀ ਯੰਗ ਹੈ, ਅੰਬੀਸ਼ੀਅਸ ਹੈ। ਉਹਦੀ ਸਾਰੀ ਤੁਸੀਂ ਮਾਰਚ ਦੇਖੋ, ਇਲੈਕਸ਼ਨ ਕਮਿਸ਼ਨ ਦਾ ਕਿਸੇ ਦਾ ਮੈਨੇਜਰ ਬਣਨਾ ਮੀਨ ਤੁਹਾਨੂੰ ਐਂਬੀਸ਼ਨ ਹੈ। ਤੁਸੀਂ ਕਿਸੇ ਐਮਪੀ ਦਾ ਇਲੈਕਸ਼ਨ ਕਮਿਸ਼ਨ ਮੈਨੇਜਰ ਕਿਉਂ ਬਣਦੇ ਹੋ? ਤੁਹਾਨੂੰ ਪੋਲਿਟਿਕਸ ਵਿੱਚ ਇੰਟਰਸਟ ਹੈ। ਤਾਂ ਹੁਣ ਤੁਸੀਂ ਉਹ ਸੀੜੀ ਚੜ੍ਹਨੀ ਹੈ ਪਾਵਰ ਦੀ, ਉਹ ਪਾਵਰ ਸਿੱਧੀ ਤਾਂ ਮਿਲਦੀ ਨਹੀਂ ਤੁਹਾਨੂੰ। ਘੱਟੋ ਘੱਟ ਉਹ ਖੱਲ ਪਾਉਣੀ ਹੈ ਕਿ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਕੇ ਤੁਸੀਂ ਪਾਵਰ ਵਿੱਚ ਆ ਸਕਦੇ ਹੋ। ਹੁਣ ਅਸਲ ਵਿੱਚ ਤੁਸੀਂ ਮੁੱਦੇ, ਜੇ ਤਾਂ ਤੁਹਾਨੂੰ ਦਿਲ ਦੇ ਵਿੱਚ ਹੁਣ ਲੋਕਾਂ ਦੇ ਮੁੱਦੇ, ਫਿਰ ਤਾਂ ਤੁਸੀਂ ਇਹ ਗੇਮਾਂ ਖੇਲਦੇ ਨਹੀਂ, ਤੁਸੀਂ ਸਪਸ਼ਟਤਾ ਸੇਵਾ ਵਿੱਚ ਲੱਗ ਜਾਂਦੇ ਹੋ। ਤੁਹਾਡਾ ਪੁਰਾਣੇ ਜਿੰਨੇ ਵੀ ਮੈਂ ਕਿਸਾਨ ਲੀਡਰ ਜਿਹੜੇ ਹੁਣ ਲੀਡ ਕਰ ਰਹੇ ਨੇ, ਜਿਹੜੇ ਕਿ ਕਰਕੇ ਮੇਜਰ ਸਕਸੈਸ ਹੈ ਮੋਰਚੇ ਦੀ, ਉਹਨਾਂ ਤੁਸੀਂ ਕਿਸੇ ਦਾ ਜੀਵਨ ਦੇਖ ਲਓ। ਉਹਨਾਂ ਨੇ ਪਹਿਲਾਂ ਕਿਸਾਨਾਂ ਦੇ ਮੁੱਦੇ 'ਤੇ ਉਹਨਾਂ ਨੇ ਹਰ ਬੰਦਾ ਜੇਲ੍ਹ ਜਾ ਚੁੱਕਾ, ਲਾਠੀਆਂ ਖਾ ਚੁੱਕਾ, ਕੇਸ ਉਹਨਾਂ ਦੇ ਬਣ ਚੁੱਕੇ ਹੈ। ਉਹਨਾਂ ਨੇ ਇੱਕ ਆੜਤੀਆ ਜਦੋਂ ਆਕਸ਼ਨ ਹੋਣ ਲੱਗੀ ਕਿਸਾਨਾਂ ਦੇ ਵਿੱਚ, ਉੱਥੇ ਜਾ ਕੇ ਉਹਨਾਂ ਨੇ ਕਿਸੇ ਦੀ ਜ਼ਮੀਨ ਨਹੀਂ ਵਿਕਣ ਦਿੱਤੀ। ਇੰਨੀ ਲੰਬੀ ਸਟਰਗਲ ਵਾਲੇ ਲੀਡਰ ਸਾਡੇ ਕੋਲ ਮੌਜੂਦ ਹੈ, ਔਰ ਤੁਸੀਂ ਐਕਟਰ ਡਾਇਰੈਕਟਰ ਨੂੰ ਫੜ ਕੇ ਅੱਗੇ ਪੇਸ਼ ਕਰਦੇ ਹੋ। ਇਹ ਇਸ ਕਰਕੇ ਮੈਨੂੰ ਸ਼ੱਕ ਪੈਂਦਾ ਕਿ ਇਹ ਇੰਟੈਲੀਜੈਂਸ ਏਜੰਸੀਆਂ ਦੀ ਗੇਮ ਤਾਂ ਪੱਕੀ ਹੋ ਸਕਦੀ ਹੈ, ਸਰਕਾਰ ਦੀ ਗੇਮ ਤਾਂ ਪੱਕੀ ਹੋ ਸਕਦੀ ਹੈ, ਬਟ ਫਿਰ ਵੀ ਇਹ ਕੋਈ ਪੂਰਾ ਸਬੂਤ ਨਹੀਂ ਹੈ। ਇਹ ਸ਼ੱਕ ਦੇ ਦੇਰੇ ਵਿੱਚ ਹੈ, ਉਹਨਾਂ ਨੂੰ ਜਵਾਬ ਦੇਣਾ ਚਾਹੀਦਾ। ਜਵਾਬ ਦੇਣਗੇ ਬੜੀ ਚੰਗੀ ਗੱਲ ਹੈ, ਲੋਕ ਯਕੀਨ ਕਰ ਲੈਣਗੇ। ਬਟ ਐਜ਼ ਅ ਮੈਂ ਤਾਂ ਆਰਡੀਨਰੀ ਜਿਹੜਾ ਹੈਗਾ, ਜਿਹੜੇ ਇੱਦਾਂ ਦੀ ਗੱਲਾਂ ਕਿਤੇ ਇੰਟਰਸਟ ਲੈ ਲੈਣਾ, ਜਾਂ ਐਜ਼ ਅ ਲਾਇਰ ਟ੍ਰੇਨ ਮਾਈਂਡ ਕਰਕੇ ਤੁਸੀਂ ਚੀਜ਼ਾਂ ਦੇਖ ਸਕਦੇ ਹੋ, ਗੇਮਸ ਦੇਖ ਸਕਦੇ ਹੋ। ਗੇਮਾਂ ਪਹਿਲਾਂ ਦੇਖੀਆਂ, ਉਸ ਹਿਸਾਬ ਨਾਲ ਮੈਂ ਤਾਂ ਇਹ ਕਮੈਂਟ ਕਰ ਰਿਹਾ। ਤੁਸੀਂ ਸਾਰੀ ਗੱਲਬਾਤ ਸੁਣੀ ਹੈ। ਸਾਡੇ ਨਾਲ ਮੌਜੂਦ ਸਨ ਬੈਂਸ ਸਾਹਿਬ, ਐਡਵੋਕੇਟ ਨੇ। ਸਿੱਖ ਕਾਕਸ ਦੀ ਕਿਤਾਬ ਨੂੰ ਲੈ ਕੇ ਬੜੀ ਚਰਚਾ ਬਣੀ ਸੀ, ਇਸ ਨੂੰ ਹੋਰ ਜਾਣਨ ਦੀ ਲੋੜ ਹੈ। ਕੋਸ਼ਿਸ਼ ਕਰਾਂਗੇ ਕਿ ਬੈਂਸ ਸਾਹਿਬ ਨਾਲ ਦੁਬਾਰਾ ਇੰਟਰਵਿਊ ਕੀਤਾ ਜਾਵੇ, ਔਰ ਇਸ ਕਿਤਾਬ ਵਿੱਚ ਹੋਰ ਕਿਹੜੀ ਗੱਲਾਂ ਲਿਖੀਆਂ ਨੇ ਤੁਹਾਨੂੰ ਬਿਲਕੁਲ ਬਰੀਕੀ ਨਾਲ ਐਕਸਪਲੇਨ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਤਾਂ ਸਾਰੀ ਗੱਲਬਾਤ ਦੱਸੀ ਇਹਨਾਂ ਨੇ ਵੀ ਕਿਸ ਤਰੀਕੇ ਨਾਲ ਲੈਟਰ ਹੈਡ ਦੀ ਗੱਲ ਕੀਤੀ ਹੈ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ, ਵੀ ਲੈਟਰ ਹੈਡ ਕਿੱਥੋਂ ਆਈ, ਕਿਵੇਂ ਆਈ। ਇਹ ਤਾਂ ਬਲਦੇਵ ਸਿੰਘ ਸਿਰਸਾ ਨੇ ਸਾਈਨ ਕੀਤੇ ਸੀ, ਜੋ ਕਿ ਕਿਸਾਨ ਦੇ ਹੁਣ ਆਗੂ ਨੇ। ਇਹ ਉਹਨਾਂ ਨੂੰ ਜਵਾਬ ਦੇਣਾ ਪੈਣਾ ਕਿ ਵਾਕਈ ਜੋ 32 ਜਥੇਬੰਦੀ ਉਹ ਸੋਚਣਗੀਆਂ ਕਿ ਵਾਕਈ ਸਾਡਾ ਲੈਟਰ ਹੈਡ ਹੈ ਕਿ ਨਹੀਂ। ਉਹ ਦੂਸਰੇ ਪਾਸੇ ਵਾਰਸ ਪੰਜਾਬ ਦੀ ਗੱਲ ਕਰਨੇ ਆ, ਸ਼ੰਭੂ ਮੋਰਚੇ ਦੇ ਉੱਤੇ ਲਗਾਤਾਰ ਹੀ ਵਾਰਸ ਪੰਜਾਬ ਨੂੰ ਪ੍ਰਮੋਟ ਕੀਤਾ ਗਿਆ ਸੀ। ਉਸ ਤੋਂ ਬਾਅਦ ਨੰਬਰ ਦੇਖਦੇ ਹਾਂ ਉਹਦੇ ਉੱਪਰ, ਤਾਂ ਉਹ ਨੰਬਰ ਵੀ ਕਿਸੇ ਅਮਰੀਕਾ ਦੇ ਵਿਅਕਤੀ ਦਾ ਆਉਂਦਾ, ਪਰ ਕਿਤੇ ਨਾ ਕਿਤੇ ਹੱਲੇ ਵੀ ਕਹਾਣੀ ਗੁਲਝਲਦਾਰ ਹੈ। ਤਾਂ ਸੁਲਝਾਉਣ ਵਾਸਤੇ ਦੁਬਾਰਾ ਕੋਸ਼ਿਸ਼ ਕਰਾਂਗੇ ਕਿ ਆਰ ਐਸ ਬੈਂਸ ਨੂੰ ਦੁਬਾਰਾ ਇਸ ਚੀਜ਼ ਉੱਪਰ ਇੰਟਰਵਿਊ ਕੀਤਾ ਜਾਵੇ ਕਿ ਸਿੱਖ ਕਾਕਸ ਦੀ ਕਿਤਾਬ ਵਿੱਚ ਹੋਰ ਕਿਹੜੀ ਗੱਲਾਂ ਲਿਖੀਆਂ ਨੇ ਜੋ ਆਮ ਸਿੱਖ ਨੂੰ, ਆਮ ਵਿਅਕਤੀ ਨੂੰ ਸੌਖੇ ਤਰੀਕੇ ਨਾਲ ਪਤਾ ਲੱਗ ਜਾਵੇ। ਪੰਜਾਬ ਨਿਊਜ਼ ਨਾਲ ਜੁੜੇ ਰਹਿਣਾ, ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰ ਦੇਣਾ ਤਾਂ ਕਿ ਦੂਜਿਆਂ ਤੱਕ ਵੀ ਜਾਣਕਾਰੀ ਪਹੁੰਚ ਸਕੇ।